ਲਓ ਜੀ, ਹਾਜ਼ਰੀ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵੇਲੇ ਘੜੀ ਦੇ ਮੁਤਾਬਕ ਅਸੀਂ ਆਪਣੇ ਟਾਈਮ ਤੇ ਹਾਜ਼ਰ ਹੋ ਜਾਈਦਾ। ਕੋਸ਼ਿਸ਼ ਇਹ ਕਰੀਦੀ ਆ ਕਿ ਜਿਹੜੀਆਂ ਖਬਰਾਂ ਇਸ ਵਕਤ ਚਰਚਾ 'ਚ ਹੋਣ ਉਹਨਾਂ ਖਬਰਾਂ ਦਾ ਸੱਜਾ ਖੱਬਾ ਪਾਸਾ ਜ਼ਰੂਰ ਚੈੱਕ ਕਰ ਲਈਏ। ਨਾਲ ਆਪਣੇ ਵੀਰ ਪਰਮਵੀਰ ਬਾਠ ਹੁਰੀ। ਕੀ ਹਾਲ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਠੀਕ ਠਾਕ। ਆਪਣਾ ਸੁਣਾਓ, ਕੀ ਹਾਲ ਨੇ? ਪਿੰਡ ਦਾ ਹਾਲ ਠੀਕ ਹੀ? ਹਾਂ, ਪਿੰਡ ਦਾ ਠੀਕ ਹੈ। ਅਜੇ ਤਾਂ ਫੋਨ ਬੰਦਾ ਕਰਕੇ ਪੁੱਛ ਲੈਂਦਾ ਹਾਲ ਚਾਲ, ਤੇ ਸਾਰੇ ਕਹਿੰਦੇ ਠੀਕ ਆ, ਜਿੱਦਾਂ ਬਾਕੀਆਂ ਦੇ ਨਾਲ ਹੀ ਆ। ਨਹੀਂ, ਚੱਕਰ ਪਤਾ ਕੀ ਹੈ, ਜਿਹੜਾ ਬਾਕੀਆਂ ਦੇ ਨਾਲ ਹੋਣ ਤੋਂ ਦੁਨੀਆ ਡਰਨ ਡਈ ਹੈ ਇਸ ਵੇਲੇ। ਕਿਉਂਕਿ ਜਦੋਂ ਕਿਤੇ ਇਹੋ ਜਿਹਾ ਪਤਾ ਲੱਗ ਜਾਂਦਾ ਵੀ ਲੈ ਵੀ ਫਲਾਨਿਆਂ ਲਾ ਕੰਮ ਹੋ ਗਏ, ਤੇ ਨਾਲ ਹੀ ਬੰਦਾ ਕਹਿੰਦਾ ਵੀ ਹੁਣ ਫੋਨ ਤੇ ਅਸੀਂ ਖਿਆਲ ਰੱਖਾਂਗੇ, ਜੇ ਕੋਈ ਲੋੜ ਹੋਈ ਤੇ ਫਿਰ ਤੁਸੀਂ ਦੇਖਿਓ। ਨਹੀਂ, ਇਹ ਗੱਲ ਤੁਹਾਡੀ ਠੀਕ ਆ। ਹੁਣ ਵੈਸੇ ਨਾ ਪਹਿਲਾਂ ਵਰਗੀ ਗੱਲ ਨਹੀਂ ਰਹੀ। ਪਿਛਲੇ 15 ਦਿਨ ਪਹਿਲਾਂ ਜਿੰਨਾ ਡਰ ਸੀ, ਜਿੰਨਾ ਰੌਲਾ ਸੀ, ਹੁਣ ਸ਼ਾਇਦ ਉੱਦਾਂ ਦਾ ਮਾਹੌਲ ਨਹੀਂ ਰਿਹਾ। ਕਿਉਂਕਿ ਦਿੱਲੀ ਦੇ ਵਿੱਚ ਵੀ ਹੁਣ ਇਹ ਖਬਰ ਘੱਟ ਆਉਣ ਲੱਗ ਪਈ ਆ ਕਿ ਆਕਸੀਜਨ ਦਾ ਸਿਲੰਡਰ ਮਹਿੰਗਾ ਮਿਲਦਾ। ਉੱਥੋਂ ਹੁਣ ਇੱਦਾਂ ਵੀ ਨਹੀਂ ਹੁੰਦੀ ਕਿ ਭਾਈ ਆਕਸੀਜਨ ਦੀ ਘਾਟ ਦੇ ਕਰਕੇ ਕਿਸੇ ਹਸਪੀਟਲ ਦੇ ਵਿੱਚ ਕੋਈ ਮੌਤ ਹੋ ਗਈ। ਪੰਜਾਬ ਦੇ ਵਿੱਚ ਇੱਕੋ ਵਾਰੀ ਕੰਮ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹਦੇ ਤੋਂ ਬਾਅਦ ਹੁਣ ਥੋੜਾ ਕੰਮ ਕੰਟਰੋਲ 'ਚ ਆਉਂਦਾ ਜਾਪਦਾ। ਜਾਂ ਤਾਂ ਇਹ ਕਹਿ ਲਓ ਕਿ ਸਪਲਾਈ ਥੋੜ੍ਹੀ ਜਿਹੀ ਪ੍ਰੈਸ਼ਰ ਹਟਾ ਕੇ ਦਰੁਸਤ ਕਰਨੀ ਪਈ ਹੈ, ਜਾਂ ਫਿਰ ਇਹ ਹੋ ਸਕਦਾ ਕਿ ਲੋਕ ਹੁਣ ਰੌਲਾ ਪਾਉਣੋਂ ਹਟ ਗਿਆ ਕਿ ਭਾਈ ਕਿੰਨੀ ਕੁ ਦੇਰ ਰੌਲਾ ਪਾਈ ਜਾਈਏ। ਪਰ ਲੋਕਾਂ ਨੂੰ ਐਂ ਲੱਗਦਾ ਕਿ ਸਥਿਤੀ ਦੇ ਵਿੱਚ ਥੋੜਾ ਪਹਿਲਾਂ ਤੋਂ ਸੁਧਾਰ ਆਉਣ ਲੱਗ ਪਿਆ। ਆਪਣਾ ਜੇ ਸਾਵਧਾਨੀਆਂ ਜ਼ਰੂਰੀ ਹੈ। ਨਹੀਂ, ਪਰ ਇਹਦੇ 'ਚ ਬਹੁਤਾ ਧੰਨਵਾਦ ਜੇ ਕਰਨਾ ਹੋਵੇ ਤੇ ਕਿਹਦਾ ਕਰੋਗੇ ਤੁਸੀਂ? ਦੇਖੋ, ਮੈਂ ਸਰਕਾਰ ਦਾ ਤਾਂ ਨਹੀਂ ਕਰਦਾ। ਮੈਂ ਦੱਸਾਂ ਕਿਹਦਾ ਕਰਨਾ ਚਾਹੀਦਾ? ਜਿਹਨੂੰ ਰਾਵਤ ਸਾਹਿਬ ਕਹਿੰਦੇ ਨਾ, ਉਹ ਵੀ ਜਿਉਂਦੀ ਸ਼ੈ ਆ ਕੋਈ, ਹੈ ਨਾ। ਕਰੋਨਾ ਉਹੀ ਥੱਕ ਕੇ ਬਹਿ ਗਿਆ ਲੱਗਦਾ। ਉਹ ਮੈਨੂੰ ਲੱਗਦਾ ਤੇ ਇਹੀ ਆ ਵੀ ਉਹਨੇ ਇੱਕ ਨਾ ਜ਼ੋਰ ਜਿਹਾ ਮਾਰਿਆ, ਫਿਰ ਉਹਨੇ ਆਖਿਆ ਵੀ ਯਾਰ ਤੇਰਾ ਭਲਾ ਜੇ ਗਰਮੀ 'ਚ ਐਵੇਂ ਕਿਤੇ ਉਹ ਜਣੇ ਸਾਹ ਹੀ ਨਾ ਚੜਾ ਪਈਏ, ਮੈਂ ਥੋੜ੍ਹਾ ਜਿਹਾ ਸਾਹ ਲਵਾਂ, ਦਮ ਲਵਾਂ। ਨਹੀਂ, ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਮੈਂ ਹੁਣ ਵੈਸੇ ਸੋਚਦਾ ਸੀ, ਮਨ 'ਚ ਆਉਂਦੀ ਸੀ ਗੱਲ। ਇੱਥੇ ਤਾਂ ਹੁਣ ਮੈਨੂੰ ਪਤਾ ਨਹੀਂ, ਅਜੇ ਆਇਆ ਨੂੰ ਥੋੜ੍ਹੀ ਦੇਰ ਹੋਈ ਹੈ, ਪਰ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਆਪਣੇ ਪਿੰਡਾਂ 'ਚ ਬਹੁਤੇ ਲੋਕਾਂ ਦੇ ਲਈ, ਆਪਣੇ ਲਈ ਵੀ ਇੱਦਾਂ ਹੀ ਹੁੰਦਾ ਸੀ ਕਿ ਸਾਨੂੰ ਇਹ ਸਮਝ ਨਹੀਂ ਸੀ ਕਿ ਬਿਮਾਰੀ ਕੀ ਹੈ। ਇਹ ਵੀ ਸਮਝ ਨਹੀਂ ਹੁੰਦੀ ਕਿ ਬਿਮਾਰੀ ਕਿਉਂ ਲੱਗੀ ਹੈ। ਇਹ ਵੀ ਸਮਝਣ ਦਾ ਅਸੀਂ ਯਤਨ ਘੱਟ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਬਿਮਾਰੀ ਇਸ ਨੂੰ ਲੱਗਣ ਤੋਂ ਕਿਵੇਂ ਰੋਕਣਾ। ਸਾਡੀ ਸਾਰੀ ਟੇਕ ਹੁੰਦੀ ਆ ਕਿ ਡਾਕਟਰ ਦਵਾਈ ਬਹੁਤ ਵਧੀਆ ਦਿੰਦਾ, ਉਹਨੇ ਦਵਾਈ ਦਿੱਤੀ, ਠੀਕ ਹੋ ਗਿਆ, ਉਹਦੀ ਦਵਾਈ ਦੇ ਨਾਲ ਮੈਂ ਚੰਗੀ ਤਰ੍ਹਾਂ ਠੀਕ ਹੋ ਜਾਂਦੀ ਹਾਂ ਜਾਂ ਹੋ ਜਾਂਦਾ ਆ। ਪਰ ਸੰਧਾਲੀਆ ਸਾਹਿਬ, ਜਦੋਂ ਤੱਕ ਹੁਣ ਅਸੀਂ ਜੜ ਨਹੀਂ ਨਾ ਫੜਾਂਗੇ, ਉਦੋਂ ਤੱਕ ਕੰਮ ਔਖਾ ਹੋ ਜਾਊਗਾ। ਹੁਣ ਤੁਸੀਂ ਦੇਖੋ ਕਿ ਆ ਜਿਹੜੀ ਬਲੈਕ ਫੰਗਸ ਦਾ ਰੌਲਾ ਜਿਹਾ ਪੈ ਗਿਆ, ਕਿ ਕਾਲੀ ਉੱਲੀ ਦਾ ਮਸਲਾ, ਹੁਣ ਕਿੰਨਾ ਕੁਛ ਸਾਡੇ ਨੇੜੇ ਹੁੰਦਾ ਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੰਸਾਰ ਦੇ ਵਿੱਚੋਂ ਡਿਲੀਟ ਨਹੀਂ ਕਰ ਸਕਦੇ, ਉਡਾ ਨਹੀਂ ਸਕਦੇ, ਰਹਿਣੀਆਂ ਸਾਡੇ ਨੇੜੇ ਆ। ਬਿਲਕੁਲ ਸਹੀ। ਪਰ ਸਾਡੇ ਲਈ ਉਹ ਹਮੇਸ਼ਾ ਖਤਰਨਾਕ ਨਹੀਂ ਹੁੰਦੀਆਂ। ਹੁਣ ਆ ਜਿਹੜੀ ਕਾਲੀ ਉੱਲੀ ਦਾ ਰੌਲਾ ਪੈ ਗਿਆ ਕਿ ਲੋਕਾਂ ਦੀ ਜਾਨ ਜਾਣ ਲੱਗ ਪਈ, ਅੱਖਾਂ ਤੋਂ ਬੰਦਾ ਅੰਨਾ ਹੋਣ ਲੱਗ ਪਿਆ, ਉਹਦੇ ਦਿਮਾਗ ਦੇ ਉੱਤੇ ਪ੍ਰਭਾਵ ਪੈਣ ਲੱਗ ਪਿਆ। ਹੁਣ ਹੈ ਕੀ ਉੱਲੀ ਆ? ਤੁਸੀਂ ਕਈ ਵਾਰੀ ਬੇਹੇ ਜਿਹਾ ਹੋਏ, ਜਿਹੜੇ ਬਜ਼ੁਰਗ ਜਿਹਾ ਹੋਏ ਆਲੂ ਜਦੋਂ ਸਿੱਟਦੀ ਦੇ ਬਾਹਰ, ਉਹਨਾਂ ਦੇ ਉੱਤੇ ਵੀ ਉੱਲੀ ਲੱਗ ਜਾਂਦੀ ਹੈ। ਪਾਣੀ ਕਿਤੇ ਕੂਲਰ ਦੇ ਵਿੱਚ ਤੁਸੀਂ ਕੱਢਿਆ ਹੀ ਨਹੀਂ, ਮੁੜ ਕੇ ਉਹਨੂੰ ਕਦੇ ਸਾਫ਼ ਨਹੀਂ ਕੀਤਾ, ਉਹਦੇ ਆਲੇ ਦੁਆਲੇ ਵੀ ਉੱਲੀ ਲੱਗ ਜਾਂਦੀ ਹੈ। ਬ੍ਰੈਡ ਤੇ ਲੱਗ ਜਾਂਦੀ ਹੈ, ਹਫਤਾ ਤੋਂ ਬਾਅਦ ਫ੍ਰਿਜ 'ਚ ਪਈ ਦੇ ਵੀ ਲੱਗ ਜਾਂਦੀ ਹੈ, ਹਫਤਾ ਪਈ ਰਹਿੰਦੇ ਨਾਲ ਹੀ ਉੱਲੀ। ਬਿਲਕੁਲ। ਕਈ ਵਾਰੀ ਇਹ ਵੀ ਹੁੰਦਾ ਕਿ ਅਚਾਰ ਪਾਇਆ ਹੁੰਦਾ ਤੇ ਕਈ ਵਾਰੀ ਅਚਾਰ ਖਰਾਬ ਹੋ ਜਾਂਦਾ, ਉਹ ਵੀ ਉੱਲੀ ਹੁੰਦੀ ਹੈ। ਹੁਣ ਬਹੁਤ ਸਾਰੀਆਂ ਚੀਜ਼ਾਂ, ਪਰ ਉੱਲੀ ਖਤਰਨਾਕ ਨਹੀਂ। ਉਨੀ ਦੇਰ ਖਤਰਨਾਕ ਨਹੀਂ ਜਿੰਨੀ ਦੇਰ ਸਾਡੇ ਸਰੀਰ ਦੇ ਅੰਦਰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਮੁਕਾਬਲਾ ਕਰਨ ਦੀ ਸ਼ਕਤੀ ਹੈ। ਨਾਲੇ ਉੱਲੀ ਦੀਆਂ ਵੀ ਕਿਸਮਾਂ ਨਾ, ਦੇਖੋ ਆਪਾਂ ਉਹ ਖਾਂਦੇ ਆ ਖੁੰਬ ਵੀ ਤੇ ਆਪਣੇ ਆਪ 'ਚ ਉੱਲੀ ਹੈ, ਪਰ ਕਾਰਨ ਇਹ ਆ ਵੀ ਉਹ ਚੰਗੀ ਤਰ੍ਹਾਂ ਦੀ ਉੱਲੀ। ਪਰ ਜਿਹੜੀ ਉਹ ਵਾਲੀ ਉੱਲੀ ਆ ਜਿਹਦੇ ਤੇ ਅੱਜ ਕੱਲ੍ਹ ਆਪਣਾ ਹਾਲਾਤ ਮਾੜੇ ਹੋਏ ਪਏ ਆ, ਉਹ ਪਤਾ ਨਹੀਂ ਕਿੱਧਰੋਂ ਕੱਢ ਮਾਰੀ ਬਾਬੇ ਨੇ। ਹਾਂ, ਨਹੀਂ, ਉਹ ਦੇਖੋ ਹੁਣ ਅੱਜ ਡਾਕਟਰ ਸਾਹਿਬ ਦੇ ਨਾਲ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਤਾਂ ਉਹਨਾਂ ਸਾਫ਼ ਹੀ ਕਹਿ ਦਿੱਤਾ। ਖਾਸ ਤੌਰ ਦੇ ਉੱਤੇ ਇੱਕ ਸ਼ਬਦ ਸਟੀਰੋਇਡ ਜਿਹੜਾ ਉਹਨਾਂ ਨੇ ਬਾਰ-ਬਾਰ ਵਰਤਿਆ, ਉਹਦੇ ਨਾਂ ਵੈਸੇ ਕਈ ਨੇ। ਉਹਨਾਂ ਨੇ ਕਿਹਾ ਕਿ ਭਾਈ ਜਿਹੜੇ ਬਿਨਾਂ ਲੋੜ ਤੋਂ, ਬਿਨਾਂ ਡਾਕਟਰ ਦੀ ਸਲਾਹ ਤੋਂ ਸਟੀਰੋਇਡ ਦਾ ਸੇਵਨ ਜਿਹੜਾ ਉਹ ਸਭ ਤੋਂ ਵੱਧ ਖਤਰਨਾਕ ਹੈ। ਉਹ ਤੁਹਾਡੇ ਸਰੀਰ ਦੇ ਅੰਦਰ ਜਿਹੜੀ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ ਹੈ ਉਹਨੂੰ ਘਟਾਉਂਦਾ ਹੈ। ਤੁਹਾਡੇ ਬਹੁਤ ਸਾਰੇ ਆਰਗਨ ਆ ਜਿਨ੍ਹਾਂ ਦੇ ਉੱਤੇ ਉਹ ਮਾੜਾ ਪ੍ਰਭਾਵ ਪਾਉਂਦਾ, ਅੰਗ ਜਿਹੜੇ ਤੁਹਾਡੇ ਆ ਸਰੀਰ ਦੇ ਅੰਦਰ। ਇਸ ਕਰਕੇ ਆ ਜਿਹੜੀ ਉੱਲੀ ਵਾਲਾ ਮਸਲਾ ਜਾਂ ਬਲੈਕ ਫੰਗਸ ਵਾਲਾ ਮਸਲਾ, ਉਹਨਾਂ ਨੂੰ ਬਹੁਤ ਛੇਤੀ ਨੱਪਦਾ ਜਿਹੜੇ ਬੇਲੋੜਾ ਬਿਨਾਂ ਡਾਕਟਰ ਦੀ ਸਲਾਹ ਤੋਂ ਸਟੀਰੋਇਡ ਦੀ ਵਰਤੋਂ ਕਰਦੇ ਆ। ਹੁਣ ਕਰੋਨਾ ਕਾਲ ਹੈ, ਸਟੀਰੋਇਡ ਦੇਣਾ ਪੈਂਦਾ, ਪਰ ਕੌਣ ਦਿੰਦਾ, ਕਿਹਨੂੰ ਦਿੰਦਾ, ਕਿਸ ਲਈ ਦੇਣਾ ਚਾਹੀਦਾ, ਕਿੰਨਾ ਦੇਣਾ ਚਾਹੀਦਾ, ਜੇ ਉਹਦਾ ਧਿਆਨ ਨਹੀਂ ਰੱਖਾਂਗੇ। ਇਸ ਕਰਕੇ ਬਹੁਤ ਜ਼ਰੂਰੀ ਹੈ, ਜਿਹੜਾ ਬੰਦਾ ਕਿਸੇ ਵੀ ਬਿਮਾਰੀ ਦਾ ਸ਼ਿਕਾਰ ਹੈ ਜਾਂ ਕੋਵਿਡ ਦੀ ਬਿਮਾਰੀ ਤੋਂ ਸਿਹਤਯਾਬ ਹੋ ਕੇ ਆਇਆ, ਬਹੁਤ ਧਿਆਨ ਦੇ ਨਾਲ ਮਿੱਟੀ ਤੋਂ ਥੋੜ੍ਹਾ ਜਿਹਾ ਬਚ ਕੇ ਰਹੇ, ਮਾਸਕ ਲਾ ਕੇ ਰੱਖੇ, ਕੋਸ਼ਿਸ਼ ਕਰੇ ਕਿ ਘਰ ਦੇ ਅੰਦਰ ਰਹਿਣਾ। 2-3 ਮਹੀਨੇ ਦੀ ਗੱਲ ਹੈ, ਫਿਰ ਠੀਕ ਹੋ ਜੂ। ਬਿਲਕੁਲ ਸਹੀ। ਵੈਸੇ ਆ ਸਟੀਰੋਇਡ ਦੀ ਤੁਸੀਂ ਗੱਲ ਕੀਤੀ ਬਾਠ ਸਾਹਿਬ, ਹੋ ਸਕਦਾ ਅੱਜ ਕੱਲ੍ਹ ਲੋਕਾਂ ਨੇ ਨਾਂ ਨਵਾਂ ਸੁਣਿਆ ਹੋਵੇ ਸਟੀਰੋਇਡ, ਪਰ ਸਟੀਰੋਇਡ ਆਮ ਪਿੰਡਾਂ ਦੇ ਵਿੱਚ ਜਿਹੜੇ ਆਪਣੇ, ਜਦੋਂ ਆਪਾਂ ਸਭ ਤੋਂ ਪਹਿਲਾਂ ਜਿਸ ਡਾਕਟਰ ਕੋਲ ਪਹੁੰਚਦੇ ਹਾਂ, ਉਹ ਜਿਹੜੀਆਂ 4 ਗੋਲੀਆਂ ਗਿਣ ਕੇ ਦਿੰਦਾ, ਉਹਨਾਂ 'ਚ ਵੀ ਇੱਕ ਸਟੀਰੋਇਡ ਹੁੰਦਾ। ਮਤਲਬ ਨੁਸਖੇ ਕੀ ਹੈ? ਨੁਸਖੇ 5-4 ਹੀ ਨੇ ਐਲੋਪੈਥੀ ਵਾਲੇ। ਮੈਂ ਤੁਸੀਂ ਕਹਿਣਾ ਵੀ ਯਾਰ ਹੁਣ ਇਹ ਵੀ ਤਜਰਬਾ ਹਾਸਲ ਕੀਤਾ। ਦੇਖੋ, ਜੇ ਲੀਡਰ ਬਣਨਾ ਹਰ ਤਰ੍ਹਾਂ ਦਾ ਤਜਰਬਾ ਹੋਣਾ ਚਾਹੀਦਾ।
ਡਾਕਟਰ ਕੋਲ ਜਾਓ, ਉਹਨੇ ਇੱਕ ਪੇਨ ਕਿਲਰ ਦੇਣੀ ਹੈ, ਉਹਦੇ ਨਾਲ ਕੀ ਹੈ ਵੀ ਜੇ ਬੰਦੇ ਦਾ ਦਰਦ ਹੋਣ ਡਈ ਤੇ ਇੱਕ ਹਟ ਜਾਣੀ, ਉਹਨੇ ਹੁਣ ਮੈਂ ਠੀਕ ਹੀ ਥੋੜ੍ਹਾ ਜਿਹਾ, ਉਹ ਨੁਕਸ ਭਾਵੇਂ ਉੱਦਾਂ ਹੀ ਹੋਵੇ ਪਰ ਪੇਨ ਹੋਣੋਂ ਹਟ ਗਈ। ਦੂਜੀ ਉਹਨੇ ਹੈ ਵੀ ਆਹ ਜਿਹੜੀ ਚੀਜ਼ ਇਹ ਤਾਕਤ ਦੀ ਆ, ਜਦੋਂ ਤਾਕਤ ਥੋੜ੍ਹੀ ਜਿਹੀ ਆਈ ਭਾਵੇਂ ਕਿਤੇ ਨਹੀਂ ਅੱਗੇ ਨੂੰ ਹੁਣ ਦਰਦ ਘਟੀਏ, ਅੱਗੇ ਨੂੰ ਬੰਦਾ ਉੱਠ ਕੇ ਤੁਰਿਆ ਵੀ ਆ। ਅਗਲੀ ਚੀਜ਼ ਉਹਨੇ ਦੇਣੀ, ਉਹਨੇ ਦੇਣਾ ਐਂਟੀਬਾਇਓਟਿਕ ਵੀ ਜੇ ਮੰਨ ਲਓ ਇਨਫੈਕਸ਼ਨ ਆ ਤੇ ਉਹਦੇ ਲਈ ਕੋਈ ਨਾ ਕੋਈ, ਹਾਂ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਹੁਣ ਫਰਕ ਹੀ, ਇੱਕ ਉਹਦੇ ਵਿੱਚ ਆ ਗਿਆ ਸਟੀਰਾਇਡ। ਤੇ ਜੇ ਮੰਨ ਲਓ ਅਗਲੇ ਨੇ ਆਖਿਆ ਵੀ ਹੁਣ ਆਹ ਜਿਹੜੀ ਚੀਜ਼ ਨਾ ਥੋੜ੍ਹਾ ਜਿਹਾ ਡਾਕਟਰ ਸਾਹਿਬ ਪਤਾ ਨਹੀਂ ਭੁੱਖ ਭੱਖ ਲੈਂਦੀ, ਉਹਦੇ 'ਚ ਇੱਕ ਦੂਜੀ ਗੋਲੀ ਪਾ ਨਹੀਂ, ਵਾਲ ਥੋੜ੍ਹੀ ਜਿਹੀ ਹੁਣ ਭੁੱਖ ਵੀ ਲੱਗੂ। ਗੋਲੀਆਂ ਦਾ ਸੈੱਟ ਉਹੀ ਹੈ ਪੰਜਾਂ ਚੌਂ ਦਾ, ਜਿਹੜਾ ਵੱਖ-ਵੱਖ ਕੰਪਨੀਆਂ ਦੇ ਨਾਂ ਦੇ ਉੱਪਰ ਇੱਧਰੋਂ ਉੱਧਰੋਂ ਆਪਾਂ ਨੂੰ ਅਵੇਲੇਬਲ ਕਰਾਇਆ ਜਾਂਦਾ। ਮੁਸ਼ਕਲ ਸਿਰਫ ਇਹ ਆ ਵੀ ਨਾ ਤਾਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਖਾਣੀ ਕਿੰਨੀ ਕੁ ਚੰਗੀ ਆਪਣੇ ਲਈ, ਤੇ ਨਾ ਆਪਾਂ ਨੂੰ ਇਹੋ ਹੀ ਲੱਗਦਾ ਵੀ ਯਾਰ ਜੇ ਮੈਂ ਇਹਦੇ ਤੇ ਲੱਗ ਗਿਆ, ਜਿੱਦਾਂ ਕਿ ਹੁਣ ਅੱਜ ਕੱਲ੍ਹ ਆਪਾਂ ਜੇ ਗੱਲ ਕਰੀਏ ਪੰਜਾਬ 'ਚ ਆਪਣੇ ਆਮ ਘਰਾਂ ਦੇ ਵਿੱਚ ਬੰਦੇ ਜ਼ਰੂਰ ਹੈਗੇ ਜਿਹੜੇ ਜੇ 3 ਟਾਈਮ ਰੋਟੀ ਖਾਣੀ ਤੇ 4 ਟਾਈਮ ਦਵਾਈ ਖਾਣੀ ਜੀ। ਹੁਣ ਉਹ ਕਾਹਦੀ ਦਵਾਈ ਆ ਤੇ ਕਿਉਂ ਆਪਾਂ ਉੱਤੇ ਲੱਗ ਗਏ ਕਦੀ ਸਵਾਲ ਨਹੀਂ ਕੀਤਾ, ਪਰ ਇਹ ਆਦਤਾਂ ਮਾੜੀਆਂ ਜਿਹੜੀਆਂ ਆਪਾਂ ਪਾ ਲਈਆਂ। ਇਹ ਸੰਧਾਲੀਆ ਸਾਹਿਬ ਇੱਕ ਗੋਲੀ ਤੁਸੀਂ ਛੱਡ ਗਏ ਕਿ ਉਹ 4 ਗੋਲੀਆਂ ਖਾਣ ਨਾਲ ਗੈਸ ਹੋਣੀ ਆ, ਇੱਕ ਗੋਲੀ ਗੈਸ ਦੀ ਨਾਲ ਪਹਿਲਾਂ ਹੀ ਪਾ ਦੇਣੀ ਆ ਵੀ ਜੇ ਇੰਨਾ ਕੁਝ ਖਾਣ ਤੋਂ ਬਾਅਦ ਲੱਗੇ ਨਾ ਵੀ ਮਤਲਬ ਹੁਣ ਵੱਤ ਜੇ ਆਉਂਦੇ ਆ ਵੀ ਜਿੱਦਾਂ ਐਂ ਲੱਗਦਾ ਵੀ ਸਾਰਾ ਕੁਝ ਨਿਕਲ ਜਾਣਾ ਦਾ, ਫਿਰ ਆਹ ਖਾ ਲੈਣੀ ਫਿਰ ਉਹ ਵੀ ਆਹ ਗੋਲੀ ਜਿਹੜੀ ਆ ਨਾ, ਇਹ ਸਾਰੀਆਂ ਗੋਲੀਆਂ ਤੋਂ ਰੋਟੀ ਤੋਂ ਪਹਿਲਾਂ ਇਹ ਖਾ ਲੈਣੀ ਆ, ਰੋਟੀ ਖਾ ਕੇ ਬਾਕੀ 4 ਦਾ ਫੱਕਾ ਮਾਰ ਲੈਣਾ। ਹੁਣ ਸੰਧਾਲੀਆ ਸਾਹਿਬ ਗੱਲ ਠੀਕ ਹੈ, ਦੇਖੋ ਗੱਲ ਤਾਂ ਉੱਥੇ ਹੀ ਆਉਂਦੀ ਹੈ, ਅਸੀਂ ਸਰਕਾਰਾਂ ਨੂੰ ਮਾੜਾ ਨਹੀਂ ਕਹਿਣਾ ਚਾਹੁੰਦੇ, ਪਰ ਲੋਕ ਮਜਬੂਰ ਨੇ। ਜਦੋਂ ਪਿਛਲੇ ਸਮੇਂ ਦੇ ਵਿੱਚ ਸਾਡੇ ਮੰਤਰੀ, ਸਾਡੀਆਂ ਸਰਕਾਰਾਂ ਇੱਥੋਂ ਤੱਕ ਆ ਗਈਆਂ ਸੀ ਕਿ ਭਾਈ ਆ ਜਿਹੜੇ ਪਿੰਡਾਂ ਦੇ ਵਿੱਚ ਡਾਕਟਰ ਨੇ ਜਿਹੜੇ ਬਹੁਤ ਜ਼ਿਆਦਾ ਕੁਆਲੀਫਾਈਡ ਨਹੀਂ, ਜੇ ਸਰਕਾਰੀ ਹਸਪਤਾਲ 'ਚ ਪੂਰੇ ਡਾਕਟਰ ਨਹੀਂ, ਪ੍ਰਾਈਵੇਟ ਹਸਪਤਾਲ 'ਚ ਬੰਦਾ ਜਾ ਨਹੀਂ ਸਕਦਾ, ਫਿਰ ਉਹਨਾਂ ਦੇ ਕੋਲ ਹੀ ਰਹਿਣਾ ਪਊਗਾ। ਉਹ ਫਿਰ ਆਪਣੀ ਬੁੱਧੀ ਤੇ ਵਿਵੇਕ ਦੇ ਮੁਤਾਬਕ ਤੁਹਾਨੂੰ ਦਵਾਈ ਦੇ ਦੇਣਗੇ। ਪਰ ਇੰਨੀ ਗੱਲ ਹੈ ਕਿ ਬਚਣਾ ਚਾਹੀਦਾ, ਜ਼ਿੰਦਗੀ ਹੈਗੀ ਆ ਤਾਂ ਸੁੱਖ ਆਰਾਮ ਭਵਿੱਖ 'ਚ ਮਿਲ ਜਾਣਗੇ, ਮੰਜ਼ਲਾਂ ਤੈਅ ਹੋ ਜਾਣਗੀਆਂ, ਪਰ ਜੇ ਆਪਾਂ ਸ਼ੁਰੂ ਦੇ ਵਿੱਚ ਹੀ ਡਿੱਗ ਪਿਆ ਔਖਾ ਹੋ ਜੂ। ਨਹੀਂ, ਇਹਦੇ 'ਚ ਮੈਂ ਇੱਕ ਚੀਜ਼ ਐਡ ਕਰਾਂ, ਅੱਗੇ ਵੀ ਆਪਾਂ ਜਦੋਂ ਕਿਤੇ ਗੱਲ ਕਰੀਏ ਪਿੰਡਾਂ ਵਾਲੇ ਡਾਕਟਰਾਂ ਦੀ, ਕਈ ਵੀਰ ਇਤਰਾਜ਼ ਕਰਦੇ ਆ ਵੀ ਯਾਰ ਤੁਸੀਂ ਐਂ ਕਿਉਂ ਕਹਿੰਦੇ ਹੋ। ਮੈਂ ਕਹਿੰਦਾ ਜੀ ਅਸੀਂ ਬਿਲਕੁਲ ਨਹੀਂ ਕਹਿੰਦੇ, ਜਿਹੜੇ ਬੰਦੇ ਨੇ ਰੁਜ਼ਗਾਰ ਚਲਾਇਆ, ਜਿਹੜਾ ਬੰਦਾ ਉੱਥੇ ਪਿੰਡ ਦੇ ਵਿੱਚ ਹੈ ਜਾਂ ਪਿੰਡ 'ਚ 2-4 ਡਾਕਟਰ ਨੇ ਇਸ ਤਰ੍ਹਾਂ ਦੇ, ਇੱਕ ਤਰ੍ਹਾਂ ਦਾ ਉਹ ਪਿੰਡ ਚੱਲਣੀ ਉਹਨਾਂ ਦੇ ਸਿਰ ਤੇ ਡਿਆ। ਹੁਣ ਕਿਉਂਕਿ ਆ ਜਿਹੜੀਆਂ ਗੋਲੀਆਂ ਭੰਗਣਾਈਆਂ ਇਹ ਜੈਨਰਿਕ ਵੀ ਆਉਂਦੀਆਂ ਤੇ ਵੱਡੇ ਵਾਲੇ ਹਸਪਤਾਲ 'ਚ ਵੀ ਆਉਂਦੀਆਂ, ਮਤਲਬ ਇਹ ਉਹ ਦਵਾਈਆਂ ਵੀ ਹੋ ਸਕਦੀਆਂ ਜਿਹੜੀਆਂ 10 'ਚ ਸਰ ਜਾਣ, ਤੇ ਉਹ ਦਵਾਈ ਵੀ ਹੋ ਸਕਦੀ ਜੇ ਹਸਪਤਾਲ ਜਾ ਕੇ ਤੁਸੀਂ 2 ਰਾਤਾਂ ਰਹਿ ਲਓ ਤੇ 10,000 ਲਵਾ ਕੇ ਵੀ ਦਵਾਈ ਉਹੀ ਹੋਣੀ ਹੈ ਨਾ। ਹੁਣ ਜੇ ਉੱਥੇ ਹੱਲ ਹੋ ਜਾਂਦਾ, ਬੰਦੇ ਦੀ ਜ਼ਿੰਦਗੀ ਚੱਲੀ ਜਾਂਦੀ ਹੈ, ਤੇ ਹੋਰ ਕੀ ਚਾਹੀਦਾ। ਕਿਉਂਕਿ ਜਿਹੜੇ ਤੁਸੀਂ ਹਸਪਤਾਲ ਸਾਡੇ ਵਾਲੇ ਪਾਸਿਓਂ ਲੱਭਦੇ ਹੋ, ਇਸ ਤੋਂ ਤੁਹਾਨੂੰ ਬਣਾ ਕੇ ਦਈਏ ਸਰਕਾਰੀ, ਉਹ ਤਾਂ ਜੇ ਨਹੀਂ ਗੱਲ ਤਾਂ ਮੁਸ਼ਕਿਲ ਵਾਲੀ ਹੈ। ਚਲੋ ਹਸਪਤਾਲ ਤੁਸੀਂ ਨਾ ਬਣਾਓ, ਪੈਰੋਲ ਤਾਂ ਦੇ ਹੀ ਦਿੰਦੇ ਹੋ। ਪੈਰੋਲ ਵਾਲੀ ਗੱਲ ਯਾਰ, ਉਹ ਬੜਾ ਰੌਲਾ ਪਿਆ ਹੈ ਨਾ ਇਸ ਚੀਜ਼ ਦਾ। ਦੇਖੋ ਕਾਰਨ ਹੈ WhatsApp, ਚਲੋ ਜੇ ਤੁਸੀਂ ਚਰਚਾ ਛੇੜ ਹੀ ਲਈ ਹੈ ਤੇ ਆਪਾਂ ਉਹ ਵੀ ਗੱਲ ਕਰ ਲਈਏ। ਉਹ ਮੈਨੂੰ ਐਂ ਲੱਗਦਾ ਹੈ ਕਿ ਵੀ ਉਹ ਚੀਜ਼ ਇੱਕ ਐਂਗਲ ਤੋਂ ਨਹੀਂ, ਉਹਨੂੰ ਕਈਆਂ ਐਂਗਲਾਂ ਤੋਂ ਵੇਖਣ ਦੀ ਲੋੜ ਹੈ। ਹੁਣ ਉਹਦੇ 'ਚੋਂ ਸਹੀ ਐਂਗਲ ਕਿਹੜਾ, ਗਲਤ ਐਂਗਲ ਕਿਹੜਾ, ਇਹਦੇ 'ਚ ਆਪਾਂ ਨਹੀਂ ਪੈਂਦੇ। ਆਪਾਂ ਜਿੰਨੀਆਂ ਚਰਚਾਵਾਂ ਨੇ, ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ, ਜਿੰਨੇ ਮੂੰਹਾਂ 'ਚੋਂ ਜਿੰਨੀਆਂ ਗੱਲਾਂ ਹੋ ਰਹੀਆਂ ਵੱਖ-ਵੱਖ ਐਂਗਲਾਂ ਤੋਂ, ਮੈਨੂੰ ਲੱਗਦਾ ਵੀ ਆਪਾਂ ਉਹ ਅੱਜ ਵਿਚਾਰ ਲਈਏ ਪਰਿਵਾਰ ਦੇ ਮੈਂਬਰਾਂ ਨਾਲ। ਬਾਕੀ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂ ਕਿ ਉਹਨਾਂ 'ਚੋਂ ਕਿਹੜੀ ਗੱਲ ਸੱਚੀ ਸੀ, ਕਿਹੜੀ ਝੂਠੀ ਸੀ। ਇਹ ਗੱਲ ਸੰਧਾਲੀਆ ਸਾਹਿਬ ਠੀਕ ਹੈ। ਦੇਖੋ ਇੱਕ ਤਾਂ ਮੰਨਣੀ ਪਊ ਕਿ ਜਿਹੜੇ ਜੇਲਰ ਸਾਹਿਬ ਹੁੰਦੇ ਆ, ਜਿਹੜੇ ਜੇਲ੍ਹ ਦੇ ਮੁਖੀ ਹੁੰਦੇ ਆ, ਉਹਨਾਂ ਦੇ ਕੋਲ ਵੀ ਕਈ ਅਧਿਕਾਰ ਆ, ਸਰਕਾਰਾਂ ਦੇ ਕੋਲੇ ਅਧਿਕਾਰ ਆ, ਜੱਜ ਸਾਹਿਬ ਦੇ ਕੋਲੇ ਤਾਂ ਅਧਿਕਾਰ ਹੁੰਦੇ ਹੀ ਆ। ਹੁਣ ਸਭ ਤੋਂ ਵੱਡਾ ਸਵਾਲ ਦੇਖੋ, ਗੁਰਮੀਤ ਰਾਮ ਰਹੀਮ ਦੀ ਮਾਤਾ ਬਿਮਾਰ, ਕਸੂਰ ਗੁਰਮੀਤ ਰਾਮ ਰਹੀਮ ਦਾ ਹੋਊਗਾ, ਮਾਤਾ ਦਾ ਤਾਂ ਕੋਈ ਕਸੂਰ ਨਹੀਂ ਕਿਸੇ ਵੀ ਮਸਲੇ 'ਚ। ਅਪਰਾਧੀ ਗੁਰਮੀਤ ਰਾਮ ਰਹੀਮ ਆ, ਉਹਦੀ ਮਾਤਾ ਨਹੀਂ। ਸੰਵੇਦਨਾ ਦੇ ਆਧਾਰ ਦੇ ਉੱਤੇ ਚਲੋ ਠੀਕ ਹੈ ਕਿ ਭਾਈ ਉਹਨੇ ਆਪਣੀ ਮਾਤਾ ਨੂੰ ਦੇਖਣਾ, ਅਤਾ ਪਤਾ ਲੈਣਾ, ਸੁੱਖ ਸਾਂਦ ਪੁੱਛਣੀ ਹੈ, ਰਾਜੀ ਖੁਸ਼ੀ ਕਰਨਾ, ਪੈਰੋਲ ਦੇ ਦਿੱਤੀ। ਬਹੁਤ ਸਾਰੇ ਕੈਦੀ ਹੈ ਜਿਨ੍ਹਾਂ ਨੂੰ ਪੈਰੋਲ ਮਿਲਦੀ ਹੈ। ਸੰਜੇ ਦੱਤ ਨੂੰ ਬੜੀ ਪੈਰੋਲ ਮਿਲਦੀ ਹੁੰਦੀ ਸੀ, ਹੋਰ ਵੀ ਬੜੇ ਬੰਦੇ ਆ ਜਾਂਦੇ ਆ ਪੈਰੋਲ ਦੇ ਉੱਤੇ। ਕਈ ਵਾਰੀ ਹੁੰਦਾ ਕਿ 10 ਪੈਰੋਲ ਦੇ ਉੱਤੇ ਆਏ ਹੋਏ ਕੈਦੀ ਵਾਪਸੀ ਨਹੀਂ ਗਏ ਜਾਂ ਲੇਟ ਗਏ, ਕਈ ਕੁਛ ਹੁੰਦਾ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਬੰਦੇ ਨੂੰ ਭਾਰਤ ਦੇ ਵਿੱਚ ਕੈਦੀ ਨੂੰ ਜਿਹਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪੈਰੋਲ ਦਿੱਤੀ ਹੋਵੇ, ਪਹਿਲੀ ਵਾਰ ਨਹੀਂ ਹੋਇਆ। ਪਰ ਰੌਲਾ ਕਿਉਂ ਪੈ ਰਿਹਾ, ਰੀਜ਼ਨ, ਕਾਰਨ ਪਿੱਛੇ ਕੀ ਹੈ? ਤੁਸੀਂ ਸਿਆਸੀ ਕਾਰਨ ਨਾਲ ਜਾਣਾ, ਪਰ ਮੈਂ ਪਹਿਲਾਂ 2-3 ਚੀਜ਼ਾਂ ਹੋਰ ਕਲੀਅਰ ਕਰਦਾ। ਜਿਸ ਦਿਨ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਸੀ ਪੰਚਕੂਲੇ ਵਾਲੀ ਅਦਾਲਤ ਦੇ ਵਿੱਚ, ਉਦੋਂ ਆਪਾਂ ਸਾਰਿਆਂ ਨੂੰ ਪਤਾ ਕਿ ਗੁਰਮੀਤ ਰਾਮ ਰਹੀਮ ਦੀਆਂ ਸੈਂਕੜੇ ਗੱਡੀਆਂ ਦਾ ਕਾਫਲਾ ਜਿਹੜਾ ਹੈ, ਉਹਦੇ ਪਹੁੰਚਣ ਤੋਂ ਪਹਿਲਾਂ ਪੰਚਕੂਲੇ ਦੇ ਵਿੱਚ ਕਿੰਨੇ ਉਹਨਾਂ ਦੇ ਭਗਤ ਪਹੁੰਚੇ ਹੋ ਸੀਗੇ। ਤਾਂ ਜਿਹੜੇ ਭਗਤਾਂ ਨੂੰ ਅਦਾਲਤ ਵੀ ਕਹਿੰਦੀ ਰਹੀ, ਪ੍ਰਸ਼ਾਸਨ ਵੀ ਕਹਿੰਦਾ ਰਿਹਾ, ਪਰ ਉੱਥੋਂ ਹਟੇ ਨਹੀਂ। ਇੱਕ ਵਿਸ਼ੇਸ਼ ਕਿਸਮ ਦੀ ਧਾਰਾ ਇੱਕ ਰਾਤ ਪਹਿਲਾਂ ਲਾਤੀ ਸੀ, ਪਰ ਉੱਥੋਂ ਗਏ ਨਹੀਂ। ਗੁਰਮੀਤ ਰਾਮ ਰਹੀਮ ਨੂੰ ਕਿਉਂ ਸੜਕੀ ਰਸਤੇ ਸੁਨਾਰੀਆ ਦੀ ਜੇਲ੍ਹ ਤੱਕ ਨਹੀਂ ਸੀ ਪਹੁੰਚਦਾ ਕੀਤਾ ਗਿਆ, ਹੈਲੀਕਾਪਟਰ ਤੇ ਕਿਉਂ ਲੈ ਕੇ ਗਏ ਸੀ? ਕਿਉਂਕਿ ਲੱਗਦਾ ਸੀ ਕਿ ਸੜਕੀ ਰਸਤੇ ਲੈ ਜਾਣਾ ਤੇ ਉਹ ਜਿਹੜੀ ਭੀੜ ਗੁਰਮੀਤ ਰਾਮ ਰਹੀਮ ਦੇ ਡੇਰਾ ਸਿਰਸਾ ਦੇ ਮੁਖੀ ਦੇ ਸੌਦਾ ਸਾਧ ਦੇ ਪੱਖ ਦੇ ਵਿੱਚ ਖੜੀ ਹੈ, ਪਤਾ ਨਹੀਂ ਕੀ ਕਰਦਾ ਹੈ। ਜੇ ਉਦੋਂ ਇੰਨਾ ਖਤਰਾ ਸੀ ਕਿ ਸਰਕਾਰ ਨੇ ਆਪ ਦਾ ਤੇਲ ਬਾਲ ਕੇ, ਤੇਲ ਫੂਕ ਕੇ ਉਹਨੂੰ ਹੈਲੀਕਾਪਟਰ ਤੇ ਲੈ ਕੇ ਗਿਆ, ਤੇ ਉਸੇ ਹੈਲੀਕਾਪਟਰ ਦੇ ਵਿੱਚ ਨਾਲ ਦੀ ਸੀਟ ਤੇ ਬੈਠੀ ਹਨੀਪ੍ਰੀਤ ਜਦੋਂ ਚਾਕਲੇਟ ਖੋਲ ਕੇ ਖਵਾਈ ਜਾਂਦੀ ਸੀ।
ਹੁਣ ਉਹਦੇ ਤੋਂ ਬਾਅਦ ਉਸੇ ਗੁਰਮੀਤ ਰਾਮ ਰਹੀਮ ਨੂੰ ਜਦੋਂ ਪੈਰੋਲ ਦਿੱਤੀ ਗਈ ਹੈ ਤਾਂ ਪਤਾ ਸਾਰਿਆਂ ਨੂੰ ਪਹਿਲਾਂ ਲੱਗ ਗਿਆ ਸੀ ਰੌਲਾ ਵੀ ਪੈ ਸਕਦਾ ਸੀ, ਉਹਦੇ ਪੈਰੋਕਾਰ ਉੱਥੇ ਇਕੱਠੇ ਵੀ ਹੋ ਸਕਦੇ ਸੀ। ਦੂਸਰੀ ਗੱਲ ਕਿ ਇਸ ਵੇਲੇ ਸਭ ਤੋਂ ਵੱਡਾ ਮਸਲਾ ਜਿਹੜਾ ਪੈਦਾ ਹੋਇਆ ਕਿ ਕੀ ਇਸ ਆਧਾਰ ਦੇ ਉੱਤੇ ਜਿਹੜਾ ਵੀ ਕੈਦੀ ਕੋਈ ਬੇਨਤੀ ਪੱਤਰ ਦਿੰਦਾ ਹੈ ਉਹਨੂੰ ਜਾਣ ਦਿੱਤਾ ਜਾਂਦਾ ਹੈ, ਉਹਨੂੰ ਪੈਰੋਲ ਮਿਲਦੀ ਹੈ। ਤੇ ਕੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਇੰਨੀ ਜ਼ਰੂਰੀ ਸੀ? ਉਹਨੇ ਕਿਹੜਾ ਪੈਰੋਲ ਪਹਿਲੀ ਵਾਰੀ ਮੰਗੀ? ਕਦੇ ਉਹਨੇ ਕਣਕ ਵੱਢਣੀ ਹੁੰਦੀ ਹੈ, ਕਦੇ ਉਹਨੇ ਆਪਣੇ ਕਿਸੇ ਜਿਹੜਾ ਪੈਰੋਕਾਰ ਹੈ ਉਹਦੀ ਕੁੜੀ ਦੇ ਵਿਆਹ ਤੇ ਜਾਣਾ ਹੁੰਦਾ ਕਿ ਭਾਈ ਉਹਦੀ ਕੁੜੀ ਤਾਂ ਮੈਨੂੰ ਪਿਤਾ ਜੀ ਕਹਿੰਦੀ ਹੈ ਤੇ ਮੇਰੇ ਤੋਂ ਬਿਨਾਂ ਤਾਂ ਉਹਦਾ ਫਿਰ ਵਿਆਹ ਵਾਲਾ ਕੰਮ ਸੰਪੰਨ ਨਹੀਂ ਹੋਣਾ। ਇੱਕ ਵਾਰ ਨਹੀਂ, ਬਾਰ-ਬਾਰ ਬੇਨਤੀਆਂ ਕੀਤੀਆਂ ਸੀ। ਹੁਣ ਕਿਤੇ ਨਾ ਕਿਤੇ ਇਹ ਜਾਪ ਰਿਹਾ ਕਿ ਪਹਿਲਾਂ ਇੱਕ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਹੈ, ਉਹਦਾ ਰੌਲਾ ਪੈਂਦਾ, ਬੰਦਾ ਫੜਿਆ ਜਾਂਦਾ ਹੈ, ਉਹਦੇ ਤੋਂ ਪਹਿਲਾਂ SIT ਦੀ ਰਿਪੋਰਟ ਰੱਦ ਹੁੰਦੀ ਹੈ, ਉਹਦੇ ਤੋਂ ਤੁਰੰਤ ਬਾਅਦ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਕਿ ਇਹਦੇ ਅਰਥ ਕਿਤੇ ਕੁਝ ਹੋਰ ਤਾਂ ਨਹੀਂ? ਨਹੀਂ, ਇਹਦੇ ਤੋਂ ਬਾਅਦ ਇੱਕ ਅਗਲੇ ਐਪੀਸੋਡ ਵੀ ਆਪਾਂ ਜ਼ਿਕਰ ਕਰ ਦਈਏ। ਵਿਜੇ ਸਾਂਪਲਾ ਸਾਹਿਬ BJP ਦੇ ਲੀਡਰ ਨੇ, ਇਸ ਵਕਤ ਪੰਜਾਬ ਦੇ ਵਿੱਚ ਉਹਨਾਂ ਨੂੰ ਵੀ ਸਰਗਰਮੀ ਕਰਨ ਦੇ ਲਈ ਕਿਹਾ ਗਿਆ ਤੇ ਉਹਨਾਂ ਨੇ ਜਿਸ ਹਿਸਾਬ ਨਾਲ ਉਹ ਗੁਰਮੇਲ ਸਿੰਘ ਆ, ਉਹ ਪਾਠੀ ਦਾ ਨਾਂ ਜਿਹਦਾ, ਉਹਦੇ ਹੱਕ ਦੇ ਵਿੱਚ ਆ ਕੇ ਗੱਲ ਕੀਤੀ ਹੈ ਵੀ ਭਾਈ ਸਾਹਿਬ ਉਹਦੇ ਖਿਲਾਫ ਜਿਵੇਂ ਦਾ ਕੇਸ ਬਣਾਇਆ ਗਿਆ ਉਹ ਠੀਕ ਨਹੀਂ। ਦੂਜੀ ਗੱਲ ਉਹ ਕਹਿੰਦੇ ਵੀ ਕੀ ਗੁਰਮੀਤ ਰਾਮ ਰਹੀਮ ਦਾ ਜ਼ਿਕਰ ਪਹਿਲੀ ਵਾਰ ਹੋਇਆ? ਦੂਜੀ ਗੱਲ ਇਹ ਕਿ ਵੀ ਜੇ ਮਾਫੀ ਦੀ ਗੱਲ ਹੈ ਵੀ ਉਹਨੇ ਕਿਹਾ ਵੀ ਹਾਂਜੀ ਉਹਨੂੰ ਰਿਹਾ ਕੀਤਾ ਜਾਵੇ, ਉਹਨੇ ਵੀ ਤੇ ਇਹੋ ਕਿਹਾ, ਤੇ ਜਿਨ੍ਹਾਂ ਨੇ ਉਦੋਂ ਮਾਫੀ ਦਿੱਤੀ ਸੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਅਜੇ ਤੱਕ ਕੁਝ ਹੋ ਰਿਹਾ? ਹੁਣ ਅਚਾਨਕ ਤੋਂ ਇੱਕ ਬੰਦੇ ਦਾ, ਹੁਣ ਦੇਖੋ ਦੇਖਣ ਨੂੰ ਤਾਂ ਇਹੀ ਲੱਗਦਾ ਵੀ ਉਹ ਬੰਦਾ ਕਹਿੰਦੇ ਜੀ ਠੀਕ ਨਹੀਂ ਦਿਮਾਗੀ ਤੌਰ ਤੇ ਇੱਦਾਂ ਉੱਦਾਂ ਹੈ ਨਾ, ਉਹਨੇ ਅਰਦਾਸ ਕਰ ਦਿੱਤੀ ਜੀ, ਕਹਿਤਾ, ਪਰ ਜੇ ਉਹ ਅਰਦਾਸ ਹੋ ਗਈ ਸੀ, ਹੋਰ ਕੋਈ ਪੋਲੀਟੀਕਲ ਪਾਰਟੀ ਜੇ ਨਹੀਂ ਬੋਲੀ, ਅਚਾਨਕ ਤੋਂ BJP ਵਾਲੇ ਬੋਲੇ ਨੇ ਤੇ ਉਹਨਾਂ ਨੇ ਮੁੱਦੇ ਫਿਰ ਉਹੀ ਚੱਕ ਕੇ ਲਿਆਣ ਕੇ ਬੰਦਾ ਉਹੀ ਮਤਲਬ ਜਿਹੜਾ 2015 ਤੋਂ ਚੱਲਦਾ ਆ ਰਿਹਾ ਲੋਕਾਂ ਦੇ ਸਾਹਮਣੇ ਉਹੀ ਮੁੱਦਾ ਇੱਕ ਵਾਰ ਫਿਰ ਤੋਂ ਰੱਖ ਦਿੱਤਾ। ਇਹਦਾ ਮਤਲਬ ਕਿਤੇ ਨਾ ਕਿਤੇ ਤੇ ਕੋਈ ਲਿੰਕ ਜੁੜਦਾ ਹੀ ਹੈ ਜਾ ਕੇ। ਸੰਧਾਲੀਆ ਸਾਹਿਬ, ਇਹ ਬਹੁਤ ਗੰਭੀਰਤਾ ਦੇ ਨਾਲ ਵਾਚਣ ਵਾਲੀ ਗੱਲ ਹੈ ਕਿ ਇੱਕ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਹੈ ਤੇ ਅਰਦਾਸ ਦੇ ਵਿੱਚ 3-4 ਪੱਖ ਆਉਂਦੇ। ਕਈ ਵਾਰ ਗੱਲ ਹੋ ਚੁੱਕੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗਲਤ ਇਨਫੋਰਮੇਸ਼ਨ ਪ੍ਰਧਾਨ ਮੰਤਰੀ ਨੂੰ ਦਿੱਤੀ ਤਾਂ ਸਜ਼ਾ ਹੋਈ, ਜਿਹੜਾ ਕਿ ਪਾਖੀ ਗਲਤ ਹੈ। ਉਹਦੇ ਤੋਂ ਬਾਅਦ ਕਿ ਭਾਈ ਆਪਾਂ ਹੁਣ ਇੱਕ ਵਿਸ਼ੇਸ਼ ਭਾਈਚਾਰੇ ਦੇ ਵਿੱਚੋਂ ਬੰਦੇ ਨੂੰ ਮੁੱਖ ਮੰਤਰੀ ਬਣਾਉਣਾ। ਪਹਿਲੀ ਗੱਲ ਹੈ ਕਿ ਸਾਰਾ ਕੁਝ ਖੁੱਲ੍ਹਾ ਹੈ, ਕੋਈ ਵੀ ਬੰਦਾ ਮੁੱਖ ਮੰਤਰੀ ਪੰਜਾਬ ਦਾ ਬਣ ਸਕਦਾ ਹੈ ਜਿਹੜਾ ਕਿ ਉਹ ਸਾਰੀਆਂ ਸ਼ਰਤਾਂ ਯੋਗਤਾਵਾਂ ਪੂਰੀਆਂ ਕਰਦਾ ਹੋਵੇ। ਸਿਆਸੀ ਤੌਰ ਤੇ ਉਹਦੇ ਕੋਲੇ 59 MLAs ਦਾ ਸਮਰਥਨ ਚਾਹੀਦਾ। ਨਾਲੇ ਇਹ ਦੇਖੋ ਇਹਦੇ ਲਈ ਤਾਂ ਇਹ ਗੱਲ ਕਲੀਅਰ ਹੈ ਵੀ ਇਹਦੇ ਲਈ BJP ਜੇ ਆਖੇ ਵੀ ਅਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਹਾਂ, ਇਹ ਤਾਂ ਗੱਲ ਝੂਠੀ ਹੈ। ਉਹਨਾਂ ਦੀਆਂ ਨੁਮਾਇੰਦਾ ਜਮਾਤਾਂ ਆਲਰੇਡੀ ਬਥੇਰੀਆਂ ਹੈਗੀਆਂ। ਇੱਕ ਈਵਨ ਆਪਣੇ ਦੇਸ਼ ਦੇ ਵਿੱਚ ਇੱਕ ਬਹੁਤ ਵੱਡੀ ਪਾਰਟੀ ਹੈ ਜਿਹੜੀ ਕਹਿੰਦੀ ਵੀ ਅਸੀਂ ਉਹਨਾਂ ਦੀ ਨੁਮਾਇੰਦਾ ਜਮਾਤ ਹਾਂ। ਹੁਣ ਸੰਧਾਲੀਆ ਸਾਹਿਬ ਹੋਇਆ ਕੀ ਹੈ? ਅਚਾਨਕ ਜਦੋਂ ਉਹ ਪਾਠੀ ਸਿੰਘ ਨੂੰ ਜਾਂ ਉਹ ਪਿੰਡ ਦੇ ਸਰਪੰਚਣੀ ਦੇ ਘਰ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਕਿਉਂਕਿ ਗ੍ਰਿਫਤਾਰੀ ਦਾ ਸਭ ਤੋਂ ਵੱਡਾ ਕਾਰਨ ਇਹ ਨਹੀਂ ਕਿ ਕਿਸੇ ਖਾਸ ਵਿਅਕਤੀ ਵਿਸ਼ੇਸ਼ ਨੂੰ ਜਾਂ ਵਰਗ ਵਿਸ਼ੇਸ਼ ਦੇ ਕਿਸੇ ਬੰਦੇ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਨਾ, ਇਸ ਕਰਕੇ ਵੀ ਨਹੀਂ ਉਹਨੂੰ ਗ੍ਰਿਫਤਾਰ ਕੀਤਾ ਕਿ ਭਾਈ ਸੁਖਬੀਰ ਸਿੰਘ ਬਾਦਲ ਦਾ ਤੂੰ ਜ਼ਿਕਰ ਕੀਤਾ ਜਾਂ ਪ੍ਰਧਾਨ ਮੰਤਰੀ ਦਾ ਨਾ। ਸਭ ਤੋਂ ਵੱਡਾ ਮਸਲਾ ਇਹ ਸੀ ਕਿ ਜਿਸ ਡੇਰਾ ਮੁਖੀ ਨੂੰ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਸਿੱਖ ਪੰਥ ਦੇ ਵਿੱਚ ਨਹੀਂ ਹੋ ਸਕਦੀ, ਵਰਜਿਤ ਕੀਤੀ ਗਈ ਹੈ, ਉਹਨੂੰ ਗੁਰੂ ਘਰ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਗਈ ਤੇ ਇਹ ਕਿਹਾ ਗਿਆ ਕਿ ਭਾਈ ਉਹਦਾ ਕਸੂਰ ਕੋਈ ਨਹੀਂ। ਤੇ ਇਹਦੇ ਨਾਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ MSG 1, 2 ਪਤਾ ਨਹੀਂ ਕੀ ਉਹ ਫਿਲਮਾਂ ਦੇ ਮੁੱਦੇ ਦੇ ਉੱਤੇ ਕਿਸ ਤਰੀਕੇ ਸਿੱਖ ਜਥੇਬੰਦੀਆਂ ਤੇ ਡੇਰਿਆਂ ਦੇ ਪ੍ਰੇਮੀ ਆਮੋ ਸਾਹਮਣੇ ਹੁੰਦੇ ਰਹੇ, ਕਿੱਦਾਂ ਟਕਰਾਅ ਹੁੰਦਾ ਰਿਹਾ, ਕਿਸ ਤਰੀਕੇ ਬਹੁਤ ਸਾਰਾ ਭੈ ਭੀਤ ਕਰਨ ਵਾਲਾ ਵਾਤਾਵਰਣ ਬਣਿਆ ਰਿਹਾ। ਤੇ ਜਦੋਂ ਅਰਦਾਸ ਹੋ ਗਈ, ਅਰਦਾਸ ਦੀ ਵੀਡੀਓ ਬਣ ਗਈ, ਵੀਡੀਓ ਬਣ ਕੇ ਸਾਰੀ ਦੁਨੀਆ 'ਚ ਵਾਇਰਲ ਹੋ ਗਈ। ਪੰਜਾਬ ਤਾਂ ਇੱਕ ਵਾਰੀ ਫਿਰ ਬੜੇ ਖਤਰਨਾਕ ਮੋੜ ਦੇ ਉੱਤੇ ਖੜ ਗਿਆ ਸੀ। ਚਲੋ ਬੰਦਾ ਗ੍ਰਿਫਤਾਰ ਹੋ ਗਿਆ, ਅਦਾਲਤ ਦੇ ਵਿੱਚ ਜਾ ਕੇ ਉਹਨੇ ਕਿਹਾ ਕਿ ਮੈਨੂੰ ਕੁੱਟਿਆ ਮਾਰਿਆ ਗਿਆ, ਮੇਰੇ ਕਕਾਰ ਲਾਤੇ ਗਏ। ਉਹਨੇ ਇਹ ਵੀ ਕਿਹਾ ਕਿ ਭਾਈ ਵੱਖ-ਵੱਖ ਡੇਰਿਆਂ ਦੀ ਉਹਨੇ ਜੈ ਵੀ ਕੀਤੀ ਉੱਥੇ। ਉਹ ਕਹਿੰਦਾ ਮੈਂ ਅੱਜ ਵੀ ਉਸੇ ਗੱਲ ਤੇ ਖੜਾ ਕਿ ਗੁਰਮੀਤ ਰਾਮ ਰਹੀਮ ਹੋਰਾਂ ਨੇ ਕੋਈ ਗਲਤ ਨਹੀਂ ਕੀਤਾ। ਸਾਰੀਆਂ ਗੱਲਾਂ ਕਹਿਤੀਆਂ, ਪਰ ਅਚਾਨਕ ਜਿਹੜੇ ਬਿਆਨ ਆਉਂਦੇ ਆ ਉਹ ਬਿਆਨ, ਇੱਕ ਤੁਸੀਂ ਜ਼ਿਕਰ ਕਰ ਦਿੱਤਾ ਵਿਜੇ ਸਾਂਪਲਾ ਸਾਹਿਬ ਦਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨੇ, ਕੇਂਦਰ ਸਰਕਾਰ ਦੇ ਸਾਬਕਾ ਮਿਨਿਸਟਰ ਨੇ, ਇੱਥੋਂ ਤੱਕ ਕਿ ਹੁਸ਼ਿਆਰਪੁਰ ਲੋਕ ਸਭਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਤੇ ਅੱਜ ਕੱਲ੍ਹ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਹ ਮੁਖੀ ਵੀ ਨੇ। ਤੇ ਉਹ ਕਹਿੰਦੇ ਕਿ ਭਾਈ ਕਿਉਂ ਫੜਿਆ ਬੰਦਾ, ਰਿਪੋਰਟ ਚਾਹੀਦੀ ਹੈ ਕਿ ਉਹ ਬੰਦਾ ਅਰਦਾਸ ਵੀ ਨਹੀਂ ਕਰ ਸਕਦਾ, ਉਹਦੀ ਗਲਤੀ ਕੀ ਹੈ, ਉਹਨੂੰ ਚੱਕ ਕੇ ਅੰਦਰ ਕਿਉਂ ਦੇ ਦਿੱਤਾ, ਉਹਨੂੰ ਰਿਮਾਂਡ ਦੇ ਉੱਤੇ ਕਿਉਂ ਲਿਆ, ਇਹਦੇ ਵਿੱਚ ਗਲਤੀ ਕਿਹੜੀ ਹੈ। ਨਾਲ ਹੀ ਰਜੇਸ਼ ਬਾਘਾ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ, ਜਦੋਂ ਸੋਮ ਪ੍ਰਕਾਸ਼ ਕੈਂਥੁਰੀ MP ਬਣੇ ਆ ਤਾਂ ਉਹਨਾਂ ਨੇ ਫਗਵਾੜੇ ਵਾਲੀ ਸੀਟ ਖਾਲੀ ਕਰਤੀ ਸੀ ਜਿੱਥੋਂ ਅੱਜ ਕੱਲ੍ਹ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਬਲਵਿੰਦਰ ਸਿੰਘ ਹੋਰੀ। ਉਸ ਸੀਟ ਤੋਂ ਬਲਵਿੰਦਰ ਸਿੰਘ ਹੋਰਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸੀ ਰਜੇਸ਼ ਬਾਘਾ ਸਾਹਿਬ। ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਬਿਲਕੁਲ ਬਣਾਵਾਂਗੇ, ਕਿਉਂ ਨਹੀਂ, ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਮੁੱਖ ਮੰਤਰੀ ਬਣੂਗਾ, ਉਹ ਬੰਦੇ ਨੂੰ ਫੜ ਕੇ ਅੰਦਰ ਕਿਉਂ ਕੀਤਾ, ਗਲਤ ਕੀਤਾ ਗਿਆ।
ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਾਲੀ ਲੀਡਰਸ਼ਿਪ, ਪਹਿਲਾਂ ਚੁੱਗ ਸਾਹਿਬ ਨੇ ਵੀ ਕਹਿ ਚੁੱਕੇ ਆ, ਪੰਜਾਬ ਵਾਲੀ ਲੀਡਰਸ਼ਿਪ ਇਸ ਮੁੱਦੇ ਤੇ ਇੱਕਦਮ ਸਰਗਰਮ ਹੋ ਗਈ। ਤੇ ਕਿਹੜਾ ਬੰਦਾ ਨਹੀਂ ਜਾਣਦਾ ਕਿ ਸਾਰੇ ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਉਸ ਖਾਸ ਭਾਈਚਾਰੇ ਦੀਆਂ ਇੰਨੀਆਂ ਵੋਟਾਂ ਨਹੀਂ ਜਿੰਨੀਆਂ ਪੰਜਾਬ ਦੇ ਵਿੱਚ ਹੈ। ਤੇ ਨਾਲ ਦੀ ਨਾਲ ਸੰਧਾਲੀਆ ਸਾਹਿਬ ਜਦੋਂ ਡੇਰੇ ਦਾ ਨਾਂ ਜੁੜਦਾ ਤੇ ਆਪਾਂ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਬੇ 'ਚ ਹੈਗੀ ਹੈ, ਮਾਝੇ 'ਚ ਹੈਗੀ ਹੈ, ਐਮਐਲਏ ਬਣਦੇ ਪਰ ਮਾਲਵੇ 'ਚ ਥੋੜੀ ਹੈ। ਪਰ ਡੇਰੇ ਦਾ ਸਾਰਾ ਹੀ ਪ੍ਰਭਾਵ ਕਿੱਥੇ ਹੈ? ਮਾਲਵੇ 'ਚ ਹੈ। ਤੇ ਜੇ ਡੇਰੇ ਦਾ ਪ੍ਰਭਾਵ ਮਾਲਵੇ 'ਚ ਹੈ, ਜੇ ਕਿਤੇ ਉਧਰਲੇ ਪਾਸੇ ਪੈਰੋਲ ਦੀ, ਇਧਰਲੇ ਪਾਸੇ ਅਰਦਾਸ ਦੀ ਵੀਡੀਓ ਤੋਂ ਬਾਅਦ ਆਉਣ ਵਾਲੇ ਬਿਆਨਾਂ ਦੀ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਤੇ ਇਹਦਾ ਮਤਲਬ ਹੈ ਕਿ ਮਾਲਵੇ 'ਚ ਹੱਲਾ ਮਾਰਨ ਦੀ ਤਿਆਰੀ ਹੈ। ਨਹੀਂ, ਇਹ ਦੇਖੋ, ਜੇ ਤਾਂ ਇਹ ਆਪਾਂ ਨਹੀਂ ਕਹਿੰਦੇ ਉਹਨਾਂ ਨੇ ਕੀਤਾ ਹੋਊਗਾ ਜੀ, ਪਰ ਕਿਸੇ ਵੇਲੇ ਹੁੰਦਾ ਵੀ ਲੀਡਰ ਸਾਹਿਬਾਨ ਨੇ, ਭਾਈ ਸਾਹਿਬ, ਉਹਨਾਂ ਨੇ ਆਪਣੇ ਵੱਲੋਂ ਹਿਸਾਬ ਕਿਤਾਬ ਤਾਂ ਲਾ ਕੇ ਦੇਖਿਆ ਹੋਊਗਾ। ਹੁਣ ਜੇ ਆਪਾਂ ਮੋਟਾ ਹਿਸਾਬ ਲਾਈਏ ਤੇ 32-33% ਵੋਟ ਗਿਣੀ ਜਾਂਦੀ ਹੈ ਵੀ ਇੱਕ ਖਾਸ ਭਾਈਚਾਰੇ ਦੀ ਪੰਜਾਬ 'ਚ ਹੈਗੀ, ਉੱਦਾਂ ਗੁਣਾ ਕਰ ਲਿਆ ਹੋਊਗਾ। ਫਿਰ ਜਦੋਂ ਆਪਾਂ ਮਾਲਵੇ ਦੀ ਗੱਲ ਕਰਦੇ ਹਾਂ, ਫਿਰ ਉਹਦੇ 'ਚ ਵੀ ਕਈ ਲੱਖ ਵੋਟਰ ਨੇ ਵੀ ਜਿਹੜੇ ਇੱਕ ਡੇਰਾ ਪ੍ਰੇਮੀ ਨੇ, ਜਿਨ੍ਹਾਂ ਦੀਆਂ ਵੋਟਾਂ ਉੱਧਰ ਜਾਦੇ, ਫਿਰ ਉਹਨੂੰ ਜਮ੍ਹਾਂ ਕਰ ਲਿਆ ਹੋਊਗਾ। ਪਹਿਲਾਂ ਉੱਤੇ 33% ਦੇ ਹਿਸਾਬ ਨਾਲ, ਫਿਰ ਜਮ੍ਹਾਂ ਦਾ ਨਿਸ਼ਾਨ, ਫਿਰ ਉਹ ਵਾਲੀਆਂ ਵੋਟਾਂ, ਫਿਰ ਆਖਿਆ ਹੋਊਗਾ ਓਕੇ। ਆਪਾਂ ਪਿਛਲੇ ਦਿਨ ਇੱਕ ਮਲੇਰਕੋਟਲੇ ਵਾਲਾ ਬਿਆਨ ਵੀ ਸੁਣਿਆ ਸੀ, ਫਿਰ ਹਿੰਦੂ ਮੁਸਲਿਮ ਵਾਲੀ ਗੱਲ ਵੀ ਚਲਾਈ ਸੀ। ਉਹ ਕਹਿੰਦੇ ਵੀ ਚਲੋ ਜੇ ਉੱਧਰੋਂ ਵੀ ਆਪਾਂ ਨੂੰ ਬੰਦੇ ਕੁਛ ਲੱਭ ਜਾਣ ਵੀ ਹਾਂਜੀ, ਪਹਿਲਾਂ ਆਪਾਂ ਜਾਤ ਦੇ ਨਾਂ 'ਤੇ ਵੰਡ ਲੈਂਦੇ ਹਾਂ, ਫਿਰ ਡੇਰੇ ਦੇ ਨਾਂ 'ਤੇ ਵੰਡ ਲੈਂਦੇ ਹਾਂ, ਫਿਰ ਧਰਮ ਦੇ ਨਾਂ 'ਤੇ ਵੰਡ ਲੈਂਦੇ ਹਾਂ, ਉਹਨਾਂ ਨੂੰ ਵੀ ਜਮ੍ਹਾਂ ਕਰ ਲੈਂਦੇ ਹਾਂ। ਫਿਰ ਜਦੋਂ ਨਤੀਜਾ ਆਇਆ ਹੋਊਗਾ, ਡੈਫੀਨੇਟਲੀ ਉਹ ਨਤੀਜਾ ਜਿਹੜਾ ਉਹ ਇੱਦਾਂ ਜਾਪਿਆ ਕਿ ਤੇਰਾ ਭਲਾ ਹੋ ਜੇ ਆਪਣੀ ਤੇ ਸਰਕਾਰ ਬਣ ਗਈ। ਜੇ ਤੇ ਇੱਦਾਂ ਮੰਨ ਲਓ ਵੀ ਇੱਦਾਂ ਸਰਕਾਰ ਬਣਾਉਣੀ ਹੈ ਤਾਂ ਸਰਕਾਰ ਬਹੁਤ ਵਧੀਆ ਬਣ ਸਕਦੀ ਹੈ, ਮੁੱਖ ਮੰਤਰੀ ਵੀ ਜਿਹਨੂੰ ਮਰਜ਼ੀ ਬਣਾ ਸਕਦੇ ਹੋ। ਪਰ ਸਿਰਫ ਇੱਕ ਸਵਾਲ ਆ ਵੀ ਜੇ ਇੱਦਾਂ ਲੋਕਾਂ ਨੂੰ ਵੰਡ ਕੇ ਆਪਾਂ ਸਿਆਸਤ ਕਰਨੀ ਆ ਤੇ ਆਪਾਂ ਇਹ ਕਿ ਵੀ ਹੁਣ ਆਪਾਂ ਪੰਜਾਬ ਦਾ ਭਲਾ ਕਰਨਾ ਬਈ, ਕੀ ਕਿੱਦਾਂ ਪੋਸੀਬਲ? ਮਤਲਬ ਪਹਿਲਾਂ ਪੰਜਾਬ ਆਪਾਂ ਵੱਢ ਲਈਏ, ਟੁਕੜੇ ਕਰ ਲਈਏ, ਫਿਰ ਆਖੀਏ ਵੀ ਹੁਣ ਆਪਾਂ ਪੰਜਾਬ ਹਰਿਆ ਭਰਿਆ ਤੇ ਖੁਸ਼ਹਾਲ ਕਰ ਦਾਂਗੇ। ਇਹ ਦੋਵੇਂ ਚੀਜ਼ਾਂ ਇੱਕੋ ਬੰਨੇ ਚੱਲ ਸਕਦੀਆਂ? ਬਿਲਕੁਲ ਨਹੀਂ ਚੱਲ ਸਕਦੀਆਂ। ਲੋਕਾਂ ਦਾ ਮੁੱਦਾ ਕੀ ਹੈ ਸੰਧਾਲੀਆ ਸਾਹਿਬ? ਅੱਜ ਅਸੀਂ ਜਿਹੜੀ ਕੈਲਕੂਲੇਸ਼ਨ ਕਰੀ ਜਾਂਦੇ, ਜਿਹੜੇ ਗਣਿਤ ਬਿਠਾਈ ਜਾਂਦੇ, ਕੋਈ ਬੰਦਾ ਕਹਿ ਸਕਦਾ ਜੀ ਡੇਰੇ ਦੀਆਂ ਵੋਟਾਂ ਹੁਣ ਉਨੀਆਂ ਨਹੀਂ, ਕੋਈ ਬੰਦਾ ਕਹਿ ਸਕਦਾ ਜੀ ਹੁਣ ਪਹਿਲਾਂ ਵਰਗੀ ਗੱਲ ਨਹੀਂ, ਕੋਈ ਇਹ ਕਹਿ ਸਕਦਾ ਕਿ ਅਜੇ ਤੱਕ ਵੀ ਲੌਕਟ ਧਾਰਨੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕਿ ਉਹਨਾਂ ਦੇ ਕਹਿਣ ਦੇ ਉੱਤੇ ਹੀ ਕੰਮ ਕਰਦੇ ਆ, ਅਜੇ ਵੀ ਉਹ ਜਾਂਦੇ ਆ ਡੇਰੇ। ਕੋਈ ਹਰ ਇੱਕ ਬੰਦੇ ਦੀ ਆਪਣੀ ਸਟੇਟਮੈਂਟ ਹੋ ਸਕਦੀ ਹੈ। ਪਰ ਸਵਾਲ ਇਹ ਹੈ ਕਿ ਜਿਹੜੀਆਂ ਕੈਲਕੂਲੇਸ਼ਨਸ ਅਸੀਂ ਕਰ ਰਹੇ ਹਾਂ ਜਾਂ ਸਿਆਸਤਦਾਨ ਆਪੋ ਆਪਣੇ ਘਰਾਂ 'ਚ ਬੈਠ ਕੇ ਕਰ ਰਹੇ ਆ, ਉਹ ਕੈਲਕੂਲੇਸ਼ਨਾਂ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਕੋਲੇ ਕੁਰਸੀ ਹੈ ਜਾਂ ਜਿਹੜੇ ਕੁਰਸੀ ਤੇ ਬੈਠਣਾ ਚਾਹੁੰਦੇ ਆ। ਆ ਕਰੋਨਾ ਦੇ ਕਾਲ ਨੇ, ਬਲੈਕ ਫੰਗਸ ਵਾਲੇ ਮਸਲੇ ਨੇ, ਸਾਨੂੰ ਇਹ ਬੜੇ ਚੰਗੇ ਤਰੀਕੇ ਦੱਸ ਦਿੱਤਾ, ਕਿਸਾਨੀ ਅੰਦੋਲਨ ਨੇ ਵੀ, ਕਿ ਭਾਈ ਲੋਕਾਂ ਦੇ ਮੁੱਦਿਆਂ ਦੇ ਉੱਤੇ ਚੋਣ ਲੜੀ ਨਹੀਂ ਜਾਂਦੀ, ਲੋਕਾਂ ਦੇ ਮੁੱਦਿਆਂ ਦੇ ਵੱਲ ਸਾਡੇ ਸਿਆਸਤਦਾਨ ਆਉਂਦੇ ਹੀ ਨਹੀਂ। ਹੁਣ ਲੋਕਾਂ ਦਾ ਮੁੱਦਾ ਕੀ ਹੈ? ਲੋਕਾਂ ਦਾ ਮੁੱਦਾ ਹੈ ਕਿ ਹਸਪਤਾਲ ਦੀ ਬਿਲਡਿੰਗ, ਉਹਦੇ ਵਿੱਚ ਡਾਕਟਰ, ਉਹਦੇ ਵਿੱਚ ਸਹਾਇਕ, ਉਹਦੇ ਵਿੱਚ ਨਰਸਾਂ, ਉਹਦੇ ਵਿੱਚ ਦਵਾਈਆਂ, ਉਹਦੇ ਵਿੱਚ ਸਕੈਨਿੰਗ ਦਾ ਪ੍ਰਬੰਧ, ਉਹਦੇ ਵਿੱਚ ਐਕਸਰੇ ਦਾ ਪ੍ਰਬੰਧ, ਉਹਦੇ ਵਿੱਚ ਸਰਜਰੀ ਦਾ ਪ੍ਰਬੰਧ, ਜਾਣੀ ਕਿ ਹਰ ਉਹ ਚੀਜ਼ ਜਿਹੜੀ ਕਿ ਆਮ ਲੋਕਾਂ ਨੂੰ ਚਾਹੀਦੀ ਹੈ। ਲੋਕਾਂ ਦਾ ਮਸਲਾ ਉਹ ਆ, ਪਰ ਇਸ ਮਸਲੇ ਤੇ ਇਲੈਕਸ਼ਨ ਨਹੀਂ ਲੜੀ ਜਾਂਦੀ। ਇਸ ਮਸਲੇ ਦੇ ਉੱਤੇ ਚੋਣ ਲੜਨ ਦੀ ਇੱਕ ਵਾਰੀ ਫਿਰ ਕੋਸ਼ਿਸ਼ ਹੋਏਗੀ ਹਰ ਇੱਕ ਧਿਰ ਦੀ ਕਿ ਭਾਈ ਇਹਦੇ ਤੋਂ ਵੱਜਵੀਆਂ ਵੋਟਾਂ ਮਿਲਦੀਆਂ, ਇਹਦੇ ਤੋਂ ਥੋੜੀਆਂ ਮਿਲਦੀਆਂ, ਇਸ ਬੰਦੇ ਨੂੰ ਖੜਾ ਕਰਾਂਗੇ, ਸੀਟ ਜਿੱਤ ਹੁੰਦੀ ਹੈ। ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਕਿ ਆਮ ਬੰਦੇ ਚਾਹੁੰਦੇ ਆ ਕਿ ਸਾਡੇ ਬੱਚਿਆਂ ਨੂੰ ਠੀਕ ਸਿੱਖਿਆ ਮਿਲੇ, ਸਾਡੇ ਬੱਚੇ ਚੰਗੇ ਤਰੀਕੇ ਪੜ੍ਹ ਕੇ ਆਪਣਾ ਆਪ ਖਾਣ, ਕਮਾਉਣ, ਖਰਚਣ ਜੋਗੇ ਹੋਣ। ਪਰ ਨਹੀਂ, ਮੈਨੀਫੈਸਟੋ ਤੁਸੀਂ ਦੇਖ ਲਿਓ, ਇੱਕ ਪਾਸੇ ਲੋਕ ਨੇ ਜਿਹੜੇ ਚਾਹੁੰਦੇ ਆ ਕਿ ਸਾਡੇ ਮੁੱਦਿਆਂ ਤੇ ਲੜਾਈ ਲੜੀ ਜਾਵੇ, ਦੂਜੇ ਪਾਸੇ ਪੋਲੀਟੀਕਲ ਪਾਰਟੀਆਂ ਨੇ, ਉਹਨਾਂ ਨੇ ਹੋਰ ਤਰ੍ਹਾਂ ਦੀਆਂ ਤਿਕੜਮਬਾਜ਼ੀਆਂ ਲੜਾਉਣੀਆਂ। ਤੁਸੀਂ ਦੇਖ ਲਿਓ, ਕਿਸੇ ਵੀ ਪਾਰਟੀ ਦਾ ਮੈਨੀਫੈਸਟੋ ਚੱਕ ਲਿਓ, 15 ਪੇਜਾਂ ਦਾ ਹੋਊਗਾ, ਪਹਿਲੇ 2 ਪੇਜਾਂ 'ਚ ਲਿਖਿਆ ਕਿ ਹੁਣ ਆਟਾ ਦੇਾਂਗੇ, ਦਾਲ ਦੇਾਂਗੇ, ਪੈਨਸ਼ਨ ਵਧਾ ਦੇਾਂਗੇ, ਮੁਫਤ ਆ ਵੀ ਦੇਾਂਗੇ, ਕਰਜ਼ਾ ਮਾਫ ਕਰ ਦੇਾਂਗੇ, ਜਾਣੀ ਕਿ ਹਰ ਇੱਕ ਚੀਜ਼ ਤੁਹਾਡੇ ਤੋਂ ਲੈਣੀ ਨਹੀਂ, ਤੁਹਾਨੂੰ ਦੇਣੀ ਹੈ। ਪਰ ਉਹ ਸੰਭਵ ਹੀ ਨਹੀਂ ਹੈਗੀ। ਹੁਣ ਸੰਧਾਲੀਆ ਸਾਹਿਬ, ਅੱਜ ਜੇ ਉਸ ਪੈਰੋਲ ਦੀ, ਇਸ ਅਰਦਾਸ ਦੀ, ਵੀਡੀਓ ਦੀ, ਬਾਅਦ ਵਿੱਚ ਵਾਲੇ ਬਿਆਨਾਂ ਦੀ ਜੇ ਸਿਆਸੀ ਤੱਕੜੀ ਦੇ ਵਿੱਚ ਤੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਦਾ ਕਾਰਨ ਇਹ ਹੈ ਕਿ ਸ਼ਾਇਦ ਭਾਰਤ ਦਾ ਹੋਰ ਕੋਈ ਡੇਰਾ ਇਦਾਂ ਦਾ ਨਹੀਂ ਹੋਣਾ ਜਿਸ ਡੇਰੇ ਦੇ ਵਿੱਚੋਂ ਗੱਲ ਤਾਂ ਇਹ ਕਹੀ ਜਾਂਦੀ ਹੈ ਕਿ ਅਸੀਂ ਧਰਮ ਦੇ ਨਾਲ ਲਾਉਂਦੇ ਹਾਂ, ਅਸੀਂ ਲੋਕਾਂ ਨੂੰ ਰੱਬ ਦੇ ਨਾਲ ਲਾਉਂਦੇ ਹਾਂ, ਅਸੀਂ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਲਾਉਂਦੇ ਹਾਂ, ਪਰ ਡੇਰੇ ਦਾ ਸਿਆਸੀ ਵਿੰਗ ਹੈ, ਉਹ ਵਿੰਗ ਫੈਸਲਾ ਕਰਦਾ ਹੈ ਜਾਂ ਡੇਰੇ ਦਾ ਮੁਖੀ ਫੈਸਲਾ ਕਰਦਾ ਹੈ ਕਿ ਭਾਈ ਪੰਜਾਬ 'ਚ ਚੋਣਾਂ ਨੇ ਵੋਟਾਂ ਇਹਨੂੰ ਪਾਉਣੀਆਂ, ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੇ ਵੋਟਾਂ ਇਹਨੂੰ ਪਾਉਣੀਆਂ, ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਵੋਟਾਂ ਇਹਨੂੰ ਪਾਉਣੀਆਂ। ਤੇ ਜੇ ਆ ਪਿਛਲੇ ਸਮੇਂ 'ਚ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀਆਂ ਕਿੰਨੀਆਂ ਹੀ ਸਿਆਸੀ ਪਾਰਟੀਆਂ ਦੇ ਲੀਡਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਖੜੇ ਸੀ, ਜੀ ਜਾ ਹੋ ਗਿਆ, ਪਤਾ ਸੀ ਨਹੀਂ ਜਾਣਾ ਚਾਹੀਦਾ, ਪਤਾ ਸੀ ਸਾਂਝ ਨਹੀਂ ਰੱਖਣੀ ਚਾਹੀਦੀ, ਪਰ ਵੋਟਾਂ ਲੈਣੀਆਂ ਸੀ, ਜਾ ਹੋ ਗਿਆ, ਦੱਸੋ ਝਾੜੂ ਕਿੰਨੇ ਦਿਨ ਮਾਰੀਏ, ਦੱਸੋ ਭਾਂਡੇ ਕਿੰਨੇ ਦਿਨ ਮਾਂਜੀਏ, ਦੱਸੋ ਗੁਰਬਾਣੀ ਕਿੰਨੇ ਦਿਨ ਸਰਵਣ ਕਰੀਏ, ਦੱਸੋ ਤੁਸੀਂ ਜੋੜਾ ਕਿੰਨੇ ਦਿਨ ਸਾਫ਼ ਕਰੀਏ, ਦੱਸੋ ਮੁੜ ਕੇ ਦੇਗ ਕਿੰਨੇ ਦੀ ਕਰਾਈਏ। ਖੜੇ ਸੀ ਨਾ ਉੱਥੇ,
ਇਹਦਾ ਮਤਲਬ ਕੀ ਹੈ ਕਿ ਪਤਾ ਹੋਣ ਦੇ ਬਾਵਜੂਦ ਵੀ ਜੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਉੱਥੇ ਜਾ ਕੇ ਝੁੱਕ ਕੇ ਐ ਸਲਾਮ ਕਰਨ ਜਾਂਦੇ ਆ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਵੋਟਾਂ 4 ਮਿਲਦੀਆਂ। ਪਰ ਇਹਦੇ 'ਚ WhatsApp ਇੱਕ ਐਂਗਲ ਹੋਰ ਸੋਚਣ ਵਾਲਾ। ਦੇਖੋ ਜਿਹੜਾ ਵੀ ਬੰਦਾ ਜਿੱਥੇ ਵੀ ਜੁੜਿਆ ਉੱਥੇ ਉਹਦੀ ਆਸਥਾ ਹੋ ਸਕਦੀ, ਉਹ ਆਸਥਾ ਦਾ ਕਾਰਨ ਕੋਈ ਵੀ ਹੋ ਸਕਦਾ। ਮੰਨ ਲਓ ਵੀ ਉਹ ਬੰਦਾ ਉਹਨੂੰ ਲੱਗਦਾ ਵੀ ਯਾਰ ਮੈਨੂੰ ਉਸ ਥਾਂ ਦੇ ਉੱਪਰ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਕਿਸੇ ਦਾ ਕੋਈ ਆਰਥਿਕ ਕਾਰਨ ਹੋ ਸਕਦਾ ਵੀ ਯਾਰ ਅਸੀਂ ਨਾ ਸਾਡਾ ਕੋਠਾ ਡਿੱਗ ਪਿਆ ਸੀ, ਉਦੋਂ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ, ਉਹਨਾਂ ਨੇ ਫੜੀ ਜੀ, ਤੇ ਉਹ ਸਾਨੂੰ ਇੱਥੇ ਲੈ ਆਏ ਤੇ ਫਿਰ ਅਸੀਂ ਵੀ ਬਾਬਿਆਂ ਦੇ ਨਾਲ ਹੀ, ਕਿਉਂਕਿ ਬਾਬਿਆਂ ਦਾ ਕਰਕੇ ਸਾਡਾ ਆਹ ਕੰਮ ਹੋ ਗਿਆ। ਹੋ ਸਕਦਾ ਕਿਸੇ ਨੂੰ ਕੋਈ ਬਿਮਾਰੀ ਠਮਾਰੀ ਹੋਵੇ, ਬਾਹਰ ਕਿਤੇ ਇਲਾਜ ਨਾ ਹੁੰਦਾ ਹੋਵੇ, ਉੱਥੇ ਜਾ ਕੇ ਹੋ ਗਿਆ। ਕਿਸੇ ਨੂੰ ਇਹ ਲੱਗਿਆ ਹੋਵੇ ਵੀ ਯਾਰ ਸਾਡੀ ਇੱਕ ਫਲਾਨੀ ਅੜਚਣ ਸੀ, ਅਸੀਂ ਇੱਥੇ ਵਿਸ਼ਵਾਸ ਕੀਤਾ ਐਂਡ ਉਹ ਆਪਣੇ ਆਪ ਦੂਰ ਹੋ ਗਈ ਜਾਂ ਉਸ ਸ਼ਕਤੀ ਦਾ ਕਰਕੇ ਹੋ ਗਈ, ABC ਕੋਈ ਕਾਰਨ ਨਹੀਂ ਹੋ ਸਕਦਾ। ਇੱਕ ਆਸਥਾ ਤਾਂ ਹੈਗੀ ਆ ਨਾ। ਹੁਣ ਦੇਖੋ ਇੱਕ ਪਾਸੇ ਇੱਕ ਸ਼ਖਸ ਹੈ, ਉਹ ਆਸਥਾ ਦਾ ਕਰਕੇ ਜਾਂਦਾ। ਤੁਸੀਂ ਆਪਣੇ ਆਉੜ ਖੇਤੀ ਅੰਦੋਲਨ ਚੱਲਦਾ ਸੀ, ਕਿੰਨੀਆਂ ਫੋਟੋਆਂ ਵੀਡੀਓਜ਼ ਆਪਣੇ ਕੋਲੇ ਪਹੁੰਚਦੀਆਂ ਨੇ, ਉਹ ਜਿਹੜੇ ਚਿਹਰੇ ਨੇ, ਬਜ਼ੁਰਗ ਚਿਹਰੇ ਨੇ, ਉਹ ਜਿਹੜੀਆਂ ਮਾਈਆਂ ਨੇ, ਉਹ ਜਿਹੜੇ ਬਾਬੇ ਨੇ, ਹੈ ਨਾ, ਉੱਦਾਂ ਦੇ ਹੀ ਲੋਕ ਨੇ ਪੰਜਾਬ 'ਚ ਵਸਦੇ ਵੀ। ਜੇ ਆਪਾਂ ਪ੍ਰੇਮੀਆਂ ਦੀ ਗੱਲ ਕਰੀਏ ਤਾਂ ਉਹ ਵੀ ਉੱਦਾਂ ਦੇ ਹੀ ਨੇ ਵਿਚਾਰੇ, ਉਹ ਤਾਂ ਆਸਥਾ ਦਾ ਕਰਕੇ ਵੱਜੇ ਗਏ। ਹੁਣ ਜਿਹੜੇ ਬੰਦੇ ਉੱਥੇ 2 4 5 ਬੈਠੇ ਹੋਣਗੇ ਤੇ ਜਿਹੜੇ ਸੌਦਾ ਕਰਦੇ ਹੋਣਗੇ ਵੀ ਓਕੇ ਵੀ ਸਾਡੇ ਕੋਲੇ ਇੰਨੇ ਆ ਭਾਈ, ਯਾਰ ਉਹਨਾਂ ਦੇ ਅੰਦਰ ਵੀ ਨਹੀਂ ਗੱਲ ਆਉਂਦੀ ਹੋਊਗੀ ਵੀ ਅਗਲਾ ਬੰਦਾ ਕਿਹੜੀ ਆਸਥਾ ਸ਼ਰਧਾ ਦਾ ਕਰਕੇ ਸਾਡੇ ਕੋਲੇ ਆ ਰਿਹਾ ਤੇ ਅਸੀਂ ਗਾਹ ਇਹਨੂੰ ਵੇਚ ਕਿਹੜੀ ਪਾਰਟੀ ਕੋਲੇ ਰਹੇ, ਕਿਹੜੇ ਕੰਮ ਨੂੰ ਵੇਚ ਰਹੇ। ਸੰਧਾਲੀਆ ਸਾਹਿਬ ਇਹ ਗੱਲ ਤਾਂ 100 ਰੁਪਏ ਦੀ ਹੈ, ਸਿਰਫ 100 ਦੀ? ਯਾਰ ਕਮਾਲ ਹੈ ਹੀ ਇੰਨੇ ਸਾਡੇ ਕੋਲ। ਅੱਛਾ ਅਸੀਂ ਤਾਂ ਸਾਰੇ ਹੀ ਲਾਤੇ, ਤੁਸੀਂ ਆਪਣੇ ਹਿਸਾਬ ਨਾਲ ਨਾ ਗਿਣਿਆ ਕਰੋ। ਅਸੀਂ ਤਾਂ ਜਾਨੀ ਪੱਲਾ ਹੀ ਝਾੜ ਦਿੱਤਾ, ਕੁੱਲ ਕਿਰਤ ਕਮਾਈ ਜਿਹੜੀ ਐ ਟੇਬਲ ਤੇ ਝੋਲੀ ਕਰਤੀ, ਦਾ ਤੇ ਲਾਤੇ। ਆ ਲਓ ਜੀ, ਇੰਨੇ ਹੀ ਆ ਮਾਰੇ, ਹੱਥੀਂ ਬੱਧੀ ਨਹੀਂ ਦਿੱਤੇ ਕਹਿੰਦੇ ਹੁੰਦੇ ਨਾ। ਹੁਣ ਅਸੀਂ ਤਾਂ ਹੱਥੀਂ ਬੱਧੀ 100 ਰੁਪਈਆ ਲਾਤਾ। ਸੰਧਾਲੀਆ ਸਾਹਿਬ ਮੈਂ ਪਤਾ ਕੀ ਸੋਚਦਾ ਸੀ, ਮੈਂ ਇਹ ਸੋਚਦਾ ਸੀ ਜਦੋਂ ਤੁਸੀਂ ਇਹ ਗੱਲ ਕੀਤੀ ਨਾ ਕਿ ਉਹਦੇ ਆਰਥਿਕ ਕਾਰਨ ਹੋ ਸਕਦੇ ਆ। ਹੁਣ ਇਹ ਜਿਹੜਾ ਗ੍ਰੰਥੀ ਸਿੰਘ ਆ ਜਾਂ ਪਾਠੀ ਸਿੰਘ ਆ ਜਾਂ ਅਰਦਾਸੀਆ ਸਿੰਘ ਹੈ, ਜਿਹਨੂੰ ਹੁਣ ਫੜ ਕੇ ਲੈ ਕੇ ਗਏ ਆ, ਉਹ ਕਹਿੰਦਾ ਸੀ ਜੀ ਸਾਡਾ ਉਹਨਾਂ ਨੇ ਕੀਤਾ ਬਹੁਤ ਹੈ। ਮੇਰਾ ਮੱਥਾ ਠਣਕਿਆ ਕਿ ਕੀਤਾ ਬਹੁਤ ਹੈ ਦਾ ਮਤਲਬ ਕੀ ਹੈ? ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆ ਜਦੋਂ ਸਭ ਤੋਂ ਪਹਿਲਾਂ ਹੁੰਦਾ ਕਿ ਭਾਈ ਅਸੀਂ ਹਸਪਤਾਲ ਬਣਾ ਦਿੰਨੇ ਆ, ਕਰੋਨਾ ਕਾਲ ਦੇ ਵਿੱਚ ਅਸੀਂ ਆਈਸੋਲੇਸ਼ਨ ਸੈਂਟਰ ਬਣਾ ਦਿੰਨੇ ਆ, ਬਹੁਤ ਸਾਰੇ ਡੇਰਿਆਂ ਨੇ ਆਖਿਆ ਅਸੀਂ ਪੱਖੇ ਲਾ ਦਿੰਨੇ ਆ, ਅਸੀਂ ਖਾਣ ਪੀਣ ਦਾ ਪ੍ਰਬੰਧ ਕਰ ਦਿੰਨੇ ਆ, ਤੁਸੀਂ ਇੱਥੇ ਲਿਆਓ, ਅਸੀਂ ਬਣਾਉਨੇ ਆ ਕਰੋਨਾ ਵਾਰਡ, ਸਾਡੇ ਹਸਪਤਾਲ ਖੁੱਲੇ, ਕਈਆਂ ਨੇ ਕਿਹਾ। ਉਹਦੇ ਤੋਂ ਬਾਅਦ ਕੋਈ ਕਹਿੰਦਾ ਹੁੰਦਾ ਜੀ ਮੇਰੇ ਨਿਆਣੇ ਦੀ ਫੀਸ ਦਿੱਤੀ ਹੈ, ਕੋਈ ਕਹਿੰਦਾ ਹੁੰਦਾ ਜੀ ਮੇਰੀ ਕੁੜੀ ਦਾ ਵਿਆਹ ਕਰਤਾ, ਮੈਂ ਕਿੱਥੇ ਕਰਨ ਜੋਗਾ ਸੀ, ਕੋਈ ਕਹਿੰਦਾ ਹੁੰਦਾ ਜੀ ਛੱਤ ਪਾਤੀ ਹੈ, ਸਾਡਾ ਤਾਂ ਕੋਠਾ ਡਿੱਗ ਪਿਆ ਸੀ, ਸਾਨੂੰ ਜਿਨ੍ਹਾਂ ਨੇ ਛੱਤ ਪਾਤੀ ਅਸੀਂ ਉੱਥੇ ਜਾਵਾਂਗੇ। ਨਿਆਣੇ ਦੀ ਫੀਸ, ਕੁੜੀ ਦਾ ਵਿਆਹ, ਕੋਠੇ ਦੀ ਛੱਤ, ਜਾਂ ਫਿਰ ਬਿਮਾਰੀ ਦੌਰਾਨ ਸਸਤੇ ਭਾਅ ਦੇ ਉੱਤੇ ਇਲਾਜ, 4 ਚੀਜ਼ਾਂ ਨੇ। ਮਤਲਬ ਜਿਹਦੀ ਮਾਤਾ ਦੀਆਂ ਅੱਖਾਂ ਅਗਲਿਆਂ ਨੇ ਬਣਾਤੀਆਂ, ਮਾਤਾ ਜਿਹੜੀ ਵਿਚਾਰੀ ਡਿੱਗਦੀ ਫਿਰਦੀ ਸੀ, ਉਹ ਚੰਗੀ ਭਲੀ ਵਿਹੜੇ 'ਚ ਤੁਰੀ ਫਿਰਦੀ ਘਰਦੇ ਨੂੰ ਨਜ਼ਰ ਆਉਂਦੀ ਆ, ਤੇ ਉਹਨੂੰ ਤੁਸੀਂ ਇਹ ਕਹੋ ਵੀ ਹਾਂ ਵੀ ਤੂੰ ਫਲਾਣੇ ਥਾਂ ਤੇ ਨਹੀਂ ਜਾਣਾ, ਅਗਲਾ ਕਹੂ ਤੂੰ ਮਾਮਾ ਲੱਗਦਾ, ਮੈਂ ਤਾਂ ਜ਼ਰੂਰ ਜਾਊਂ, ਮੈਂ ਤਾਂ ਜਾਊਂ। ਸੰਧਾਲੀਆ ਸਾਹਿਬ ਇਹ ਚਾਰੇ ਚੀਜ਼ਾਂ ਡੇਰਿਆਂ ਨੇ ਕਿਉਂ ਕੀਤੀਆਂ ਜਾਂ ਉਹਨਾਂ ਨੂੰ ਕਰਨ ਦਾ ਮੌਕਾ ਕਿਉਂ ਮਿਲਿਆ? ਇਸ ਕਰਕੇ ਮਿਲਿਆ ਕਿ ਅਸੀਂ ਹਸਪਤਾਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ 'ਚ ਪੂਰੇ ਡਾਕਟਰ, ਪੂਰੀਆਂ ਦਵਾਈਆਂ ਤੇ ਪੂਰਾ ਇਲਾਜ ਸਸਤੇ ਪਾ ਨਹੀਂ ਦਿੱਤਾ। ਦੂਸਰਾ, ਅਸੀਂ ਬੱਚਿਆਂ ਨੂੰ ਇਹ ਤਾਂ ਕਹਿ ਦਿੰਨੇ ਆ, ਹੁਣੇ ਐਲਾਨ ਹੋਇਆ ਸੀ ਕਿ ਭਾਈ ਕਰੋਨਾ ਕਾਲ ਦੇ ਵਿੱਚ ਕੈਪਟਨ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਗ੍ਰੈਜੂਏਸ਼ਨ ਤੱਕ ਸਰਕਾਰੀ ਕਾਲਜਾਂ ਦੇ ਵਿੱਚ ਮੁਫਤ ਸਿੱਖਿਆ ਦੇ ਦਿਆਂਗੇ ਜਿਹੜੇ ਬੱਚੇ ਅਨਾਥ ਹੋ ਗਏ ਜਾਂ ਜਿਨ੍ਹਾਂ ਦੇ ਪਰਿਵਾਰ ਦਾ ਜੀ ਚਲਾ ਗਿਆ। ਪਰ ਸਵਾਲ ਇਹ ਆ ਨਾ ਕਿ ਜਿਹੜੇ ਸਰਕਾਰੀ ਕਾਲਜ ਦੇ ਵਿੱਚ ਤੁਸੀਂ ਸਿੱਖਿਆ ਦੇਣੀ ਆ, 75% ਅਸਾਮੀਆਂ ਤਾਂ ਖਾਲੀ ਪਈਆਂ। ਐਜੂਕੇਸ਼ਨ ਦੇਣੀ ਕਿਹਨੇ ਆ? ਤੁਹਾਡੇ ਕੋਲੇ ਬੋਰਡ ਲਾਉਣ ਨੂੰ ਥਾਂ ਹੋ ਗਿਆ, ਪਿਛਲੀ ਸਰਕਾਰ ਕੋਲ ਵੀ ਹੋ ਗਿਆ ਸੀ ਕਿ ਅਸੀਂ ਸਾਰੀਆਂ ਬੱਚੀਆਂ ਨੂੰ PhD ਤੱਕ ਮੁਫਤ ਦੇ ਦਿਆਂਗੇ ਐਜੂਕੇਸ਼ਨ। ਦਵੋਗੇ ਕਿੱਥੇ PhD? ਪੰਜਾਬ ਦੀ ਇੱਕ ਬੱਚੀ ਪੰਜਾਬ ਦੇ ਕਿਹੜੇ ਸਰਕਾਰੀ ਕਾਲਜ ਦੇ ਵਿੱਚ, ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾ ਕੇ PhD ਕਰੇ? ਤੁਸੀਂ ਦੱਸੋ ਕਿਹੜਾ ਸਰਕਾਰੀ ਕਾਲਜ ਇਦਾਂ ਦਾ ਜਿੱਥੇ ਬੱਚੀ ਨੇ ਜਾ ਕੇ ਮੈਡੀਕਲ ਜਾਂ ਨਾਨ ਮੈਡੀਕਲ ਜਾਂ ਕਾਮਰਸ ਦੀ ਪੜ੍ਹਾਈ ਕਰਨੀ ਹੈ ਜਾਂ IT ਦੀ ਪੜ੍ਹਾਈ ਕਰਨੀ ਹੈ? ਇੱਕ ਕਾਲਜ ਪੰਜਾਬ ਦਾ ਦੱਸ ਦਿਓ ਕਿ ਜਿੱਥੇ ਪੂਰੇ ਅਧਿਆਪਕ ਹੈਗੇ ਆ, ਪੂਰੇ ਲੈਕਚਰਰ, ਸਹਾਇਕ ਪ੍ਰੋਫੈਸਰ ਹੈਗੇ ਆ। ਹੋਰ ਦੇਖੋ, ਜੇ ਤੁਸੀਂ ਉਹਨੂੰ ਰੁਜ਼ਗਾਰ ਦਿੱਤਾ ਹੁੰਦਾ, ਆਟਾ ਦੇ ਦਿੰਨੇ ਆ ਜੀ, ਦਾਲ ਦੇ ਦਿੰਨੇ ਆ ਜੀ, 1500 ਰੁਪਈਆ ਆਸ਼ਰਿਤ ਪੈਨਸ਼ਨ ਦੇ ਦਿੰਨੇ ਆ, ਉਹਦੇ ਨਾਲ ਕੋਈ ਕੁੜੀ ਵਿਆਹ ਲੂ, ਉਹਦੇ ਨਾਲ ਕੋਈ ਕੰਮ ਖੋਲ ਲਊ। ਤੇ ਜਦੋਂ ਫਿਰ ਕੁੜੀ ਵਿਆਹਣ ਜੋਗੇ ਪੈਸੇ ਨਹੀਂ ਤਾਂ ਜਿਹੜਾ ਆ ਕੇ ਦਊਗਾ ਅਗਲਾ ਲੋਕਟ ਨਾ ਪਾਊ। ਅਸੀਂ ਕਸੂਰ ਕੱਢਦੇ ਹੁੰਨੇ ਆ, ਕਸੂਰ ਹੈਗਾ ਵੀ ਆ ਲੋਕਾਂ ਦਾ ਕਿ ਤੁਸੀਂ ਭਾਈ ਕਿੱਥੇ ਨੂੰ ਤੁਰੇ ਫਿਰਦੇ ਆ, ਕਿੱਧਰ ਜਾਂਦੇ ਹੋ। ਪਰ ਲੋਕਾਂ ਦਾ ਕਸੂਰ ਕੱਢਣ ਦੇ ਨਾਲ ਨਾਲ ਜਿਨ੍ਹਾਂ ਦੀਆਂ ਡਿਊਟੀਆਂ ਸੀ ਇਸ ਲੋਕਤੰਤਰੀ ਕੰਟਰੀ ਦੇ ਵਿੱਚ, ਇਸ ਲੋਕਤੰਤਰੀ ਦੇਸ਼ ਦੇ ਵਿੱਚ, ਕਿ ਭਾਈ ਲੋਕਾਂ ਨੂੰ ਭੁੱਖੇ ਨੰਗੇ ਨਾ ਛੱਡੋ, ਲੋਕਾਂ ਨੂੰ ਬੇਬਸ ਨਾ ਛੱਡੋ, ਲੋਕਾਂ ਨੂੰ ਅਸਹਾਏ ਨਾ ਛੱਡੋ, ਉਹਨਾਂ ਨੇ ਛੱਡਿਆ। ਫਿਰ ਕਿਸੇ ਨੂੰ ਮੌਕਾ ਮਿਲਿਆ, ਅਗਲੇ ਜੋ ਮਰਜ਼ੀ ਕਰਨ, ਭਾਵੇਂ ਸੌਦਾ ਕਰਨ, ਭਾਵੇਂ ਠੇਕਾ ਕਰਨ, ਤੇ ਭਾਵੇਂ ਆਹੋ। ਦੇਖੋ ਜੀ, ਛੱਡਿਆ ਤੇ ਇਸੇ ਕਰਕੇ ਹੁਣ ਮੈਨੂੰ ਥੋੜਾ ਜਿਹਾ ਆਪਣਾ ਰੂਪ ਫਿਰ ਬਦਲਣਾ ਪੈਣਾ। ਮੈਂ ਕੀ ਕਰਾਂ? WhatsApp ਯਾਰ ਬੰਦੇ ਬਣ ਕੇ ਨਹੀਂ, ਸਾਰਾ ਤਾਂ ਲੀਡਰ ਬਣਨਾ ਪੈਂਦਾ ਮੈਨੂੰ। ਆ ਜਾ
ਦੇਖੋ ਅਸੀਂ ਠੀਕ ਹੈ ਯਾਰ ਆਪਣੀ ਥਾਂ ਤੇ। ਦੇਖੋ ਜੋ ਸਾਨੂੰ ਲੱਗਦਾ ਹੈ ਕਿ ਵੀ ਯਾਰ ਇੰਨਾ ਸਿਆਪਾ ਕਰਨਾ ਪਊਗਾ, ਕਿਤੇ ਸਕੂਲ ਬਣਾਉਣਾ ਪਊ, ਕਿਤੇ ਹਸਪਤਾਲ ਬਣਾਉਣਾ ਪਊ, ਕਿਤੇ ਲੋਕਾਂ ਨੂੰ ਨੌਕਰੀ ਦੇਣੀ ਪਊ, ਉਹਨਾਂ ਦਾ ਪ੍ਰਬੰਧ ਕਰਨਾ ਪਊ, ਕਾਨੂੰਨ ਦੀ ਪ੍ਰਕਿਰਿਆ ਸਹੀ ਕਰਨੀ ਪਊ, ਬੰਦੇ ਨੂੰ ਐਂ ਲੱਗੂ ਵੀ ਯਾਰ ਵਾਕਿਆ ਮੈਂ ਕਿਤੇ ਸਾਹ ਲੈ ਰਿਹਾ, ਜੀ ਰਿਹਾ। ਇੰਨੇ ਸਿਆਪੇ ਨਾਲੋਂ ਚੰਗਾ ਨਹੀਂ ਵੀ ਇੱਕ ਡੇਰੇ ਨੂੰ ਪ੍ਰਫੁੱਲਤ ਹੋਣ ਦਿਓ। ਬਾਬੇ ਨਾਲ ਕੋਈ ਗੱਲ ਨਹੀਂ, ਬਾਬੇ ਨਜ਼ਾਰੇ ਲਾਓ, ਤੁਸੀਂ ਹਰ ਤਰ੍ਹਾਂ ਦੇ ਨਜ਼ਾਰੇ ਲਾਓ। ਇਹ ਮੈਂ ਨਹੀਂ ਕਹਿੰਦਾ, ਇਹ ਤਾਂ ਹੁਣ ਅਦਾਲਤਾਂ 'ਚ ਜਾ ਕੇ ਪਤਾ ਲੱਗਾ ਵੀ ਬਾਬੇ ਹਰ ਤਰ੍ਹਾਂ ਦੇ ਨਜ਼ਾਰੇ ਲੈਂਦੇ ਆ। ਉਸ ਤੋਂ ਬਾਅਦ ਇੱਕ ਬਾਬਾ ਕਾਬੂ ਕਰ ਲਓ ਤੁਸੀਂ, ਉਹਦੇ ਨਾਲ ਕਿੰਨੇ ਲੋਕ ਜੁੜੇ ਨੇ। ਇਹਦਾ ਮਤਲਬ ਇਹ ਹੋ ਗਿਆ ਵੀ ਇਹ ਜਿਹੜਾ ਢੰਗ ਤਰੀਕਾ ਹੈ ਇਹ ਬੜਾ ਵਧੀਆ, ਇਹਦੇ ਨਾਲ ਆਪਾਂ ਕੀਤਾ ਕੁਝ ਨਹੀਂ, ਇੱਕ ਬੰਦੇ ਕੋਲੋਂ ਕਰਾਇਆ, ਬਾਅਦ 'ਚ ਬੰਦਾ ਕਾਬੂ ਕਰ ਲਿਆ, ਫਿਰ ਆਪਣੇ ਹਿਸਾਬ ਨਾਲ ਉਸ ਬੰਦੇ ਨੂੰ ਵਰਤ ਲਿਆ। ਇਹ ਜਿਹੜਾ ਢੰਗ ਤਰੀਕਾ ਇਸ ਹਿਸਾਬ ਦਾ, ਇਹ ਇਕੱਲੇ ਪੰਜਾਬ ਦੀ ਉਦਾਹਰਨ ਨਹੀਂ ਹੈਗੀ, ਲਗਭਗ ਹਰੇਕ ਸਟੇਟ ਦੇ ਵਿੱਚ ਇਹ ਕੁਝ ਹੋਣ ਡਿਆ। ਇਹ ਜਿਹੜਾ ਭਾਰਤ ਦੇ ਵਿੱਚ ਰਾਜਨੀਤੀ ਦਾ ਇਹ ਵਾਲਾ ਤੰਤਰ ਚੱਲ ਪਿਆ ਨਾ, ਇਹਦੇ 'ਚ ਦੱਸੋ ਵੀ ਆਮ ਲੋਕ ਨਿਕਲਣਗੇ ਤਾਂ ਨਿਕਲਣਗੇ ਕਿੱਦਾਂ? ਕੋਈ ਤਰੀਕਾ ਹੈ? ਵੈਸੇ ਤੁਸੀਂ ਬਹੁਤ ਵਾਰ ਕਹਿੰਦੇ ਹੋ ਵੀ ਮੈਂ 5 ਡਾਲੇ ਜਿੱਤ ਜਾਣੇ, ਅੱਜ ਮੈਂ ਫਿਰ ਤੁਹਾਨੂੰ ਪੁੱਛਦਾ ਵੀ ਤਰੀਕਾ ਹੈਗਾ ਤੁਹਾਡੇ ਕੋਲ ਕੋਈ ਨਿਕਲਦਾ? ਦੇਖੋ ਤਰੀਕਾ ਹੈਗਾ, ਮੈਂ ਲੱਗਿਆ ਨਹੀਂ, ਬੰਦੇ ਨੇ ਅੜੀ ਜਾਣਾ, ਹਟਣਾ ਨਹੀਂ, ਕੋਈ ਨਹੀਂ, ਚਲੋ ਉਡਾਓ, ਤੁਸੀਂ ਗਲਤ ਹੋਏ ਤਾਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਸਫਲਤਾਪੂਰਵਕ ਕਰ ਰਹੇ ਹੋ, ਅਸੀਂ ਅੱਗੇ ਵੀ ਕਰਾਂਗੇ। ਅੱਛਾ ਠੀਕ ਹੈ ਜੀ, ਨਾਲ ਹੀ ਵਾਅਦਾ ਕਰ ਦਿੱਤਾ, ਅਸੀਂ ਹਟਾਂਗੇ ਨਹੀਂ। ਤੁਸੀਂ ਮੈਨੀਫੈਸਟੋ 'ਚ ਲਿਖਦੇ ਹੋ ਪਹਿਲੇ ਪਾਸੇ। ਦੇਖੋ ਮੈਂ ਤਾਂ ਤੁਹਾਨੂੰ ਹੁਣੇ ਦੱਸਿਆ, ਹੁਣ ਦੇਖੋ ਆ ਜਿਹੜਾ ਆਪਾਂ ਹੁਣੇ ਗੱਲ ਕਰਦੇ ਆ, ਆਪਾਂ ਜਸਟ ਇੱਕ ਪਾਰਟੀ ਦਾ ਨਾਂ ਲਿਆ, ਹੋ ਸਕਦਾ ਬਾਕੀ ਵਾਲੇ ਕਿਹੜਾ ਵੀ ਦੁੱਧ ਧੋਤੇ ਆ, ਆਹ ਹਿਸਾਬ ਕਿਤੇ ਬਾਕੀ ਨਾ ਕਰਦੇ ਹੋਣਗੇ ਵੀ ਅੱਛਾ ਯਾਰ ਇਹ ਇਦਾਂ ਕਰਦੇ ਫਿਰਦੇ, ਆਪਣੇ ਕੋਲੇ ਤਾਂ ਇੰਨਾ ਢਾਂਚਾ ਹੈਗਾ ਜਨਾਬ, ਆਪਣੇ ਕੋਲੇ ਇੰਨੇ ਬੰਦੇ ਜਿਹੜੇ ਬੂਥ ਲੈਵਲ ਤੇ ਕੰਮ ਕਰਨ ਦੇ, ਇੰਨੇ ਆਪਣੇ ਕੋਲੇ ਸਰਪੰਚ ਨੇ, ਇੰਨੇ ਪੰਚ ਨੇ, ਇੰਨੇ ਮੇਅਰ ਨੇ, ਇੰਨੇ ਐਮਸੀ ਨੇ, ਉਹਦੇ ਵਿੱਚ ਇੰਨਿਆਂ ਕੁ ਨੂੰ ਜੱਫਾ ਆਪਾਂ ਮਾਰ ਲੈਣਾ। ਮਹਾਰਾਜ ਆਪਾਂ ਵੀ ਦੇਖੋ ਲੱਕੋਂ ਲੈ ਬਣਾ, ਤੁਸੀਂ ਚਿੰਤਾ ਨਾ ਕਰੋ। ਇਹ ਹਿਸਾਬ ਤਾਂ ਆਲਰੇਡੀ ਅਸੀਂ ਕਰਨ ਲੱਗ ਪਏ, ਤੁਸੀਂ ਇਹ ਦੇਖਣਾ ਵੀ ਬਚਣਾ ਕਿਵੇਂ ਸਾਡੇ ਤੋਂ। ਮੈਂ ਦੱਸਣ ਲੱਗਾ ਜੀ, ਤੁਸੀਂ ਇਹ ਦੇਖੋ ਕਿ ਬੰਦਾ ਬੇਬਸ ਕਦੋਂ ਹੁੰਦਾ, ਜਦੋਂ ਨੀਤੀ ਚੱਜ ਦੀ ਨਹੀਂ ਬਣਦੀ, ਜਦੋਂ ਲੋਕਾਂ ਨੂੰ ਕੰਮ ਕਰ ਦੇ ਕੇ, ਰੁਜ਼ਗਾਰ ਦੇ ਕੇ, ਯੋਗਤਾ ਦੇ ਮੁਤਾਬਕ ਨੌਕਰੀ ਦੇ ਕੇ ਉਹਨੂੰ ਠੀਕ ਤਨਖਾਹ, ਠੀਕ ਮਿਹਨਤਾਨਾ, ਠੀਕ ਕੰਮ ਕਰਨ ਦੇ ਹਾਲਾਤ ਨਹੀਂ ਦਿੱਤੇ ਜਾਂਦੇ। ਤੇ ਉਹ ਸਾਰਾ ਕੁਝ ਪ੍ਰਬੰਧ ਕਿਹਨੇ ਕਰਨਾ? ਲੀਡਰ ਨੇ ਕਰਨਾ। ਲੀਡਰ ਕਿਹਨੇ ਚੁਣਨਾ? ਅਸੀਂ ਵੋਟਰਾਂ ਨੇ ਚੁਣਨਾ। ਤੇ ਜੇ ਲੋਕ ਆ ਸਾਰੇ ਤਾਣੇ ਬਾਣੇ ਤੋਂ ਕਿ ਤੁਹਾਨੂੰ ਰੁੱਗ ਦਾ ਰੁੱਗ, ਪੰਡ ਦੀ ਪੰਡ ਬੋਰੀ 'ਚ ਪਾ ਕੇ ਅਗਲੇ ਵੇਚ ਦਿੰਦੇ ਕਿ ਭਾਈ ਆ ਵੋਟਾਂ ਤੁਹਾਡੀਆਂ, ਤੇ ਅਸੀਂ ਜੇ ਉਹ ਸਾਰੀ ਚੀਜ਼ ਤੋਂ ਬਚਣਾ, ਐਤਕੀ ਲੀਡਰ ਚੱਜ ਦੇ ਚੁਣੋ। ਐਤਕੀ ਇਸ ਮਸਲੇ ਦੇ ਉੱਤੇ ਵੋਟ ਨਾ ਪਾਓ ਕਿ ਸਾਡੇ ਧਰਮ ਦਾ ਬੰਦਾ ਖੜਾ ਹੈ, ਸਾਡੀ ਜਾਤ ਦਾ ਬੰਦਾ ਖੜਾ ਹੈ, ਸਾਡੇ ਗੋਤ ਵਾਲਾ ਬੰਦਾ ਖੜਾ ਹੈ, ਜਾਂ ਸਾਡਾ ਤੇ ਇਹਨੇ ਕੰਮ ਕਰਾਇਆ ਸੀ ਉਸ ਪਾਸੇ ਦਾ ਖੜਾ ਹੈ। ਆਹ ਜਿਹੜੇ ਲੋਕਾਂ ਦੇ ਮੁੱਦੇ ਨੇ, ਕਿਉਂਕਿ ਇਹਨਾਂ ਨੇ ਡੇਰਿਆਂ ਨੂੰ ਉਲਝਾਉਣਾ ਹੈ, ਇਹਨਾਂ ਨੇ 1 2 3 4 ਮੁੱਦੇ ਹੋਰ ਉਲਝਾਉਣੇ, ਜਿੱਦਾਂ ਪਹਿਲਾਂ ਪੰਜਾਬੀ ਬੋਲਦੇ ਇਲਾਕੇ, ਜਾਂ ਪੰਜਾਬ ਦੇ ਪਾਣੀਆਂ ਦਾ ਮਸਲਾ, ਜਾਂ ਚੰਡੀਗੜ੍ਹ ਨੂੰ ਰਿੜਕਦੇ ਰਿਹਾ ਫੜ ਕੇ, ਲੱਭਾ ਕੀ ਨਾ ਹਰਿਆਣੇ ਵਾਲਿਆਂ ਨੂੰ ਕੁਛ ਨਾ ਪੰਜਾਬ ਵਾਲਿਆਂ ਨੂੰ। ਇਦਾਂ ਹੀ 3-4 ਮੁੱਦੇ ਜਿਹੜੇ ਪਿਛਲੀ ਚੋਣ 'ਚ ਰਿੜਕਦੇ ਸੀ, ਐਤਕੀ ਵੀ ਰਿੜਕਣੇ ਆ। ਪਰ ਜੇ ਅਸੀਂ ਐਤਕੀ ਪੰਜਾਬ ਦੇ ਲੋਕ ਇਹ ਮੁੱਦੇ ਸਿਹਤ ਵੱਲ ਨੂੰ, ਸਿੱਖਿਆ ਵੱਲ ਨੂੰ, ਖੇਤੀ ਵੱਲ ਨੂੰ, ਉਧਰਲੇ ਪਾਸੇ ਨੂੰ ਕਿਤੇ ਸੰਧਾਲੀਆ ਸਾਹਿਬ ਲੈ ਗਏ, ਜੇ ਅਸੀਂ ਲੀਡਰ ਚੱਜ ਦੇ ਚੁਣ ਲੈ, ਨੀਤੀ ਚੱਜ ਦੀ ਬਣਾਈ, ਕੋਠਾ ਸਰਕਾਰ ਦੀ ਇਸ ਨਵੀਂ ਨੀਤੀ ਦੇ ਮੁਤਾਬਕ ਪੈ ਗਿਆ, ਬੱਚਾ ਸਾਡਾ ਚੰਗਾ ਪੜ੍ਹਨ ਲੱਗ ਪਿਆ, ਸਾਨੂੰ ਫੀਸ ਦੇ ਲਈ ਕਿਸੇ ਦੇ ਅੱਗੇ ਹੱਥ ਅੱਡਣੇ ਨਾ ਪੈਣ, ਜੇ ਹਸਪਤਾਲ ਦੇ ਵਿੱਚ ਡਾਕਟਰ ਤੇ ਦਵਾਈਆਂ ਆ ਗਈਆਂ, ਤਾਂ ਸੰਧਾਲੀਆ ਸਾਹਿਬ ਤੁਸੀਂ ਜਿੰਨੇ ਮਰਜ਼ੀ ਬਾਹਰ ਆ ਕੇ ਮੂਹਰੇ ਆ ਕੇ ਸਪੀਕਰ ਦੇ ਉੱਤੇ ਕਿ ਆਓ ਜੀ ਆਓ, ਟਰਾਲੀ ਚੱਲੀ ਹੈ, ਬੱਸ ਚੱਲੀ ਹੈ, ਉੱਥੇ ਜਾ ਕੇ ਸੇਵਾ ਕਰਨੀ ਹੈ, ਡਰਾਈਵਰ ਸਾਹਿਬ ਹੀ ਜਾਣਗੇ। ਗੱਲਾਂ ਨੇ WhatsApp ਤੁਹਾਡੀਆਂ, ਉਦਾਹਰਨ ਦਿਆਂ ਤੁਹਾਨੂੰ ਇੱਕ, ਆ ਜਾਓ। ਸਖਤ ਜਿਹਾ ਭਾਪਾ ਲਾਓ ਇੱਕ ਪੰਜਾਬੀ, ਇੱਕ ਲਾਓ ਜਵਾਕ, ਉਹਨੂੰ ਲੈ ਗਿਆ ਵੀ ਮੇਲੇ ਤੇ ਮੈਂ ਮੇਲਾ ਵਿਖਾ ਕੇ ਲਿਆਉਣਾ ਪੁੱਤ। ਹੁਣ ਜਵਾਕ ਜਿਹੜਾ ਉਹਦਾ ਜਿਹੜੀ ਨਿੱਕਰ ਵਿਚਾਰੇ ਨੇ ਪਾਈ ਹੈ ਨਾ ਉਹ ਢਿੱਲੀ ਆ, ਇੱਕ ਹੱਥ ਉਹਦਾ ਨਿੱਕਰ ਨੂੰ ਪੈ ਗਿਆ। ਇਹ ਢਿੱਲੀ ਨਿੱਕਰ ਨੂੰ ਤੁਸੀਂ ਇਦਾਂ ਲਾ ਲਓ ਵੀ ਪੰਜਾਬ ਦੇ ਲੋਕਾਂ ਦੇ ਮਸਲੇ ਵਿਚਾਰੇ ਦੇ, ਕਿਸੇ ਕੋਲੇ ਕਿਸੇ ਨੇ ਧੀ ਵਿਆਹੁਣੀ ਆ, ਕਿਸੇ ਨੇ ਨਿਆਣਾ ਪੜਾਉਣਾ, ਕਿਸੇ ਦਾ ਕੋਠਾ ਡਿੱਗਾ, ਕਿਸੇ ਦੇ ਸਿਰ ਤੇ ਕਰਜ਼ਾ, ਕਿਸੇ ਘਰ ਬਿਮਾਰੀ ਆ, ਇਹ ਉਹਦੀ ਢਿੱਲੀ ਨਿੱਕਰ ਹੈ ਜਿਹਨੂੰ ਉਹਨੇ ਫੜ ਕੇ ਰੱਖਣਾ ਵੀ ਯਾਰ ਕਿਸੇ ਤਰ੍ਹਾਂ ਡਿੱਗੇ ਨਾ, ਕਿਉਂਕਿ ਨਹੀਂ ਤਾਂ ਖਤਮ ਹੋ ਜੂ ਕਹਾਣੀ। ਇੱਕ ਹੱਥ ਉਹਨੇ ਨਿੱਕਰ ਨੂੰ ਪਾਇਆ, ਦੂਜਾ ਹੱਥੋਂ ਫੜਿਆ ਪਾਪੇ ਨੇ ਜਿਹੜੇ ਲੀਡਰ ਨੇ, ਹੁਣ ਉਹਨੂੰ ਮੇਲੇ 'ਚ ਘੜੀਸੀ ਜਾ ਰਿਹਾ। ਹੁਣ ਇਹ ਸਿਚੁਏਸ਼ਨ ਜਵਾਕ ਦੇਖਦਾ ਰਿਹਾ ਵੀ ਯਾਰ ਮੈਂ ਆਹ ਛਣਕਣਾ ਲੈ ਲਵਾਂ, ਉਹ ਯਾਰ ਉਹ ਪਕਾਨੇ ਵਾਲਾ ਕੰਮ ਹੀ ਬੜਾ ਵਧੀਆ, ਉਹ ਆ ਗੁੱਡਾ ਜਿਹਾ ਕਿੱਡਾ ਵਧੀਆ, ਯਾਰ ਮੈਂ ਇਹ ਲੈ ਲਵਾਂ। ਉਹ ਵੱਧ ਤੋਂ ਵੱਧ ਨਾ ਨੀ ਕਰਕੇ ਕਹਿ ਸਕਦਾ ਵੀ ਮੈਨੂੰ ਉਹ ਦਵਾ ਦੇ। ਇਹ ਤੇ ਹੁਣ ਭਾਪੇ ਤੇ ਨਾ ਵੀ ਉਹਨੇ ਦਵਾਉਣਾ ਕਿ ਨਹੀਂ ਦਵਾਉਣਾ। ਤੁਸੀਂ ਦੇਖੋ ਵੀ ਇੱਥੋਂ ਇਹਦੀ ਜੇ ਤੁਹਾਡੇ ਹਿਸਾਬ ਨਾਲ ਚੱਲਿਆ ਜਾਵੇ ਤਾਂ ਚਾਹੀਦਾ ਐ ਸੀ ਵੀ ਪਾਪਾ ਪਹਿਲਾਂ ਨਿੱਕਰ ਚੰਗੀ ਪਵਾਉਂਦਾ ਉਹਨੂੰ, ਵੀ ਜਵਾਕ ਦੇ ਦੋਵੇਂ ਹੱਥ ਖਾਲੀ ਹੁੰਦੇ, ਫਿਰ ਉਹਨੂੰ ਇੱਕ ਹੱਥ ਨਾਲ ਉਂਗਲ ਫੜਾਉਂਦਾ, ਇੱਕ ਹੱਥ ਉਹਦਾ ਖਾਲੀ ਰੱਖਦਾ ਵੀ ਜਿਹਦੇ ਨਾਲ ਉਹ ਵੇਖ ਸਕਦਾ। ਹੁਣ ਭਾਪੇ ਨੇ ਪਹਿਲਾਂ ਹੀ ਸੈਟਿੰਗ ਇਦਾਂ ਦੀ ਕੀਤੀ ਆ ਵੀ ਭਾਈ ਸਾਹਿਬ ਜਵਾਕ ਕਿਤੇ ਜਾ ਨਹੀਂ ਸਕਦਾ ਸਵਾਏ ਰੋਣ ਤੋਂ। ਇਹ ਕੰਮ ਲੋਕਾਂ ਦਾ ਆਲਰੇਡੀ ਅਸੀਂ ਲੀਡਰਾਂ ਨੇ ਕੀਤਾ ਹੋਇਆ। ਮੈਂ ਦੱਸਦਾ, ਹੁਣ ਤੁਸੀਂ ਜਾਂ ਤਾਂ ਬਾਂਹ ਛਡਾ ਲਓ ਸਾਡੇ ਕੋਲੋਂ ਤੇ ਜਾਂ ਕੱਛਾ ਸੁੱਟ ਲਓ, ਦੋਵਾਂ 'ਚੋਂ ਇੱਕ ਕੰਮ ਕਰਨਾ ਪੈਣਾ। ਜਾਂ ਬਾਂਹ ਛਡਾ ਲਓ ਜਾਂ ਕੱਛਾ ਬਚਾ ਲਓ। ਅੱਛਾ ਚਲੋ ਹੁਣ ਮੇਰੀ ਗੱਲ ਸੁਣੋ, ਉਹਦਾ ਤਰੀਕਾ ਸਾਡੇ ਕੋਲ ਹੈਗਾ ਜੀ। ਪਿਛਲੇ ਹਰ 25 ਸਾਲੀ ਵੋਟਾਂ ਆਉਂਦੀਆਂ ਅਸੀਂ ਕੱਛਾ ਬਚਾ ਲਈਦਾ, ਬਾਂਹ ਨਹੀਂ ਛੁੱਟਦੀ, ਉਹੀ ਬਚਣਾ ਬਸ। ਮੇਰੀ ਗੱਲ ਸੁਣਿਓ, ਐਤਕੀ ਅਸੀਂ ਕਰਨਾ ਪਤਾ ਕੀ ਹੈ, ਐਤਕੀ ਇਧਰਲੇ ਪਾਸਿਓਂ ਕੱਛਾ ਫੜ ਰੱਖਣਾ ਹੀ, ਤੁਸੀਂ ਬਾਂਹ ਫੜ ਰੱਖਿਓ, ਅਸੀਂ ਐਤਕੀ ਹੌਲੀ ਦੇਣੀ, ਦੰਦੀ ਵੱਢਣੀ ਆ, ਜਦੋਂ ਆਹ ਦੇਣੀ ਕਰਕੇ ਤੁਸੀਂ ਬਾਂਹ ਛੱਡੀ ਤਾਂ ਅਸੀਂ ਨਾਲ ਹੀ ਛੜਕ ਨੂੰ ਹੱਥ ਪਾ ਲੈਣੀ ਉਧਰ।
ਤੁਸੀਂ ਐਤਕੀ ਦੇਖ ਲਓ ਕੰਮ ਇਹਦੇ ਦੇਖੋ ਇਹ ਦੰਦੀ ਵੱਢਣ ਦੀ ਹਿੰਮਤ ਜੇ ਆ ਜਾਵੇ ਪੰਜਾਬੀਆਂ 'ਚ, ਫਿਰ ਮੈਂ ਮੰਨਦਾ ਵੀ ਅਸੀਂ ਹਾਰ ਸਕਦੇ ਹਾਂ। ਪਰ ਇੰਨਾ ਸਾਨੂੰ ਪਤਾ ਵੀ ਅਸੀਂ ਇੰਨੀ ਕੁ ਵਿੱਥ ਪਾ ਕੇ ਰੱਖਦੇ ਵੀ ਇਹਦਾ ਗੁੱਟ ਤੱਕ ਮੂੰਹ ਨਹੀਂ ਪਹੁੰਚਣਾ ਚਾਹੀਦਾ। ਸੰਧਾਲੀ ਸਾਹਿਬ ਗੱਲ ਪਤਾ ਕੀ ਹੈ, ਚੀਕਾਂ ਜ਼ਰੂਰ ਮਾਰੇ। ਤੁਸੀਂ ਆਪਣੇ ਹਿਸਾਬ ਨਾਲ ਨਾ ਸੋਚੋ, ਨਿਆਣੇ ਦੇ ਦੰਦ ਅਸਲੀ ਹੁੰਦੇ, ਉਹ ਕਿਹੜਾ ਤੁਹਾਡੇ ਵਾਂਗੂ ਪੀੜ ਘਰੇ ਰਹਿ ਜਾਣੇ। ਨਹੀਂ ਇਹਦਾ ਸਮਾਂ ਦੱਸੂ ਤੁਸੀਂ ਜਿਹੜੇ 5 ਡਾਲੇ ਬਚਾਉਣੇ ਨਾ ਬਚਾ। ਦੇਖੋ ਟਿੱਪਣੀ ਤੁਸੀਂ ਜ਼ਰੂਰ ਕਰਿਆ ਕਰੋ ਜੀ। ਇਹ ਜਿਹੜੇ ਸਿੰਘ ਅਸੀਂ ਤੇ ਫਸਾ ਕੇ ਬਹਿ ਨੇ, ਮੈਂ ਤਾਂ ਕਰਕੇ ਕਹਿਣਾ ਵੀ ਇਹ ਜਿਵੇਂ ਮਰਜ਼ੀ ਬਾਠ ਸਾਹਿਬ ਕਹੇ ਜਿਹੜਾ ਅਸੀਂ ਸਵੇਰ ਤੱਕ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ, ਇਦਾਂ ਕਿੱਦਾਂ ਕਰ ਦਾਂਗੇ? ਸਵੇਰ ਤੱਕ ਨਹੀਂ, ਸਾਡੇ ਕੋਲ 7-8 ਮਹੀਨੇ ਹੈਗੇ। ਅਸੀਂ ਭਾਵੇਂ ਸਾਲ ਲਾਓ, ਤੁਹਾਡੇ ਕੋਲ 5 ਸਾਲਾਂ ਚ ਹੁੰਦਾ। ਦੇ ਵਿੱਚ ਤਾਂ ਪੱਛਮੀ ਬੰਗਾਲ ਦੀ ਇਲੈਕਸ਼ਨ ਦਾ ਨਤੀਜਾ ਤਬਦੀਲ ਹੋ ਜਾਂਦਾ ਹੈ। ਤੂੰ ਕੋਈ ਗੱਲ ਨਹੀਂ, ਉਹਦੇ 'ਚ ਕੀ ਫਰਕ ਪੈਂਦਾ? ਹੁਣ ਤਾਂ ਭਵਾਨੀਪੁਰ ਤੋਂ ਲੜਨੀ ਆ ਬੀਬੀ ਫਿਰ ਤੋਂ ਇਲੈਕਸ਼ਨ। ਇਹ ਨਹੀਂ ਮੈਨੂੰ ਸਮਝ ਆਈ ਬਾਠ ਸਾਹਿਬ। ਉਹ ਐਮਐਲਏ ਨੇ ਇੱਕ ਅਸਤੀਫਾ ਦਿੱਤਾ ਨਾ, ਉਹਨੇ ਸੀਟ ਖਾਲੀ ਕਰਤੀ। ਉੱਥੋਂ 2-3 ਜਗ੍ਹਾ ਤੋਂ ਮੇਰਾ ਖਿਆਲ ਇਹ ਵੀ ਸੀ ਨਾ ਵੀ ਉੱਥੋਂ ਜੇ ਉੱਥੋਂ ਦੀ ਇਲੈਕਸ਼ਨ ਕੰਪਲੀਟ ਨਹੀਂ ਹੋਈ ਸੀ, ਉਧਰੋਂ ਕਿਸੇ ਇਲਾਕੇ 'ਚੋਂ ਜਿੱਤ ਲੈਂਦੇ, ਇੱਕ ਪਾਰਟੀਕੂਲਰ ਇਲਾਕੇ 'ਚੋਂ ਕਿਉਂ? ਦੇਖੋ ਉਹਦੇ 2-3 ਕਾਰਨ ਨੇ ਸੰਧਾਲੀਆ ਸਾਹਿਬ। ਪਹਿਲੀ ਗੱਲ ਕਿ ਬੀਬੀ ਮਮਤਾ ਬੈਨਰਜੀ ਐਮਐਲਏ ਨਹੀਂ ਹੈਗੇ। 6 ਮਹੀਨਿਆਂ 'ਚ ਚੋਣ ਲੜਨੀ ਜ਼ਰੂਰੀ ਹੈ ਜੇ ਉਹਨਾਂ ਨੇ ਮੁੱਖ ਮੰਤਰੀ ਰਹਿਣਾ। ਹੁਣ 2 ਕਾਰਨ ਨੇ, ਇੱਕ ਤਾਂ ਕੁਝ ਐਮਐਲਏ ਅਸਤੀਫਾ ਵੀ ਦੇ ਗਏ ਉੱਥੇ, ਕਿਉਂਕਿ ਉਹ ਉੱਪਰਲੇ ਪਾਸੇ ਐਮਪੀ ਵੀ ਹੈਗੇ ਆ, ਸੀਟਾਂ ਉਹ ਵੀ ਖਾਲੀ ਹੋਣੀਆਂ, 2 ਸੀਟਾਂ ਦੇ ਉੱਤੇ ਚੋਣ ਹੋਣ ਵਾਲੀ ਬਾਕੀ ਹੈ। ਫਿਰ ਕੀ ਕਾਰਨ ਹੈ? ਕੀ ਕਾਰਨ ਹੈ ਕਿ ਭਾਈ ਇਲੈਕਸ਼ਨ ਉਹਨਾਂ ਨੇ ਉੱਥੋਂ ਹੀ ਲੜਨੀ? ਅਸਲ ਦੇ ਵਿੱਚ ਵਿਸ਼ੇਸ਼ ਕਾਰਨ ਹੈ, ਇਸੇ ਭਵਾਨੀਪੁਰ ਵਾਲੇ ਵਿਧਾਨ ਸਭਾ ਹਲਕੇ ਤੋਂ ਬੀਬੀ ਮਮਤਾ ਬੈਨਰਜੀ 2011 ਚ ਇਲੈਕਸ਼ਨ ਲੜੇ ਸੀ ਤੇ ਜਿੱਤੇ। ਇਸੇ ਵਿਧਾਨ ਸਭਾ ਚੋਣ ਤੋਂ ਇਹ ਹਲਕੇ ਤੋਂ 2016 ਚ ਲੜੇ ਸੀ ਤੇ ਜਿੱਤੇ। ਐਤਕੀ ਤਾਂ ਉਹਨਾਂ ਨੇ ਸਿਰਫ ਕਿਉਂਕਿ ਸ਼ੁਭੇਂਦਰੂ ਅਧਿਕਾਰੀ ਉਹਨਾਂ ਨੂੰ ਮੂਹਰੇ ਹੋ ਕੇ ਟੱਕਰ ਨੂੰ ਫਿਰਦਾ ਸੀ ਕਿ ਮੈਂ ਸਾਰੇ ਸੂਬੇ ਦੇ ਵਿੱਚੋਂ ਹੁੰਜਾ ਫੇਰਨਾ, ਬੀਬੀ ਜੀ ਤਾਂ ਉੱਥੇ ਵੈਸੇ ਹੀ ਗਏ ਸੀ। ਪਰ ਹਾਂ, ਇਹ ਹੋ ਸਕਦਾ ਸੀ ਕਿ ਜੇ ਖਰਚਾ ਬਚਾਉਣਾ ਹੈ, ਹੁਣ ਉੱਥੋਂ ਦੀ ਇਲੈਕਸ਼ਨ ਵੀ ਹੋਊਗੀ ਦੁਬਾਰਾ, ਜੇ ਦੂਜੇ ਪਾਸਿਓਂ ਲੜ ਲੈਂਦੇ ਤਾਂ ਚੰਗਾ ਸੀ। ਪਰ ਬੀਬੀ ਨੂੰ ਵੀ ਪਤਾ ਹੈ ਕਿ ਜੇ ਮੈਂ ਸੁਰੱਖਿਅਤ ਹਲਕੇ ਤੋਂ ਚੋਣ ਨਾਲ ਲੜੀ, ਉਹਨਾਂ ਨੇ ਫੇਰ ਰਲ ਕੇ ਟੁੱਟ ਕੇ ਪੈ ਜਾਣੇ ਕਿ ਭਾਈ ਬਾਕੀ ਸਾਰਾ ਬੰਗਾਲ ਭਾਵੇਂ ਸਾਰੇ ਹਰ ਜਾਓ, ਬੀਬੀ ਨੇ ਜਿੱਤਣ ਦੇਣੀ। ਇਹ ਭਵਾਨੀਪੁਰ ਦਾ ਬੜਾ ਸੇਫ ਹਲਕਾ, ਸੁਰੱਖਿਅਤ ਹਲਕਾ, ਤੇ ਮੈਨੂੰ ਇਹ ਵੀ ਪਤਾ ਹੈ ਕਿ ਜੇ ਬੀਬੀ ਭਵਾਨੀਪੁਰ ਤੋਂ ਇਲੈਕਸ਼ਨ ਲੜਦੇ ਆ ਤਾਂ ਜਿਹੜੇ ਐਮਐਲਏ ਨੂੰ ਅਸਤੀਫਾ ਦਵਾਇਆ ਉਹਨੂੰ ਇਹ ਖਾਲੀ ਸੀਟ ਤੋਂ ਕੈਂਡੀਡੇਟ ਬਣਾਉਣਗੇ ਜ਼ਰੂਰ। ਨਹੀਂ ਉਹ ਤਾਂ ਹੈ, ਪਰ ਸੈਟਿੰਗ ਹੈ। ਪਰ ਕੁੱਲ ਮਿਲਾ ਕੇ ਇੰਨਾ ਤਾਂ ਹੈਗਾ ਹੀ ਹੈ ਨਾ ਵੀ ਇਹ ਜਿੱਧਰ ਨੂੰ ਵੀ ਜੋ ਵੀ ਤਿਕੜਮਾਂ ਲੜਾਉਣ ਦੀ ਇਸ ਵਕਤ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਦੇ ਵਿੱਚ ਜਗਦੀਪ ਧਨਖੜ ਸਾਹਿਬ ਵੱਲ ਮੇਰਾ ਧਿਆਨ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਫਿਰ ਕੀ ਕਰਦੇ ਨੇ। ਮੈਂ ਸੋਚਦਾ ਸੀ ਜੇ ਕਿਤੇ ਸੰਧਾਲੀਆ ਸਾਹਿਬ ਤੁਹਾਨੂੰ ਰਾਜਪਾਲ ਲਾ ਦੇਣ, ਚਲੋ ਅੱਜ ਤਾਂ ਤੁਸੀਂ ਵਧੀਆ ਚੱਲਦੇ ਫਿਰਦੇ ਹੋ, ਵਧੀਆ ਗੋਡੇ ਕਹਿਮਾ, ਮੰਨ ਲਓ 7-8 ਸਾਲਾਂ ਤੱਕ ਕਹਿਣ ਕਿ ਨਹੀਂ ਭਾਈ ਹੁਣ ਬੰਦੇ ਨੂੰ 7-8 ਸਾਲਾਂ ਤੱਕ ਗੋਡੇ, ਮੈਂ ਕਿਹਾ, ਅੱਛਾ ਮੈਂ ਕਿਹਾ ਕਿ ਪਤਾ ਨਹੀਂ ਮਹਾਰਾਜ ਦੇ ਰੰਗਾਂ ਦਾ। ਠੀਕ, ਹੁਣ ਦੇਖੋ ਭਾਰ ਦੇ ਹਿਸਾਬ ਨਾਲ ਗੋਡਿਆਂ ਦੇ ਬੋਝ ਵੀ ਬੜਾ ਪੈਂਦਾ। ਖੁੰਡੀ ਹੋਵੇ ਮੇਰੇ ਕੋਲੇ, ਖੁੰਡੀ ਹੋਵੇ ਤਾਂ ਉਹਲੇ ਕਹਿਣ ਕਿ ਚਲੋ ਯਾਰ ਸੰਧਾਲੀਆ ਸਾਹਿਬ ਨੂੰ ਰਾਜਪਾਲ ਲਾ ਦਿਓ। ਮੈਂ ਤਾਂ ਸੋਚਦਾ ਤੁਸੀਂ ਤਾਂ ਸਰਕਾਰ ਟਿਕਣ ਹੀ ਨਹੀਂ ਦੇਣੀ, ਤੁਸੀਂ ਤਾਂ 30 ਦਿਨ ਮੁੱਖ ਮੰਤਰੀ ਮੈਨੂੰ ਇਹ ਮੁੱਖ ਮੰਤਰੀ ਜਿਹਦਾ ਤੁਹਾਡਾ ਉਦੋਂ ਤੇ ਮੈਂ ਆਵਾਂ ਰਾਜਪਾਲ, ਚੀਕਾਂ ਕਢਾ ਦਿਆਂ ਚੀਕਾਂ ਵੀਰ। ਮੈਂ ਜਣੀ ਅਰਵਿੰਦ ਕੇਜਰੀਵਾਲ ਨੂੰ ਕੁਰਸੀਆਂ ਤੇ ਸੌਵਾਂ ਦਫ਼ਤਰ ਦੇ ਰੋਜ਼, ਮਤਲਬ ਮੈਨੂੰ ਆਣ ਕੇ ਉਹ ਸਾਥੀ ਮੇਰੇ ਦੱਸਿਆ ਕਰਨ, ਉਹ ਆਖਣ ਵੀ ਜਨਾਬ ਇੱਕ ਬੰਦਾ ਬਾਹਰ ਸੋਫੇ ਦੇ ਜੇ ਗੁੱਛੀ ਹੋਇਆ। ਮੈਂ ਕਿਹਾ ਕੋਈ ਨਹੀਂ, ਉਹਨੂੰ ਪਿਆ ਰਹਿਣ ਦਿਓ, ਉਹਨੂੰ ਚਾਹ ਪਾਣੀ ਪੁੱਛ ਲਓ ਉੱਥੇ। ਉਹਨਾਂ ਨੇ ਵੀਰ ਤੂੰ ਜਾਣਾ ਨਹੀਂ, ਜੇ ਸਿਆਲਾ ਤਾਂ ਕੂਲਰ ਲਾ ਦਿਓ, ਜੇ ਗਰਮੀਆਂ ਨਹੀਂ ਜੇ ਗਰਮੀਆਂ ਤਾਂ ਬੂਹਾ ਲਾ ਦਿਓ। ਨਹੀਂ ਕਾਰਨ ਹੈ ਨਾ, ਦੇਖੋ ਹੁਣ ਭਰਾ ਹੈ ਇੰਨਾ ਕਿ ਮੈਨੂੰ ਕਰਨਾ ਪੈਣਾ। ਮੈਂ ਨਾ ਵੀ ਉਹਨੂੰ ਮੁਸ਼ਕਲ ਕੋਈ ਨਹੀਂ ਆਉਣੀ ਚਾਹੀਦੀ, ਪੱਖੀ ਦੇ ਦਿਓ ਅੰਦਰ, ਰੋਟੀ ਪਾਣੀ ਉਹਨੂੰ ਉੱਤੇ ਮਿਲਣਾ ਚਾਹੀਦਾ। ਪੱਖੀ ਦੇ ਦਿਓ, ਝਾਲਰ ਦੇੜ ਕੇ ਦੇਣੀ ਆ, ਡੁੰਡ ਜੇ ਦੇਣਾ, ਉਹਨੂੰ ਜਾਣ ਨਹੀਂ ਦੇਣਾ ਕਿਤੇ ਵੀ, ਬਾਕੀ ਕੰਮ ਇੱਥੋਂ ਚਲਾਈ ਜਾਣਾ। ਹੁਣ ਇਹੋ ਕੰਮ ਦੇਖੋ ਪੱਛਮੀ ਬੰਗਾਲ 'ਚ ਵੀ ਤਾਂ ਇਹੋ ਕੁਛ ਹੀ ਹੋਣ ਡਿਆ, ਇਹੋ ਕੁਝ ਦਿੱਲੀ 'ਚ ਹੋਣ ਡਿਆ। ਇਹ ਜੋ ਜਿੱਧਰ ਨੂੰ ਇਸ ਵਕਤ ਕੰਮ ਚੱਲ ਪਿਆ ਨਾ, ਇਹ ਤਾਂ ਆ ਸੈੱਟ ਨਹੀਂ ਆਇਆ ਪੰਜਾਬ ਦੇ ਵਿੱਚ। ਪਤਾ ਨਹੀਂ ਹੁਣ ਕਿਵੇਂ ਕੈਪਟਨ ਸਾਹਿਬ ਨੇ ਉਸ ਮੌਕੇ ਤੋਂ ਚੀਜ਼ ਸਾਂਭ ਲਈ ਹੈ। ਜੇ ਕਿਤੇ ਦਾ ਲੱਗ ਜਾਂਦਾ, ਸਾਲ ਖੰਡ ਜਿਹੜੇ ਚੰਡੀਗੜ੍ਹ ਬੈਠੇ ਨੇ ਇਸ ਵਕਤ ਸਾਹਿਬ, ਉਹਨਾਂ ਦੇ ਬਦਨੌਰ ਸਾਹਿਬ ਦੇ ਦਾ ਆ ਜਾਂਦਾ ਨਾ ਕਿਤੇ ਪੰਜਾਬ, ਤੇ ਉਹਨੂੰ ਬਹਿ ਜਾ ਕਰਾ ਦੇਣੀ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਕਿਸਾਨ ਅੰਦੋਲਨ ਚੱਲਦਾ ਤੇ ਉੱਥੇ ਬਹੁਤ ਸਾਰੀਆਂ ਪੱਖੀਆਂ ਗਈਆਂ, ਕਿਉਂਕਿ ਸਾਰੀ ਜਗ੍ਹਾ ਦੇ ਉੱਤੇ ਬੱਤੀ ਨਹੀਂ ਹੈਗੀ, ਕੂਲਰ ਪੱਖੇ ਨਹੀਂ ਹੈਗੇ, ਬੱਤੀ ਚਾ ਵੀ ਸਕਦੀ ਆ, ਬਿਜਲੀ। ਹੁਣ ਪੱਖੀਆਂ ਜਿਹੜੀਆਂ ਨੇ ਝੱਲਣੀਆਂ ਵੀ ਪੈਣੀਆਂ, ਕਈਆਂ ਨੇ ਝਾਲਰ ਨਾਲ ਲਾ ਕੇ ਭੇਜੀਆਂ। ਪੱਖੀ ਝੱਲਦਿਆਂ ਜਿਹੜਾ ਪਹਿਲਾ ਕਬਜ਼ਾ ਜਿਹਾ ਹੁੰਦਾ, ਕਦੀ ਉਹਦੇ ਵਿੱਚ ਹੱਥ ਆਇਆ? ਹਾਂ, ਇੱਥੇ ਚਿੰਡੀ ਬਹੁਤ ਵੱਢਦੀ ਹੁੰਦੀ ਸੀ ਨਾ। ਮੈਂ ਇਹ ਗੱਲ ਤਾਂ ਆਖੀ ਹੈ ਕਿ ਭੁੱਲ ਹੀ ਗਏ ਸੀ ਹੁੰਦੇ ਇਨਵਰਟਰ ਆਇਆ ਕਿ ਭਾਈ ਪੱਖੀ ਕਹਿ ਰਹੀ ਉਹ ਹੱਥ ਉਹਦੇ ਵਿੱਚ ਆਉਂਦਾ, ਬੰਦਾ ਫਿਰ ਕਰਦਾ ਕਿਹਦਾ ਹੱਥ ਆਇਆ, ਕਿਹਦੇ ਇੱਥੇ ਗਰੀਸ ਜੀ ਲੱਗੀ ਹੈ, ਕਿਹਦੇ ਚੁੰਡੀ ਵੱਢ ਹੋਈ ਹੈ, ਕਿ ਟਿੱਪਣੀਆਂ ਉਹ ਵੀ ਲਿਖ ਦਿਓ। ਹਾਂ ਨਹੀਂ ਜ਼ਰੂਰ ਚਾਹੀਦਾ। ਵੈਸੇ ਉਹਦੇ 'ਚ ਵੀ ਨਾ ਕੁਝ ਖਾਸ ਪੱਖੀਆਂ ਸੀ ਜਿਨ੍ਹਾਂ ਦੇ ਵਿੱਚ ਇੱਥੇ ਚੁੰਡੀ ਜੀ ਹੱਥ ਆਉਂਦਾ, ਬਾਕੀ ਬੰਦੇ ਨੂੰ ਹਿਸਾਬ ਲਾ ਜਾਂਦਾ। ਉਸ ਤੋਂ ਬਾਅਦ ਜਿਹੜੀ ਉਹ ਘੜਕੇ ਹੀ ਇਦਾਂ ਬਣਾਈ ਹੁੰਦੀ ਵੀ ਉੱਥੇ ਵਾਸ਼ਲ ਜੀ ਮੋਟੀ ਹੁੰਦੀ ਵੀ ਉੱਥੋਂ ਤੱਕ ਹੱਥ ਜਾਂਦਾ ਨਹੀਂ। ਸੰਧਾਲੀਆ ਸਾਹਿਬ ਪੱਖੀ ਦੇ ਕੰਮ ਬੜੇ ਹੁੰਦੇ। ਗਰਮੀਆਂ ਨੂੰ ਨਿਆਣਿਆਂ ਨੂੰ ਇੱਦਾਂ ਪੱਖੀ ਝੱਲਣੀ, ਬੀਬੀਆਂ ਨੇ ਬੱਤੀ ਚੱਲ ਗਈ ਹੋਣੀ, 2 3 4 5 ਨਿਆਣੇ ਐਂ ਪਏ ਹੋਣੇ ਨਾ, ਸਾਰਿਆਂ ਨੂੰ ਇੱਦਾਂ ਪੱਖੀ ਝੱਲੀ ਜਾਣੀ। ਇੱਕ ਅੱਧਾ ਤੁਹਾਡੇ ਵਰਗਾ ਵਿੱਚੋਂ ਸ਼ਰਾਰਤੀ ਹੁੰਦਾ, ਉਹਨੇ ਟਿਕਣਾ ਨਹੀਂ, ਬੀਬੀ ਨੇ ਕਹਿਣਾ ਦੁਪਹਿਰਾ ਟਿਕ ਲਾ ਦੁਪਹਿਰਾ। ਤੇ ਜਦੋਂ ਉਹਨੇ ਦੇਖਣਾ ਬੀਬੀ ਦੀ ਹੁਣ ਅੱਖ ਲੱਗ ਗਈ ਲੱਗਦੀ ਆ, ਹੌਲੀ ਦਿਨ ਨਾ
ਮੰਜਾ ਬਣਦਾ ਕੀ ਨਹੀਂ ਕਰਨਾ, ਨਾਲ ਹੀ ਛੱਡਵੀਂ ਪੱਖੀ ਤਿੱਕ 'ਚ ਨਾਲੇ ਉਹਨੇ ਬੱਖੀ ਫੜੀ ਹੋਣੀ, ਨਾਲੇ ਹੌਲੀ ਜਿਹੀ ਪੱਖੀ ਆ ਲੈ ਬੀਬੀ ਫੜ ਲੈ ਪੱਖੀ। ਆ ਕੇ ਪੱਖੀ ਨਾਲ ਕੁੱਟ ਖਾਧੀ ਜਿਨ੍ਹਾਂ ਨੇ, ਉਹ ਵੀ ਤੁਸੀਂ ਜ਼ਰੂਰ ਟਿੱਪਣੀ ਆਪਣੀ ਲਿਖਿਓ। ਕਿਸਾਨਾਂ ਦੀ ਗੱਲ ਚਲਾਈ ਹੈ WhatsApp ਤੇ, ਕਿਸਾਨਾਂ ਨੇ ਦੇਖੋ ਅਲਟੀਮੇਟਮ ਦੇਤਾ, ਕਹਿੰਦੇ ਵੀ 25 ਤਰੀਕ ਆ ਸਰਕਾਰ ਜੀ। ਇੱਕ ਮੈਂ ਗੱਲ ਕਰਨੀ ਸੀ, ਉਹ ਕਰ ਲਓ ਯਾਰ। ਮੈਂ ਵੈਸੇ ਹੀ ਮੇਰੇ ਮਨ 'ਚ ਆ ਗਿਆ ਪੱਖੀ ਤੋਂ ਬੀਬੀ ਤੋਂ। ਮੈਂ ਸੋਚਦਾ ਸੀ ਜਦੋਂ ਡਾਕਟਰ ਰਾਮ ਰਹੀਮ ਹੁਰੀ ਉਹ ਗਏ ਹੋਣਗੇ ਉੱਥੇ, ਤਾਂ ਜਾ ਕੇ ਕਹਿੰਦੇ ਹੋਣਗੇ ਬੀਬੀ ਮੱਥਾ ਟੇਕਦਾ, ਤੇ ਫੇਰ ਕੀ ਦਾ ਤੇ ਬੀਬੀ ਕਿੱਥੋਂ ਆਇਆ? ਵੈਸੇ ਗੱਲ ਹੀ ਆ। ਉਹ ਨਹੀਂ, ਚਲੋ ਹੁਣ ਅੱਗੇ ਆ। ਬੀਬੀ ਨੂੰ ਕਿਹੜਾ ਪਤਾ ਨਹੀਂ, ਬੀਬੀ ਨੇ ਕਿ ਮੈਂ ਮੁਲਾਕਾਤ ਕੀਤੀ ਹੈ ਜੀ। ਹਾਂ, ਕੀ ਗੱਲਾਂ ਕਰਦੇ ਹੋ WhatsApp। ਅੱਛਾ ਕਾਰਨ ਇਹ ਆ ਵੀ ਵੈਸੇ ਗੱਲ ਦਿਮਾਗ 'ਚ ਕਿੱਥੋਂ ਆਇਆ ਨਹੀਂ, ਇਹ ਵੀ ਤੇ ਪੁੱਛਿਆ ਇਹਨੂੰ ਅੰਦਰ ਦਿੱਤਾ ਕਿਹੜੀ ਗੱਲੋਂ? ਕਿਹੜੀ ਗੱਲੋਂ ਨਹੀਂ, ਨਾਲੇ ਉੱਥੇ ਗੋਡੀ ਠੀਕ ਕਰਦੇ ਹੀ, ਗੋਡੀ ਦਾ ਕੰਮ ਮਿਲਿਆ ਨਾ। ਚਲੋ ਆਪਾਂ ਕਿਸਾਨਾਂ ਦੇ ਚਲੀਏ। ਆ ਜਾਓ। 25 ਤਰੀਕ ਉਹਨਾਂ ਨੇ ਕਹਿਤੀ ਮੋਦੀ ਸਾਹਿਬ ਨੂੰ ਚਿੱਠੀ ਲਿਖ ਕੇ, ਉਹ ਕਹਿੰਦੇ ਵੀ ਦੇਖੋ ਜੀ ਸਰਕਾਰ ਸਾਡੇ ਨਾਲ ਦੁਬਾਰਾ ਤੋਂ ਗੱਲਬਾਤ ਸ਼ੁਰੂ ਕਰੇ, ਕਿਉਂਕਿ ਕਾਰਨ ਇਹ ਹੈ ਕਿ ਵੀ ਇੰਨਾ ਲੰਮਾ ਸਮਾਂ ਹੋ ਗਿਆ ਸਰਕਾਰ ਜੀ, ਤੁਸੀਂ ਸਾਡਾ ਚੇਤਾ ਹੀ ਭੁਲਾ ਲਿਆ, ਤੁਹਾਡੇ ਦਰਾਂ ਤੇ ਬੈਠੇ ਆ ਜੀ। ਹੁਣ ਨਾਲ ਜਿਹੜਾ ਉਹਨਾਂ ਨੇ 25 ਤਰੀਕ ਦਾ ਅਲਟੀਮੇਟਮ ਦਿੱਤਾ ਵੀ ਉਦੋਂ ਤੱਕ ਕੁਛ ਨਾ ਕੁਛ ਦੱਸੋ, ਨਹੀਂ ਤੇ ਅਸੀਂ ਆਪਣੀ ਅਗਲੀ ਰਣਨੀਤੀ ਘੜਾਂਗੇ। ਹੁਣ ਇਹਦੇ 'ਚ ਮੈਨੂੰ ਲੱਗਦਾ ਵੀ ਨਾਲੇ ਤਾਂ ਬੇਨਤੀ ਹੈ ਤੇ ਨਾਲੇ ਹਲਕਾ ਜਿਹਾ ਦਬਕਾ ਵੀ ਆ। ਹੁਣ ਮੇਰੇ ਖਿਆਲ ਨਾਲ ਜੇ ਇੱਕ ਵਾਰਾਂ ਪਹਿਲ ਕੀਤੀ ਗਈ ਹੈ ਕਿਸਾਨ ਜਥੇਬੰਦੀਆਂ ਵੱਲੋਂ, ਤੇ ਸਰਕਾਰ ਨੂੰ ਵੀ ਚਾਹੀਦਾ ਵੀ ਖੁੱਲ੍ਹ ਦਿਲੀ ਦੇ ਨਾਲ ਆਖੇ ਵੀ ਠੀਕ ਹੈ ਯਾਰ ਆ ਜਾਓ ਆਪਾਂ ਗੱਲ ਕਰਦੇ ਹਾਂ। ਇਹ ਨਾ ਹੋਵੇ ਕਿ ਉਹ 25 ਲੰਘਾ ਕੇ, ਤੇ ਜਿੱਦਾਂ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੀ ਆ ਵੀ ਅਗਲਾ ਕਹਿੰਦਾ ਚੰਗਾ ਫਿਰ ਨੂੰ ਲਾ ਲੈਣ ਦੇ, ਜ਼ੋਰ ਕੋਈ ਗੱਲ ਨਹੀਂ, ਕਹੇ ਅਗਲਾ ਕਹੇ ਚਲੋ ਜਵਾਬ ਲਿਖ ਦੀ, ਨਾ 26 ਨੂੰ ਲਿਖਿਓ, ਪਹਿਲਾਂ ਪਤਾ ਕਰ ਲਓ ਵੀ ਇਹ ਕੀ ਰਣਨੀਤੀ ਘੜਦੇ। ਮਤਲਬ ਇਹ ਨਾ ਹੋਵੇ, ਮੈਂ ਕਹਿੰਦਾ ਇਹ ਨਾ ਹੋਵੇ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਕਿਸਾਨਾਂ ਨੇ ਇਹ ਸਟੈਪ ਬਹੁਤ ਸਿਆਣਪ ਵਾਲਾ ਲਿਆ। ਪਿਛਲੇ 6-7 ਦਿਨਾਂ ਤੋਂ ਇੱਕ ਵਿਸ਼ੇਸ਼ ਤਰ੍ਹਾਂ ਦੀ ਮੁਹਿੰਮ ਚੱਲਣ ਲੱਗ ਪਈ ਸੀ ਸੋਸ਼ਲ ਮੀਡੀਆ ਤੇ, ਇੱਕ ਕਿਸਾਨ ਅੰਦੋਲਨ ਗਿਆ, ਕਿਸਾਨ ਉੱਥੇ ਬੈਠੇ ਰਹਿਣ। ਕਿਸਾਨਾਂ ਨੇ ਉਹਦੇ ਮੁਕਾਬਲੇ ਦੇ ਉੱਤੇ ਮੁਹਿੰਮ ਚਲਾਈ ਸੀ ਕਿ ਮਹਾਮਾਰੀ ਫੈਲੀ ਹੋਆ, ਅਸੀਂ ਨਹੀਂ ਚਾਹੁੰਦੇ ਕਿ ਵੱਡੀਆਂ ਕਾਨਫਰੰਸਾਂ ਕਰਕੇ ਤਾਂ ਲੋਕਾਂ ਨੂੰ ਬਲਦੀ ਦੇ ਬੁੱਥੇ ਦਈਏ, ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਡੇ ਕਿਸਾਨ ਅੰਦੋਲਨ ਨੂੰ ਇਸ ਕਰਕੇ ਬਦਨਾਮ ਕਰੇ ਕਿ ਭਾਈ ਇਹ ਕਰੋਨਾ ਫੈਲਾਉਂਦੇ ਫਿਰਦੇ ਆ, ਇਸ ਕਰਕੇ ਅਸੀਂ ਬੈਠੇ ਆ, ਅਸੀਂ ਲੋਕਾਂ ਦੀ ਸੁਰੱਖਿਆ ਭਾਲਦੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਸਰਕਾਰ ਸਾਨੂੰ ਕੋਈ ਸਹੂਲਤ ਨਹੀਂ ਦਿੰਦੇ, ਅਸੀਂ ਆਪਣੇ ਹਸਪਤਾਲ ਇੱਥੇ ਬਣਾਏ ਆ, ਜੇ ਕੋਈ ਬੰਦਾ ਸ਼ੱਕੀ ਹੁੰਦਾ ਉਹਨੂੰ ਉਸੇ ਵੇਲੇ ਹਸਪਤਾਲ ਦੇ ਵਿੱਚ ਦਾਖਲ ਕਰਕੇ ਪੂਰੀ ਸਹੂਲਤ ਦੇਈਦੀ ਆ, ਡਾਕਟਰ ਸਾਡੇ ਕੋਲ ਹੈ, ਅਸੀਂ ਆਸ-ਪਾਸ ਦੇ ਲੋਕਾਂ ਦਾ ਖਿਆਲ ਰੱਖਦੇ ਹਾਂ। ਹੁਣ ਇਹਦੇ ਵਿੱਚ ਤੁਸੀਂ ਦੇਖੋ ਕਿ ਬਹੁਤ ਸਿਆਣਪ ਵਾਲਾ ਕਦਮ ਹੈ ਕਿ ਦੇਸ਼ ਦੇ ਸਭ ਤੋਂ ਤਾਕਤਵਰ ਅਹੁਦੇ ਤੇ ਬੈਠੇ ਹੋਏ ਵਿਅਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਚਿੱਠੀ ਲਿਖੀ। ਉਹਦੇ ਵਿੱਚ ਕਿਹਾ ਕਿ ਅਸੀਂ ਲੋਕਤੰਤਰੀ ਪ੍ਰਕਿਰਿਆ 'ਚ ਵਿਸ਼ਵਾਸ ਕਰਦੇ ਹਾਂ, ਅਸੀਂ ਸ਼ਾਂਤੀ ਦੇ ਨਾਲ ਅੰਦੋਲਨ ਕਰ ਰਹੇ ਹਾਂ, ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਤੇ ਪ੍ਰਧਾਨ ਮੰਤਰੀ ਸਾਹਿਬ 26 ਮਈ ਨੂੰ ਸਾਨੂੰ 6 ਮਹੀਨੇ ਹੋ ਜਾਣੇ ਬੈਠਿਆਂ ਨੂੰ, ਤੇ ਅਸੀਂ 25 ਤਰੀਕ ਤੱਕ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਦੇਸ਼ ਭਰ ਦੇ ਕਿਸਾਨਾਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ ਤੁਸੀਂ ਫੈਸਲਾ ਕਰੋ, ਕਿਸਾਨਾਂ ਦੀਆਂ ਮੰਗਾਂ ਮੰਨ ਲਓ, 4 ਕਦਮ ਅਗਲੇ ਪਾਸੇ ਨੂੰ ਵਧੋ, ਵਿਚਾਰ ਗੱਲਬਾਤ ਜਿਹੜੀ ਆ ਦੁਬਾਰਾ ਸ਼ੁਰੂ ਕਰੋ, ਕਿਉਂਕਿ ਅਸੀਂ ਤੁਹਾਡੇ ਦੇਸ਼ ਦੇ ਨਾਗਰਿਕ ਹਾਂ, ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਦੇਖੋ ਬਿਲਕੁਲ ਸ਼ਾਂਤੀ ਨਾਲ ਬੈਠੇ ਹਾਂ। ਇਹਦੇ ਨਾਲ ਇੱਕ ਤਾਂ ਇਹ ਗੱਲ ਗਈ ਕਿ ਕਿਸਾਨ ਗੱਲ ਕਰਨਾ ਚਾਹੁੰਦੇ। ਐਤਕੀ ਉਹਨਾਂ ਨੇ ਗੋਇਲ ਸਾਹਿਬ ਨੂੰ ਨਹੀਂ ਚਿੱਠੀ ਲਿਖੀ, ਐਤਕੀ ਉਹਨਾਂ ਨੇ ਤੋਮਰ ਸਾਹਿਬ ਨੂੰ ਚਿੱਠੀ ਨਹੀਂ ਲਿਖੀ, ਸਿੱਧੀ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ ਕਿ ਭਾਈ ਆ ਦੇਖ ਲਓ। ਪਰ ਨਾਲ ਜਿਹੜੀ ਇਹ ਗੱਲ ਕਹੀ ਹੈ ਕਿ ਜੇ ਤੁਸੀਂ 25 ਤਰੀਕ ਤੱਕ ਫੈਸਲਾ ਨਾ ਕੀਤਾ ਤਾਂ 26 ਤਰੀਕ ਨੂੰ ਜਿੱਦਣ 6 ਮਹੀਨੇ ਹੋਣੇ ਆ, ਸਾਨੂੰ ਅਗਲਾ ਐਕਸ਼ਨ ਲੈਣ ਦੇ ਲਈ ਮਜਬੂਰ ਹੋਣਾ ਪਊ। ਦੇਖੋ ਜੇ ਵੈਸੇ ਹੀ ਕਹਿੰਦੇ ਅਸੀਂ ਚੱਲੇ ਜੀ ਪਾਰਲੀਮੈਂਟ ਵਾਲੇ ਪਾਸੇ ਜਾਂ ਵੱਖ-ਵੱਖ ਸੂਬਿਆਂ 'ਚ ਅਸੀਂ ਰੈਲੀਆਂ ਕਰਨ ਲੱਗੇ ਹਾਂ, ਫਿਰ ਸਿੱਧਾ ਇਲਜ਼ਾਮ ਆਉਣਾ ਸੀ ਕਿ ਕਿਸਾਨ ਬਚਦੇ ਨਹੀਂ, ਦੱਬਦੇ ਨਹੀਂ, ਰੁਕਦੇ ਨਹੀਂ, ਇਹਨਾਂ ਨੂੰ ਨਹੀਂ ਪਤਾ ਕਰੋਨਾ ਫੈਲਿਆ। ਹੁਣ ਜਦੋਂ ਉਹਨਾਂ ਨੇ ਪੂਰਾ 1 ਹਫ਼ਤਾ ਦੇ ਦਿੱਤਾ ਕਿ ਭਾਈ ਹਫ਼ਤਾ ਤੁਹਾਡੇ ਕੋਲ ਹੈ, ਵਿਚਾਰ ਕਰਕੇ ਸਾਨੂੰ ਦੱਸੋ, ਗੱਲਬਾਤ ਸਾਡੇ ਨਾਲ ਸ਼ੁਰੂ ਕਰੋ, ਅਸੀਂ ਕੁਝ ਨਹੀਂ ਕਰਦੇ, ਅਸੀਂ ਜਿੱਥੇ ਆ ਉੱਥੇ ਬੈਠੇ ਰਹਾਂਗੇ। ਪਰ ਜੇ ਭਲਕ ਨੂੰ ਕਿਸਾਨਾਂ ਦੇ ਨਾਲ ਸਰਕਾਰ ਦੀ ਕੋਈ ਗੱਲਬਾਤ ਨਹੀਂ ਚੱਲਦੀ, ਕੋਈ ਅਗਲਾ ਐਕਸ਼ਨ ਲੈਣ ਦੀ ਕਿਸਾਨ ਤਿਆਰੀ ਕਰਦੇ ਕਿ ਅਸੀਂ ਫਲਾਨੀ ਜਗ੍ਹਾ ਨੂੰ ਜਾਣਾ, ਫਿਰ ਕਿਤੇ ਨਾ ਕਿਤੇ ਉਹਨਾਂ ਦੇ ਕਹਿਣ ਨੂੰ ਤਰਕ ਹੋਏਗਾ ਕਿ ਭਾਈ ਆ ਦੇਖੋ ਅਸੀਂ ਤਾਂ ਤੁਹਾਨੂੰ ਕਿਹਾ ਸੀ, ਤੁਸੀਂ ਗੱਲ ਸੁਣੀ ਨਹੀਂ, ਸਾਨੂੰ ਮਜਬੂਰੀ ਜਾਣਾ ਪਿਆ। ਇਹ ਵਧੀਆ ਗੱਲ ਆ। ਦੇਖੋ ਇਹਦੀ ਲੋੜ ਵੀ ਸੀਗੀ। WhatsApp ਆਪਾਂ ਬੜੀ ਦੇਰ ਤੋਂ ਇਹ ਗੱਲ ਕਰਦੇ ਆਉਂਦੇ ਸੀ ਵੀ ਯਾਰ ਜਦੋਂ ਤੋਮਰ ਸਾਹਿਬ ਨੂੰ ਘੇਰਿਆ ਸੀ, ਜਵਾਬ ਉਦਣ ਵੀ ਉਹਨਾਂ ਦਾ ਇਹੀ ਸੀਗਾ, ਦੇਖੋ ਜੀ ਅਸੀਂ ਤਾਂ 11 ਮੀਟਿੰਗਾਂ ਕੀਤੀਆਂ ਜੀ, ਅਸੀਂ ਜਿਹੜਾ ਆਫਰ ਦਿੰਦੇ ਜੀ ਮੰਨਦੇ ਨਹੀਂ, ਜਦੋਂ ਫਿਰ ਇਹ ਮੰਨਦੇ ਨਹੀਂ ਫਿਰ ਅਸੀਂ ਇਹਨਾਂ ਨਾਲ ਗੱਲ ਕੀ ਕਰੀਏ। ਹੁਣ ਕਾਰਨ ਇਹ ਆ ਵੀ ਜੇ ਅਗਲਾ ਬੰਦਾ ਮੰਨ ਲਓ ਮੈਂ ਆ ਤੇ ਮੈਂ ਆਖੀ ਜਾਵਾਂ ਵੀ ਇਹ WhatsApp ਇੱਦਾਂ ਹੀ ਆ, ਤੇ ਤੂੰ ਆਖਿਆ ਵੀ ਯਾਰ ਤੂੰ ਸਿਆਣਪ ਦੀ ਗੱਲ ਕਰ, ਮੈਂ ਤਾਂ ਉਹ ਗੱਲ ਨਹੀਂ ਕਰਦਾ ਜਿਹੜੀ ਤੂੰ ਕਰੀ ਜਾਂਦਾ। ਹੁਣ ਜਿਹੜੀ ਡਿਮਾਂਡ ਹੈ ਇਸ ਵਕਤ ਕਿਸਾਨਾਂ ਰੱਖੀ ਹੈ ਉਹਦੇ ਤੇ ਆਪਾਂ ਆਈਏ ਨਾ, ਆਪਣੇ ਵੱਲੋਂ ਆਪਾਂ ਇੱਕ ਟੋਟਾ ਜਿਹਾ ਆਫਰ ਲੈ ਕੇ ਤੇ ਫੇਰ ਚਲੇ ਜਾਈਏ ਤੇ ਉਹਨੂੰ ਆਪਾਂ ਗਿਣ ਲਈਏ ਓਕੇ ਨੰਬਰ 1 ਮੀਟਿੰਗ, ਅਗਲੀ ਵਾਰ ਫੇਰ ਚੱਲਾਂਗੇ। ਉਹ ਕਹਿੰਦੇ ਹੁਣ ਕੀ ਗੱਲ ਕਰਨੀ, ਗੱਲ ਅਸੀਂ ਉਹੀ ਕਰਨੀ, ਤੁਸੀਂ ਦੱਸੋ ਕੀ ਗੱਲ ਕਰਨੀ। ਉਹ ਕਹਿੰਦੇ ਯਾਰ ਉਹ ਤਾਂ ਗੱਲ ਨਿਬੜ ਗਈ, ਕੋਈ ਗੱਲ ਨਹੀਂ ਫੇਰ ਮਿਲਾਂਗੇ। ਨੰਬਰ 2 ਮੀਟਿੰਗ, ਜੇ ਤਾਂ ਇਦਾਂ ਦੀਆਂ 11 ਭਾਵੇਂ ਛੱਡ ਕੇ 111 ਮੀਟਿੰਗਾਂ ਵੀ ਕਰ ਲਓ, ਉਹਦਾ ਵੀ ਕੀ ਫਾਇਦਾ।
ਨਹੀਂ, ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ ਕਿ ਉਹਦਾ ਕੋਈ ਫਾਇਦਾ ਨਹੀਂ। ਮਤਲਬ ਇਹ ਨਿਬੇੜਨ ਨੂੰ 11 ਮੀਟਿੰਗਾਂ ਦੀ ਵੀ ਲੋੜ ਨਹੀਂ ਸੀ। ਜੇ ਨਿਬੜਨੀ ਹੁੰਦੀ ਤਾਂ ਪਹਿਲੀ 'ਚ ਹੀ ਨਿਬੜ ਸਕਦੀ ਸੀ। 11 ਮਿੰਟਾਂ 'ਚ ਨਿਬੜ ਸਕਦੀ ਹੈ। ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਇੱਕ ਵਾਰੀ ਫੇਰ ਬਹੁਤ ਵਧੀਆ ਚਾਂਸ ਹੈ। ਕਿਸਾਨਾਂ ਨੇ ਖੁਦ ਬੇਨਤੀ ਕੀਤੀ ਹੈ ਤਾਂ ਸਿੱਧੀ ਪ੍ਰਧਾਨ ਮੰਤਰੀ ਨੂੰ, ਪ੍ਰਧਾਨ ਮੰਤਰੀ ਸਾਹਿਬ ਇਨੀਸ਼ੀਏਟਿਵ ਲੈਣ, ਪ੍ਰਧਾਨ ਮੰਤਰੀ ਸਾਹਿਬ 2 ਕਦਮ ਅੱਗੇ ਹੋਣ ਕਿ ਭਾਈ ਦੇਖੋ ਅਸੀਂ ਕਰੋਨਾ ਦੇ ਉੱਤੇ ਕਾਬੂ ਪਾਉਣ ਵੱਲ ਵੱਧ ਰਹੇ ਹਾਂ, ਅੰਕੜਿਆਂ ਤੇ ਚਲੇ ਜਾਂਦੇ ਹਾਂ। ਸਰਕਾਰ ਦੇ ਅੰਕੜੇ ਕਿ ਆ ਦੇਖੋ ਕੇਸ ਬਹੁਤ ਘਟਾਤੇ ਆ, ਤੇ ਮੈਨੂੰ ਲੱਗਦਾ ਕਿ ਭਾਈ ਅਸੀਂ ਕੇਸ ਕੋਈ ਛੱਡਣਾ ਨਹੀਂ। ਆਹ ਚੱਕੋ ਕਿਸਾਨਾਂ ਦੀਆਂ ਮੰਗਾਂ ਮੰਨੀਆਂ, ਆ ਮੰਨ ਲਈਆਂ ਮੰਗਾਂ, ਚਲੋ ਕਿਸਾਨ ਨੂੰ ਚਲੋ ਘਰ ਨੂੰ ਮੁੜ ਕੇ ਦੇਖਾਂ ਕਦੀ ਕੀ ਹੁੰਦਾ ਕੀ ਨਹੀਂ ਹੁੰਦਾ। ਆਪਾਂ ਸਭ ਤੋਂ ਪਹਿਲਾਂ ਕਰੋਨਾ ਦੇ ਉੱਤੇ ਕਾਬੂ ਪਾਈਏ। ਆਹ ਦੇਖੋ ਕਿਸਾਨਾਂ ਦੀ ਚਿੱਠੀ ਆਈ, ਸਵੇਰੇ ਮਨ ਕੀ ਬਾਤ ਕਰ ਦੇਣ। ਮੈਂ ਕਹਿੰਦਾ ਮਨ ਕੀ ਬਾਤ ਦੇ ਵਿੱਚ ਐਲਾਨ ਕਰ ਦੇਣ, ਉੱਥੇ ਢੋਲ ਵੱਜਣਗੇ, ਭੰਗੜੇ ਪਾਉਣਗੇ, ਮੋਦੀ ਸਾਹਿਬ ਦੀ ਜੈ-ਜੈਕਾਰ ਹੋ ਜੂ। ਇਹ ਹੋ ਜਾਵੇ ਤੇ ਬਹੁਤ ਵਧੀਆ ਠੀਕ ਹੈ, ਪਰ ਪਿਛਲਾ ਰਿਕਾਰਡ ਜੋ ਕਹਿੰਦਾ ਵੀਰ ਜੀ, ਰਿਕਾਰਡ ਬੋਲਦਾ, ਰਿਕਾਰਡ ਜਿਹੜੇ ਮਿੱਤਰਾਂ ਦੇ ਬੋਲਦੇ ਨੇ ਉਹ ਕਹਿੰਦੇ ਵੀ ਇਹਨੂੰ ਫਿਰ ਖੰਘ ਲੈਣ ਦੇ ਨੂੰ ਫਿਰ ਵੇਖ ਲੈਣ ਦੇ ਫਿਰ ਇਹ 25 ਵੀ ਆ ਹੀ ਲੈਣ ਦਿਓ ਫਿਰ। ਹਾਂ, ਇਹਨੂੰ ਕਹਾਂ 25 ਛੱਡ ਕੇ ਭਾਵੇਂ ਤੁਸੀਂ 26 ਤੱਕ ਕੋਈ ਗੱਲ ਕਰ ਲਓ ਤਾਂ ਵੀ ਵੇਨੇ ਕੀ ਗੱਲ। ਮਤਲਬ ਇਹ ਜਿਹੜਾ ਪ੍ਰਭਾਵ ਆ ਇੱਕ, ਹੁਣ ਪਤਾ ਨਹੀਂ ਵੀ ਇਸ ਪ੍ਰਭਾਵ ਦੇ ਵਿੱਚ, ਕਿਉਂਕਿ ਦੇਖੋ ਇੱਕ ਤਰ੍ਹਾਂ ਨਾਲ ਮੋਦੀ ਸਾਹਿਬ ਸ਼ਬਦ ਵਰਤਦੇ ਆ ਕਿ ਵੀ ਮੈਂ ਚੌਂਕੀਦਾਰ ਹਾਂ, ਕਹਿਣ ਤੋਂ ਭਾਵ ਵੀ ਮੈਂ ਥੋੜ੍ਹਾ ਸੇਵਾਦਾਰ ਹਾਂ, ਵੀ ਯਾਰ ਮੈਂ ਚਾਹੁੰਦਾ ਵੀ ਆਪਾਂ ਰਲ ਮਿਲ ਕੇ ਦੇਸ਼ ਨੂੰ, ਮੁਲਕ ਨੂੰ ਅੱਗੇ ਲੈ ਕੇ ਜਾਈਏ। ਹੁਣ ਜੇ ਤਾਂ ਮੈਂ ਇਦਾਂ ਕਹਿ ਰਿਹਾ ਵੀ ਯਾਰ ਬਾਠ ਵੀਰ ਮੈਂ ਤੇਰਾ ਯਾਰ ਵੀਰ, ਤੂੰ ਹੁਕਮ ਕਰ ਕੀ ਕਰਾਂ, ਤੇ ਗੱਲ ਕਰਨ ਦਾ ਢੰਗ ਮੇਰਾ ਜਾਂ ਉਸ ਤੋਂ ਬਾਅਦ ਜਿਹੜੇ ਮੇਰੇ ਐਕਸ਼ਨ ਹੋਣ ਇਹ ਹੋਣ ਵੀ ਇਹਦੇ ਮਾਰ ਦੋ ਕੰਨਾਂ ਦੇ ਕਰਕੇ ਤੇ ਕਿਧਰ ਹੈ ਨਾ। ਮਤਲਬ ਜੇ ਮੇਰੇ ਕੰਮ ਕਰਨ ਦੇ ਢੰਗ ਤਰੀਕੇ 'ਚ ਤੇ ਮੇਰੇ ਕਹਿਣ ਦੇ ਵਿੱਚ, ਜਾਣੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਆ, ਉਹ ਜਿਹੜਾ ਰਿਕਾਰਡ ਆ ਉਹ ਮੈਨੂੰ ਥੋੜ੍ਹਾ ਜਿਹਾ ਮਤਲਬ ਇਹਦੇ ਤੇ ਯਕੀਨ ਨਹੀਂ ਕਰਾਉਂਦਾ ਵੀ 25 ਤੱਕ ਕੋਈ ਨਹੀਂ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ। ਮੈਂ ਇੱਕ ਇਸੇ ਨਾਲ ਸੰਬੰਧਿਤ ਮੁੱਦਾ ਚੁੱਕਦਾ ਤੁਹਾਡੇ ਕੋਲੇ, ਤੁਸੀਂ ਆਪ ਦੱਸ ਦਿਓ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਇਜ਼ਰਾਈਲ ਤੇ ਫਲਸਤੀਨ ਦੀ ਲੜਾਈ ਆਰਜੀ ਤੌਰ ਤੇ ਬੰਦ ਹੋ ਗਈ। ਉਹਨਾਂ ਨੇ ਦੇਖ ਲਿਆ ਕਿ ਸਿਆਣਪੇ 'ਚ ਹੀ ਆ, ਮਿਸਰ ਵਾਲੇ ਵਿੱਚ ਪੈ ਗਏ ਕਿ ਸਿਆਣਪੇ 'ਚ ਹੀ ਆ ਕਿ ਭਾਈ ਆਪਾਂ ਹੁਣ ਐਵੇਂ ਤਬਾਹੀ ਨਾ ਕਰੀਏ, ਆਪਾਂ ਕਰੋਨਾ ਨਾਲ ਲੜੀਏ, ਬਾਕੀ ਸਾਰੀਆਂ ਗੱਲਾਂ ਕਰੀਏ। ਠੀਕ ਹੈ, ਬਿਆਨਬਾਜ਼ੀਆਂ ਚੱਲਣਗੀਆਂ। ਤੁਸੀਂ ਇਹ ਦੇਖੋ ਕਿ ਇਸ ਵੇਲੇ ਆ ਜਿਹੜਾ ਨਾਰਥ ਇੰਡੀਆ ਆ, ਉੱਤਰ ਭਾਰਤ ਆ, ਜਿਹਦੇ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ, ਜੰਮੂ ਕਸ਼ਮੀਰ ਆਉਂਦਾ, ਬਹੁਤ ਸੈਂਸਿਟਿਵ ਆ। ਚੀਨ ਵਾਲੇ ਸਾਡੇ ਨਾਲ ਲੜਾਈ ਪੜਾਈ ਕਰਦੇ ਆ। ਸਾਡੇ ਮੰਤਰੀ ਜਿਹੜੇ ਐਸ ਜੈਸ਼ੰਕਰ ਹੋਰੀ ਆ, ਉਹ ਬਾਰ-ਬਾਰ ਕਹਿੰਦੇ ਆ ਕਿ ਚੀਨ ਦੇ ਨਾਲ ਸਾਡੀ ਗੱਲ ਬਣ ਨਹੀਂ ਰਹੀ, ਚੀਨ ਤਣਾਅ ਪੈਦਾ ਕਰਦਾ। ਜੀ 48 ਘੰਟੇ ਪਹਿਲਾਂ ਉਹਨਾਂ ਦਾ ਬਿਆਨ ਆਇਆ। ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਭਾਰਤੀ ਤੇ ਚੀਨ ਦੀਆਂ ਫੌਜਾਂ ਕਿੱਦਾਂ ਆਮੋ ਸਾਹਮਣੇ ਸੀ, ਅਗਲੇ ਛੱਡਦੇ ਹੀ ਨਹੀਂ ਸਾਡਾ ਇਲਾਕਾ। ਬਹੁਤ ਵੱਡਾ ਖਤਰਾ ਬਣਿਆ। ਖਾਸ ਤੌਰ ਤੇ ਅਮਰੀਕਾ ਦੇ ਨਾਲ ਸਾਡੇ ਸੰਬੰਧ ਗੂੜੇ ਹੋਈ ਜਾਂਦੇ ਆ, ਚੀਨ ਵਾਲਿਆਂ ਦੀਆਂ ਅੱਖਾਂ ਲਾਲ ਹੋਈ ਜਾਂਦੀਆਂ। ਗੁਆਂਢੀ ਚੰਗੇ ਹੀ ਹੁਣ ਤਾਂ ਚੰਗਾ, ਚੰਦਰਾ ਗੁਆਂਢ ਨਾ ਹੋਵੇ, ਸਾਡੇ ਲੋਕ ਗੀਤਾਂ ਦੇ ਵਿੱਚ ਵੀ ਆਉਂਦਾ। ਹੁਣ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਨਾਰਥ ਇੰਡੀਆ ਦੇ ਲੋਕਾਂ ਦਾ ਯਕੀਨ, ਵਿਸ਼ਵਾਸ ਸਾਡੀ ਸਰਕਾਰ ਦੇ ਵਿੱਚ 101% ਬਹੁਤ ਜ਼ਰੂਰੀ ਹੈ। ਇੱਕ ਪਾਸੇ ਉੱਪਰ ਚੀਨ ਆ, ਸਾਡੇ ਨਾਲ ਦੇ ਪਾਸੇ ਪਾਕਿਸਤਾਨ ਦੇ ਨਾਲ ਯਾਰੀ ਗੂੜੀ ਹੈ। ਬੰਗਲਾਦੇਸ਼ ਮਾੜਾ ਜਿਹਾ ਤਨੀਪਣੀ ਕਰਨ ਲੱਗਾ ਸੀ, ਉਸੇ ਵੇਲੇ ਦਬਕਾ ਮਾਰਿਆ ਅਗਲਿਆਂ ਨੇ। ਥੱਲੇ ਆ ਜਾਈਏ ਸ਼੍ਰੀਲੰਕਾ ਦੀ ਬੰਦਰਗਾਹ ਵਾਲਾ ਰੌਲਾ, ਉਹਨਾਂ ਦੀ ਪਾਰਲੀਮੈਂਟ ਤੇ ਸੁਪਰੀਮ ਕੋਰਟ ਤੱਕ ਜਾ ਪਹੁੰਚਾ। ਕੋਲੰਬੋ ਵਾਲੀ ਬੰਦਰਗਾਹ ਚੀਨ ਨੂੰ ਦੇਣ ਨੂੰ ਫਿਰਦੇ ਆ। ਹੁਣ ਜਦੋਂ ਉੱਪਰਲੇ ਪਾਸੇ ਇੱਕ ਪਾਸੇ ਚੀਨ ਹੈ, ਦੂਜੇ ਪਾਸੇ ਪਾਕਿਸਤਾਨ ਹੈ, ਉਧਰਲੇ ਪਾਸੇ ਬੰਗਲਾਦੇਸ਼ ਹੈ, ਥੱਲੜੇ ਪਾਸੇ ਸ਼੍ਰੀਲੰਕਾ, ਭਾਰਤ ਤਾਂ ਪਾਣੀ ਨੂੰ ਛੱਡ ਕੇ ਚਾਰੇ ਪਾਸਿਓਂ ਚੀਨ ਦੇ ਨਾਲ ਘਿਰਿਆ। ਤੇ ਸਭ ਤੋਂ ਵੱਧ ਸਾਨੂੰ ਖਤਰਾ ਕਿੱਥੋਂ ਆ? ਨਾਰਥ ਇੰਡੀਆ ਵਾਲੇ ਪਾਸਿਓਂ, ਜਿੱਥੋਂ ਚੀਨ ਖੁਦ ਭੱਜਾ ਆਉਂਦਾ ਵਾਹੋਦਾਈ। ਉਸ ਸਥਿਤੀ ਦੇ ਵਿੱਚ ਦੇਖੋ ਬਾਕੀ ਸਾਰੀਆਂ ਗੱਲਾਂ, ਕਿਹੜੇ ਕਾਰਪੋਰੇਟ ਅਦਾਰੇ ਨੂੰ ਕਿੰਨਾ ਲਾਭ ਹੁੰਦਾ, ਕਿਹਨੂੰ ਅਸੀਂ ਕਿੰਨਾ ਉੱਪਰ ਲਿਜਾਣਾ, ਸਭ ਤੋਂ ਪਹਿਲਾਂ ਚੀਨ ਵਰਗੇ ਬਹੁਤ ਵੱਡੇ ਖਤਰੇ ਤੋਂ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਜੇ ਦੇਸ਼ ਨੂੰ ਬਚਾਉਣਾ ਤੇ ਦੇਸ਼ ਦੇ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਸਰਕਾਰ ਦੇ ਵਿੱਚ ਪੂਰਾ ਹੋਵੇ, ਅਸੀਂ ਇੱਕ ਟਰੈਕ ਤੇ ਹੋਈਏ, ਭੜਕ ਨੂੰ ਕੋਈ ਹਬੀ ਨਬੀ ਹੋ ਜਾਵੇ ਸੰਧਾਲੀਆ ਸਾਹਿਬ, ਸਰਕਾਰ ਤਾਂ 12:01 ਤੇ ਹੋਕਾ ਦੇਵੇ, 12:02 ਤੱਕ 60 ਸੈਕਿੰਡ ਦੇ ਵਿੱਚ ਸਾਰਾ ਦੇਸ਼ ਇਕੱਠਾ ਚਾਹੀਦਾ, ਇੱਕ ਮੁੱਠ ਚਾਹੀਦਾ, ਕੋਈ ਕਮਜ਼ੋਰੀ ਨਹੀਂ ਚਾਹੀਦੀ। ਸਾਡੇ ਸਾਹਮਣੇ ਮੁਸੀਬਤ ਕਰੋਨਾ ਦੀ ਹੈ, ਸਾਡੇ ਸਾਹਮਣੇ ਮੁਸੀਬਤ ਦੇਸ਼ ਦੇ ਲੋਕਾਂ ਦੀ ਸਿਹਤ ਦੀ ਹੈ, ਸਾਡੇ ਸਾਹਮਣੇ ਮੁਸੀਬਤ ਚੀਨ ਭੱਜਾ ਆਉਂਦਾ ਵਾਹੋਦਾਹੀ ਉਹਦੀ ਹੈ। ਆਪਸ ਦੇ ਵਿੱਚ ਲੜਨ ਦਾ ਸਮਾਂ ਨਹੀਂ ਹੈ, ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ। ਗੱਲ ਤਾਂ ਠੀਕ ਹੈ WhatsApp ਤੁਹਾਡੀ, ਪਰ ਇਦਾਂ ਕਿੱਦਾਂ ਮਤਲਬ ਉਹ ਤੁਹਾਡੀ ਦੇਖੋ ਰੌਲਾ ਹੀ ਹੈ ਗੱਲ ਦਾ ਯਾਰ। ਤੁਸੀਂ ਉਦੋਂ ਕਹਿਣਾ ਵੀ ਮਤਲਬ ਚੰਦਰਾ ਗਵਾਂਢ ਨਾ ਹੋਵੇ, ਉਹਦੀ ਇੱਕ ਲਾਈਨ ਇਹ ਵੀ ਲਾਈ ਲੱਗ ਨਾ ਹੋਵੇ ਘਰ ਵਾਲਾ। ਚਲੋ ਮਾਰਾ ਫੇਟੀ ਤੇ ਸਿਆਪੇ ਕਿਤੇ ਇੱਕ ਥੋੜਾ ਦੱਸੋ, ਕਈ ਨੇ। ਚਲੋ ਪਰ ਪਟਿਆਲੇ ਵੀ ਬਹਿਣਾ ਕਹਿੰਦੇ ਆਪਣੇ ਕਿਸਾਨਾਂ ਨੇ, ਉਹ ਕਹਿੰਦੇ ਵੀ ਦੇਖੋ ਉਧਰ ਕੇਂਦਰ ਸਰਕਾਰ ਨਾਲ ਤਾਂ ਆਪਾਂ ਸਿੰਘ ਫਸਾਏ, ਇੱਧਰ ਕੈਪਟਨ ਸਾਹਿਬ ਨਾਲ ਵੀ ਹੁਣ ਉਸੇ ਹਿਸਾਬ ਨਾਲ ਹੀ ਕੰਮ ਚੱਲੂਗਾ। ਹੁਣ ਜਿਹੜਾ ਪੰਜਾਬ ਦੇ ਵਿੱਚ ਵੀ ਇਹ ਇੱਕ ਤਰ੍ਹਾਂ ਦਾ ਕੰਮ ਚੱਲ ਪਿਆ ਵੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ, ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਇੱਧਰਲੇ ਪਾਸਿਓਂ ਜਿਹੜਾ ਹੁਣ ਇੱਕ ਤਰ੍ਹਾਂ ਨਾਲ ਇਹਨਾਂ ਨੇ ਮੋਰਚਾ ਖੋਲ੍ਹਤਾ, ਇਹਦੀ ਗੱਲ ਵੀ ਕਰ ਲਈਏ। ਬਿਲਕੁਲ ਸੰਧਾਲੀਆ ਸਾਹਿਬ, ਕਿਸਾਨਾਂ ਦੇ ਜੇ ਆਪਾਂ ਅੰਦੋਲਨ ਨੂੰ ਦੇਖੀਏ ਨਾ, ਪੰਜਾਬੋਂ ਤੁਰੇ ਸੀ, 8 ਮਹੀਨੇ ਹੋ ਗਏ ਆ।
ਜਦੋਂ ਬੈਠੇ ਸੀ ਇੱਥੇ ਧਰਨਿਆਂ ਤੇ। ਬਾਰ-ਬਾਰ ਕਿਸਾਨਾਂ ਦੀ ਲੀਡਰਸ਼ਿਪ ਪੰਜਾਬ 'ਚ ਆਉਂਦੀ ਆ, ਕਈਆਂ ਦੀਆਂ ਪੱਕੀਆਂ ਡਿਊਟੀਆਂ ਪੰਜਾਬ ਦੇ ਪਿੰਡਾਂ 'ਚ। ਹੁਣ ਜੋਗਿੰਦਰ ਸਿੰਘ ਉਗਰਾਹਾਂ ਹੋਰੀ ਆਏ, ਉਹ ਆਣ ਕੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਆ ਤੇ ਉੱਥੋਂ ਲਲਕਰਾ ਮਾਰਦੇ ਆ ਕਿ ਭਾਈ ਪੰਜਾਬ ਦੇ ਲੋਕ ਸਮੱਸਿਆ 'ਚ ਨੇ, ਸਰਕਾਰ ਧਿਆਨ ਨਹੀਂ ਦੇ ਰਹੀ, ਸਰਕਾਰ ਪ੍ਰਬੰਧ ਨਹੀਂ ਕਰ ਰਹੀ। ਸਾਡੇ ਕੋਲੇ ਕਹਿੰਦੇ ਦਿੱਲੀ ਅੰਦੋਲਨ ਦੇ ਵਿੱਚ ਪ੍ਰਬੰਧ ਪੂਰੇ ਹੈਗੇ ਆ ਕਿ ਜੇ ਸਾਡਾ ਉੱਥੇ ਕੋਈ ਬੰਦਾ ਬਿਮਾਰ ਠਮਾਰ ਹੁੰਦਾ 24 ਘੰਟੇ ਹਸਪਤਾਲ ਚੱਲਦੇ ਆ। ਤੁਹਾਡੇ ਇੱਥੇ ਕੀ ਹੋ ਰਿਹਾ? ਭੰਗ ਭੁੱਜ ਰਹੀ ਹੈ। ਤੇ ਉਹ ਕਹਿੰਦੇ ਜੇ ਆਹੀ ਹਾਲਾਤ ਰਹੇ, ਜੇ ਤੁਸੀਂ ਆਹੀ ਕੁਛ ਕਰਦੇ ਰਹੇ ਤਾਂ ਕੈਪਟਨ ਸਾਹਿਬ ਮਤ ਸੋਚਿਓ ਕਿ ਅਸੀਂ ਇਕੱਲਾ ਦਿੱਲੀ ਧਰਨਾ ਲਾਉਣਾ, ਅਸੀਂ ਪਟਿਆਲੇ ਤੁਹਾਡੇ ਘਰਾਂ ਦੇ ਮੂਹਰੇ, ਦਰਾਂ ਦੇ ਮੂਹਰੇ ਵੀ ਲਾ ਸਕਦੇ ਹਾਂ ਤੇ ਕੰਮ ਜਿਹੜਾ ਇੱਥੇ ਤੱਕ ਅਸੀਂ ਲੈ ਜਾਣਾ। ਹੁਣ ਸੰਧਾਲੀਆ ਸਾਹਿਬ, ਜੇ ਕਿਸਾਨਾਂ ਦੇ ਆਗੂ ਚੰਡੀਗੜ੍ਹ ਆ ਕੇ ਇਹ ਗੱਲ ਕਹਿ ਦਿੰਦੇ ਆ, ਚੁਣੌਤੀ ਦੇ ਦਿੰਦੇ ਆ ਕਿ ਤੁਸੀਂ ਠੀਕ ਨਹੀਂ ਕਰਦੇ, ਇਹਦਾ ਮਤਲਬ ਹੈ ਕਿ ਪੰਜਾਬ ਦੇ ਆਮ ਲੋਕ ਜਿਹੜੇ ਸਿਹਤ ਸਹੂਲਤਾਂ ਦੀ ਘਾਟ ਦੇ ਕਰਕੇ ਥੋੜ੍ਹੇ ਜਿਹਾ ਨਾਖੁਸ਼ ਨੇ, ਕਿਸਾਨਾਂ ਦੇ ਨਾਲ ਜੁੜ ਹੀ ਸਕਦੇ ਆ। ਜੇ ਪਟਿਆਲੇ ਦੇ ਮੂਹਰੇ ਧਰਨਾ ਲੱਗ ਗਿਆ, ਉੱਪਰੋਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਕੋਈ ਛੋਟੀ ਗੱਲ ਥੋੜੀ ਹੋਣੀ ਹੈ। ਜੁੜ ਸਕਦੇ ਆ। ਦੇਖੋ, ਜੇ ਜੁੜਨਗੇ ਤਾਂ ਜੇ ਇਹਨਾਂ ਨੂੰ ਲੱਗੇ ਵੀ ਅਸੀਂ ਪੰਜਾਬੀ ਹਾਂ। ਆਹ ਜੇ ਉਹਨੂੰ ਲੱਗੇ ਵੀ ਪੰਜਾਬੀ ਤੋਂ ਪਹਿਲਾਂ ਮੈਂ ਫਲਾਨਾ ਆ, ਮੈਂ ਟਿਮਕਾ ਆ, ਅਸੀਂ ਤੇ ਫਲਾਨੇ ਵਾਲੇ, ਅਸੀਂ ਟੀਮ, ਅਸੀਂ ਉਹ ਹੁੰਨੇ ਆ, ਅਸੀਂ ਉਹ ਹੁੰਨੇ, ਅਸੀਂ ਆਹ ਹੁੰਨੇ ਆ, ਅਸੀਂ ਤੇ ਫਿਰ ਉਹ ਹੁੰਨੇ ਆ। ਉਹਨਾਂ ਨੂੰ ਨਹੀਂ ਸੱਦਣਾ, ਉਹ ਹੁੰਦੇ ਆ। ਹਾਂ, ਇੰਨਾ ਕੁਝ ਜੇ ਹੁੰਨਿਆਂ ਦੇ ਵਿੱਚ ਫਸ ਗਏ ਨਾ ਤੇ ਫਿਰ ਕੁਝ ਨਹੀਂ ਵੱਟਿਆ ਜਾਣਾ। ਇੱਕ ਚੀਜ਼ ਹੋਰ ਆਪਾਂ ਜ਼ਿਕਰ ਕਰੀਏ, ਜਿਹੜਾ ਐਤਕੀ ਚੀਜ਼ ਦੇਖਣ ਨੂੰ ਮਿਲ ਰਹੀ ਹੈ, ਹੁਣ ਅੰਕੜੇ ਹੀ ਦੱਸ ਰਹੇ ਨੇ, ਬਾਕੀ ਤਾਂ ਚਲੋ ਤੁਸੀਂ ਟਿੱਪਣੀਆਂ ਕਰਕੇ ਜ਼ਰੂਰ ਦੱਸਿਓ ਜੀ, ਕਿਉਂਕਿ ਕਰੋਨੇ ਦਾ ਕਰਕੇ ਜਿਹੜੇ ਕਹਿ ਲਓ ਕਿ ਵੀ ਮਜ਼ਦੂਰ ਭਰਾ ਆਉਂਦੇ ਨੇ ਆਪਣੇ, ਉਹਨਾਂ ਦੀ ਕਮੀ ਆ। ਤੇ ਐਤਕੀ ਕਾਫੀ ਇਲਾਕਾ ਜਿਹੜਾ ਝੋਨੇ ਦੀ ਬਿਜਾਈ ਵਾਲਾ, ਉਹ ਸਿੱਧੀ ਬਿਜਾਈ ਵਾਲੇ ਪਾਸੇ ਕੰਮ ਤੁਰ ਪਿਆ। ਇਹ ਪਿਛਲੇ ਸਾਲ ਵੀ ਆਪਾਂ ਦੇਖਿਆ ਸੀ ਰੁਝਾਨ, ਪਿਛਲੇ ਸਾਲ ਜਿਨ੍ਹਾਂ ਨੂੰ ਕਾਮਯਾਬੀ ਮਿਲੀ ਹੈ ਐਤਕੀ ਉਹਨਾਂ ਨੇ ਥੋੜ੍ਹੇ ਹੋਰ ਵਧਾਤਾ ਕੰਮ ਵੀ, ਯਾਰ ਆਪਾਂ ਸਿੱਧੀ ਬਿਜਾਈ ਵਾਲਾ ਕੰਮ ਤੋਰ ਲੈਂਦੇ ਹਾਂ। ਹੁਣ ਦੇਖੋ, ਝੋਨਾ ਜਦੋਂ ਆਪਾਂ ਕੱਦੂ ਮਾਰ ਕੇ ਲਾਉਂਦੇ ਹਾਂ ਫਿਰ ਉਹ ਪਾਣੀ ਜ਼ਿਆਦਾ ਮੰਗਦਾ। ਹੁਣ ਆ ਜਿਹੜਾ ਸਿੱਧੀ ਬਿਜਾਈ ਵਾਲਾ ਟ੍ਰੈਂਡ ਤੁਰ ਪਿਆ ਵੀ ਕਣਕਾਂ ਨੂੰ ਬੀਜ ਕੇ ਵਿਹਲੇ ਹੋ ਜਾਓ ਤੁਸੀਂ, ਹੈ ਨਾ। ਜੇ ਤਾਂ ਇਹ ਕਾਮਯਾਬ ਹੁੰਦਾ ਤੇ ਸ਼ਾਇਦ ਜਿਹੜੀ ਬੜੀ ਦੇਰ ਤੋਂ ਇੱਕ ਰੋਣਾ ਸੀਗਾ ਵੀ ਯਾਰ ਇਹ ਪਾਣੀ ਬੜਾ ਖਿੱਚਦਾ, ਪਾਣੀ ਬੜਾ ਖਿੱਚਦਾ, ਕਿਉਂਕਿ ਅਜੇ ਤੱਕ ਸਰਕਾਰਾਂ ਨੇ ਕੋਈ ਹੋਰ ਬਦਲਵੀਂ ਫਸਲ ਦਿੱਤੀ ਨਹੀਂ। ਜਿਹੜੀਆਂ ਦੋ ਹੈਗੀਆਂ ਉਹਨਾਂ ਦਾ ਵੀ ਸਿਆਪਾ ਪਿਆ, ਤਦੇ ਤਾਂ ਉਸੇ ਦਿੱਲੀ ਬੈਠੇ ਨੇ ਉਹ। ਜੇ ਕੋਈ ਇਹੋ ਜਿਹਾ ਹੱਲ ਮੇਰੇ ਖਿਆਲ ਨਾਲ ਨਿਕਲ ਆਵੇ ਤੇ ਆਉਣ ਵਾਲੇ ਟਾਈਮ 'ਚ ਹੋ ਸਕਦਾ ਪੰਜਾਬ ਦੀ ਕਿਸਾਨੀ ਬਦਲ ਜੇ। ਦੇਖੋ, ਫਰੂਟ ਤੇ ਧਿਆਨ ਦੇਣਾ ਚਾਹੀਦਾ। ਕਈ ਫਰੂਟਾਂ ਦੀ ਅੱਜਕੱਲ੍ਹ ਚਰਚਾ ਬਹੁਤ ਹੈ ਕਿ ਭਾਈ ਉਹ ਲਾ ਲਓ। ਮੈਂ ਉਧਰ ਜਾਂਦਾ ਨਹੀਂ, ਮੈਂ ਝੋਨੇ ਤੇ ਆਉਣਾ। ਸੰਧਾਲੀਆ ਸਾਹਿਬ ਦੇਖੋ, ਟਲਦੇ ਨਹੀਂ ਤੁਸੀਂ, ਟਲ ਜਾ ਠੀਕ ਹੈ ਜੀ। ਸੰਧਾਲੀਆ ਸਾਹਿਬ, ਗੱਲ ਪਤਾ ਕੀ ਹੈ? ਦੇਖੋ, ਪਾਣੀ ਬਚਦਾ ਜੇ ਸਿੱਧੀ ਬਿਜਾਈ ਹੋਵੇ ਝੋਨੇ ਦੀ। ਕੋਈ ਕਿਸਾਨ ਨਹੀਂ ਚਾਹੁੰਦਾ ਕਿ ਉਹ ਪਹਿਲਾਂ ਖੇਤ ਨੂੰ ਵਾਹਵੇ, ਉਹਦੇ ਤੋਂ ਬਾਅਦ ਉਹਦੇ ਵਿੱਚ ਪਾਣੀ ਛੱਡੇ, ਫਿਰ ਡੀਜ਼ਲ ਖਰੀਦ ਕੇ ਲਿਆਵੇ, ਉਹਦੇ ਤੋਂ ਪਹਿਲਾਂ ਟਰੈਕਟਰ ਦੀ ਸਰਵਿਸ ਕਰਾਵੇ ਜਾਂ ਕਿਸੇ ਦਾ ਟਰੈਕਟਰ ਕਿਰਾਏ ਤੇ ਲਿਆਵੇ, ਫਿਰ ਡੀਜ਼ਲ ਵਾਲਾ ਢੋਲ ਟਰੈਕਟਰ ਦੇ ਵਿੱਚ ਪਾ ਕੇ ਤੇ ਉਹਦੇ ਤੋਂ ਬਾਅਦ ਕੱਦੂ ਕਰੇ, ਤੇ ਕੱਦੂ ਤੋਂ ਬਾਅਦ ਫਿਰ ਮਜ਼ਦੂਰਾਂ ਨੂੰ ਪੈਸੇ ਦੇ ਕੇ ਕਹੇ ਕਿ ਭਾਈ ਆ ਪਨੀਰੀ ਪੱਟ ਕੇ ਲਿਆਓ ਤੇ ਇੱਥੇ ਝੋਨਾ ਲਾਓ। ਕਿਸਾਨਾਂ ਦੀਆਂ ਕਈ ਤਰ੍ਹਾਂ ਦੀਆਂ ਮਜਬੂਰੀਆਂ, ਜਦੋਂ ਸਿੱਧੀ ਬਿਜਾਈ ਕਰਦੇ ਆ ਕਈ ਔਕੜਾਂ ਆਉਂਦੀਆਂ, ਪਰ ਸਿੱਧੀ ਬਿਜਾਈ ਹੈ ਵੀ ਚੰਗੀ ਹੈ। ਬਾਕੀ ਟਿੱਪਣੀਆਂ ਆ ਜਾਣਗੀਆਂ ਕਿ ਪਾਣੀ ਬਚਦਾ, ਸਾਡੇ ਮਾਹਿਰ ਕਹਿੰਦੇ ਆ, ਜੇ ਕਹਿੰਦੇ ਆ ਤਾਂ ਸਾਨੂੰ ਯਕੀਨ ਕਰਨਾ ਪਊ। ਮੈਂ ਕਹਿੰਦਾ ਕਿ ਇਲੈਕਸ਼ਨ ਈਅਰ ਹੈ, ਆਖਰੀ ਝੋਨਾ ਜਿਹੜਾ ਇਸ ਸਰਕਾਰ ਦੇ ਕਾਰਜਕਾਲ ਦੇ ਵਿੱਚ ਹੈ। ਮੈਂ ਕਹਿੰਦਾ ਕੈਪਟਨ ਸਾਹਿਬ ਦੀ ਸਰਕਾਰ ਐਲਾਨ ਕਰ ਦੇਵੇ, ਇਹ ਤੋਂ ਚੰਗਾ ਮੌਕਾ ਕੋਈ ਨਹੀਂ ਕਿ ਤੁਸੀਂ ਸਿੱਧੀ ਬਿਜਾਈ ਕਰੋ। ਪਿਛਲੀ ਵਾਰੀ ਤੁਹਾਡੇ ਖੇਤ ਦੇ ਵਿੱਚੋਂ ਚਿੰਨਾ ਝੋਨਾ ਨਿਕਲਿਆ ਸੀ, ਜੇ ਐਤਕੀ ਉਹ ਤੋਂ ਘੱਟ ਝੋਨਾ ਨਿਕਲੂਗਾ, ਮੰਨ ਲਓ 1 ਕੁਇੰਟਲ ਘਟ ਗਿਆ, 1.5 ਕੁਇੰਟਲ ਘਟ ਗਿਆ, 2 ਕੁਇੰਟਲ ਘਟ ਗਿਆ, ਉਹਨੇ ਪੈਸੇ ਅਸੀਂ ਤੁਹਾਨੂੰ ਦੇ ਦਿਆਂਗੇ। ਜਾਂ ਕਈ ਕਿਸਾਨਾਂ ਨੂੰ ਹੁੰਦਾ ਜਿੱਦਾਂ ਪਹਿਲਾਂ ਸੀ ਕਿ ਤੁਸੀਂ ਨਾੜ ਨੂੰ ਅੱਗ ਨਾ ਲਾਓ। ਕਿਸਾਨ ਕਹਿੰਦੇ ਸੀ ਨਾੜ ਨੂੰ ਅੱਗ ਨਾ ਲਾਈਏ, ਵਿੱਚੇ ਵਾਹ ਦਈਏ, ਮੁੜ ਕੇ ਜਦੋਂ ਝੋਨੇ ਦੇ ਨਾੜ ਦੇ ਵਿੱਚ ਕਣਕ ਬੀਜਦੇ ਆ, ਉਹਦੇ ਵਿੱਚ ਉਹ ਕਹਿੰਦੇ ਸੀ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ, ਚੂਹਾ ਲੱਗ ਜਾਂਦਾ, ਹੋਰ ਕਈ ਤਰ੍ਹਾਂ ਦੀ ਸਾਡੀ ਕਣਕ ਜਿਹੜੀ ਹੈ ਉਹ ਖੋਖਲੀ ਹੋ ਜਾਂਦੀ ਹੈ ਥੱਲਿਓਂ। ਮੈਂ ਕਹਿੰਦਾ ਕਿਸਾਨ ਇਦਾਂ ਦਾ ਕੋਈ ਵੀ ਰੀਜ਼ਨ ਤਰਕ ਦਿੰਦੇ ਆ, ਸਰਕਾਰ ਕਵੇ ਕਿ ਭਾਈ ਕੋਈ ਗੱਲ ਨਹੀਂ, ਪਰਵਾਹ ਨਾ ਕਰੋ, ਜਿੱਥੇ ਤੁਹਾਡਾ ਨੁਕਸਾਨ ਹੋਇਆ ਭਰਨ ਨੂੰ ਬੈਠੇ ਆ, ਅਸੀਂ ਧਰਤੀ ਹੇਠਲਾ ਪਾਣੀ ਬਚਾਉਣਾ ਹੈ, ਅਸੀਂ ਹੌਲੀ ਹੌਲੀ ਸਿੱਧੀ ਬਿਜਾਈ ਦੇ ਹੇਠ ਸਾਰਾ ਰਕਬਾ ਲਿਆਉਣਾ ਹੈ, ਕੰਮ ਆਪੇ ਸੂਤ ਹੋ ਜੂ। ਮਿਸ ਪੂਜਾ ਨੂੰ ਜਾਣਦੇ ਹੋ? ਜਾਣਦੇ ਆ। ਮਿਸ ਪੂਜਾ ਦਾ ਬਹੁਤ ਸਾਲ ਪਹਿਲਾਂ ਗਾਣਾ ਆਇਆ ਸੀ, ਉਦੋਂ ਅਜੇ ਨਵੀਂ ਗਾਉਣ ਵਾਲੇ ਪਾਸੇ ਆਈ ਸੀ ਉਹ। ਅੱਜ ਕੱਲ੍ਹ ਤਾਂ ਚਲੋ ਕਿੰਨਾ ਕੁ ਪਹਿਲਾਂ? ਬਹੁਤ ਪਹਿਲਾਂ, ਕਈਆਂ ਨੂੰ ਯਾਦ ਆ ਜਾਣਾ। ਓਕੇ। ਉਹਦੇ 'ਚ ਲਾਈਨ ਸੀ ਵੀ ਪਾਣੀ ਹੋ ਗਏ ਡੂੰਘੇ, ਝੋਨਾ ਲਾਉਣਾ ਹੀ ਛੱਡ ਦੇਣਾ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਜਿਹੜਾ ਹੈ ਤਾਂ ਗਾਣਾ ਸੀ, ਪਰ ਨਿਕਲਿਆ ਤਾਂ ਕਿਸਾਨੀ ਦੇ ਦਰਦ 'ਚੋਂ ਸੀ ਨਾ, ਵੀ ਯਾਰ ਬੋਰ ਕਿਨੇ 100 ਫੁੱਟ ਤੇ ਜਾ ਵੜਿਆ, ਵੀ ਯਾਰ ਪਾਣੀ ਡੂੰਘਾ ਹੋ ਗਿਆ, ਝੋਨਾ ਨਹੀਂ ਲੱਗਦਾ, ਸੀ ਲਾਉਣਾ ਛੱਡ ਦੇਣਾ ਵਿਚਾਰੇ। ਪਰ ਫਿਰ ਵੀ ਕਦੋਂ ਤੋਂ ਕੰਮ ਚੱਲਦਾ ਰਿਹਾ। ਤੁਸੀਂ ਹੁਣੇ ਕਿਹਾ ਵੀ ਸਰਕਾਰ ਇਸ ਤਰ੍ਹਾਂ ਕਰ ਦੇਵੇ, ਜੇ ਕਰਨਾ ਹੁੰਦਾ ਤੇ ਉਦੋਂ ਦਾ ਨਾ ਕਰ ਦਿੰਦੇ ਜਦੋਂ ਦਾ ਗਾਣਾ ਚੱਲਣ ਡਿਆ। ਇਹ ਦੱਸੋ। ਨਹੀਂ, ਗੱਲ ਤਾਂ ਸੰਧਾਲੀਆ ਸਭ ਵੀਰ ਜੀ ਦੇਖੋ, ਐਡੀ ਛੇਤੀ ਨਹੀਂ ਅਸੀਂ ਕਰਨ ਲੱਗੇ। ਇਹ ਤੁਸੀਂ ਚਾਹੁੰਦੇ ਆ ਵੀ ਉਹ ਜਵਾਕ ਦਾ ਜਿਹੜਾ ਨਿੱਕਰ ਨੂੰ ਹੱਥ ਪਾਇਆ ਉਹ ਛਡਾ ਦਈਏ, ਇਦਾਂ ਕਿਦਾਂ ਛਡਾ ਦਈਏ? ਮਹਾਰਾਜ ਹੁਣਾ ਪਤਾ ਕੀ ਹੈ, ਹਾਂ, ਨਾਲ ਦਾ ਜਵਾਕ, ਨਾਲ ਦਾ ਭਾਪਾ ਵੀ ਤੁਰਿਆ ਜਾਂਦਾ ਹੋਣਾ, ਨਾਲ ਦਾ ਜਵਾਕ ਨੂੰ 4-5 ਜਵਾਕ, ਇੱਕ ਨੇ ਭਾਪੇ ਨੇ ਇਧਰੋਂ ਫੜਿਆ, ਦੂਜੇ ਨੇ ਇਧਰੋਂ ਫੜਿਆ, ਸਲਾਹ ਕਰਦੇ ਹੋਣੇ ਕਰਨਾ ਕੀ ਆ, ਕਹਿੰਦੇ ਨਾਲ ਨਾਲ ਲੱਗ ਕੇ ਤੁਰ, ਦੋਨਾਂ ਦੇ ਨਹੀਂ ਡਿੱਗਣ ਦੇਣੇ ਤੇ ਹੱਥੇ ਕੇ ਖਾਲੀ ਕਰਕੇ ਬਾਜੇ ਨੂੰ ਪਾ ਲਓ ਬਸ। ਨਾ ਇਦਾਂ ਕਿਦਾਂ। ਉਹੀ ਜਵਾਕਾਂ ਨੂੰ ਆਖਿਆ
ਇਹ ਉਹ ਹੁੰਦੇ, ਇਹਨਾਂ ਦੇ ਨਾਲ ਨਹੀਂ ਲੱਗਣਾ ਪੁੱਤ। ਚਲੋ ਠੀਕ ਹੈ। ਸਾਰੀਆਂ ਸੈਟਿੰਗਾਂ ਹੀ ਕੀਤੀਆਂ। ਅੱਛਾ ਬਾਰ ਸਾਹਿਬ, ਆਪਾਂ ਭੁੱਲ ਨਾ ਜਾਈਏ ਯਾਰ, ਰਿਜ਼ਰਵ ਬੈਂਕ ਜਿਹੜੀ ਹੈ, ਇੱਕ ਪਾਸੇ ਕਹਿੰਦੇ ਵੀ ਮੁਲਕ ਗਰੀਬ ਹੈ, ਉਦੋਂ ਬੜੀ ਚਰਚਾ ਚੱਲੀ ਸੀ ਵੀ ਯਾਰ ਰਿਜ਼ਰਵ ਬੈਂਕ ਤੋਂ ਤਾਂ ਕਦੀ ਕਿਸੇ ਨੇ ਪੈਸੇ ਮੰਗੇ ਹੀ ਨਹੀਂ। ਤੇ ਅੰਕੜੇ ਜਿਵੇਂ ਪੜ੍ਹੀ ਜਾਂਦਾ ਸੀ, 57,000 ਕਰੋੜ ਪਹਿਲਾਂ ਲਿਆ ਸੀ ਸਰਕਾਰ ਨੇ, ਉਦੋਂ ਬਾਅਦ ਅਗਲੇ ਸਾਲ 1,76,000 ਕਰੋੜ ਲੈ ਲਿਆ। ਹੁਣ ਆ ਫਿਰ ਲੇਟੈਸਟ 99,122 ਕਰੋੜ, ਅਪਰੋਕਸੀਮੇਟਲੀ 1 ਲੱਖ ਕਰੋੜ ਫਿਰ ਲੈ ਲਿਆ। 332 ਕਰੋੜ ਤੋਂ ਉੱਪਰ ਦੀ ਰਕਮ ਰਿਜ਼ਰਵ ਬੈਂਕ ਹੁਣ ਤੱਕ ਭਾਰਤ ਸਰਕਾਰ ਨੂੰ ਦੇ ਚੁੱਕਾ। 3,32,250 ਕਰੋੜ ਰੁਪਈਆ, ਏਡੀ ਵੱਡੀ ਰਕਮ ਜੇ ਆ ਪਿਛਲੇ 2.5-3 ਸਾਲਾਂ ਦੇ ਵਿੱਚ ਸਰਕਾਰ ਦੇ ਕੋਲ ਆਈ ਹੈ ਵੀ ਤੁਸੀਂ ਲੋਕਾਂ ਲਈ ਕੁਝ ਕਰ ਦਿਓ, ਯਾਰ ਕੁਛ ਨਾ ਕੁਛ ਤਾਂ ਹੋਇਆ, ਨਜ਼ਰ ਆਉਣਾ ਚਾਹੀਦਾ ਸੀ। ਦੇਖੋ, ਨਾਂ ਬਦਲੇ ਨੇ ਬਹੁਤ ਸਾਰੇ, ਬਹੁਤ ਕੁਝ ਹੋਇਆ, ਐਸੀ ਕੋਈ ਗੱਲ ਨਹੀਂ ਹੈ। ਪਰ ਤੁਸੀਂ ਇਹ ਦੇਖੋ ਕਿ ਅਸੀਂ ਚੀਨ ਨਾਲ ਮੁਕਾਬਲਾ ਕਰਨਾ, ਅਸੀਂ ਕਹਿੰਦੇ ਹਾਂ ਕਿ ਅਸੀਂ ਬਰਾਬਰ ਦੀ ਸ਼ਕਤੀ ਹਾਂ, ਪਰ ਦੇਸ਼ ਅੰਦਰੋਂ ਖੋਖਲਾ ਹੋ ਰਿਹਾ। ਪੰਜਾਬ ਦੇ ਵਿੱਚ ਪਿਛਲੀ ਸਰਕਾਰ ਦੇ ਵੇਲੇ ਤੇ ਇਸ ਸਰਕਾਰ ਦੇ ਵੇਲੇ ਅਸੀਂ ਕਿੰਨੀਆਂ ਸਰਕਾਰੀ ਜ਼ਮੀਨਾਂ ਗਹਿਣੇ ਧਰੀਆਂ। ਇਹਦਾ ਮਤਲਬ ਹੈ ਖੋਖਲਾ ਸਾਡਾ ਤੰਤਰ। ਤੇ ਉਹ ਪੈਸੇ ਜਿਹੜੇ ਰਿਜ਼ਰਵ ਬੈਂਕ ਦੇ ਕੋਲੇ ਵਾਧੂ ਪਏ ਹੁੰਦੇ, ਪਰ ਉਹ ਇਸ ਕਰਕੇ ਪਏ ਹੁੰਦੇ ਕਿ ਐਮਰਜੈਂਸੀ ਹਾਲਾਤਾਂ ਦੇ ਵਿੱਚ ਹੀ ਖਰਚਣੇ ਆ। ਤਾਂ ਜੇ ਉਹ ਅਸੀਂ 99,000 ਕਰੋੜ ਰੁਪਈਆ ਹੁਣ ਲੈ ਲਿਆ, ਕੋਵਿਡ ਦੇ ਪ੍ਰਬੰਧਾਂ ਦੇ ਲਈ ਲੈ ਲਿਆ, ਪਿਛਲਾ ਲਾ ਲਓ, ਸਾਰਾ ਲਾ ਲਿਆ, 3 ਸਾਲਾਂ ਦੇ ਵਿੱਚ ਜੇ 3,32 ਕਰੋੜ ਰੁਪਈਆ, 3,32,000 ਕਰੋੜ ਰੁਪਈਆ ਤੁਸੀਂ ਲਈ ਬੈਠੇ ਹੋ, ਉਹ ਯਾਰ ਕਿਤੇ ਤਾਂ ਨਜ਼ਰ ਆਉਣਾ ਚਾਹੀਦਾ। ਉਹ ਸੰਧਾਲੀਆ ਸਾਹਿਬ, ਇਹਦਾ ਮਤਲਬ ਪਤਾ ਕੀ ਹੈ? ਸਾਡੇ ਕੋਲੇ ਨਾਰਮਲ ਪ੍ਰੋਸੀਜਰ ਹੈ ਨਹੀਂ। ਅਸੀਂ ਆਪਣੀ ਆਮਦਨ ਦੇ ਮੁਤਾਬਕ ਖਰਚੇ ਨਹੀਂ ਕੀਤੇ, ਤੇ ਖਰਚੇ ਵੀ ਉੱਥੇ ਨਹੀਂ ਕੀਤੇ ਜਿੱਥੇ ਜ਼ਰੂਰੀ ਹੈ। ਕੱਲਾ ਭਾਸ਼ਣ ਦੇਣ ਦੇ ਨਾਲ, ਕੱਲੀਆਂ ਗੱਲਾਂ ਕਰਨ ਦੇ ਨਾਲ ਮੁਕਾਬਲੇ ਨਹੀਂ ਹੋਣੇ। ਦੇਸ਼ ਦੀ ਆਬਾਦੀ ਵੱਧ ਰਹੀ ਹੈ, ਦੇਸ਼ ਦੇ ਵਿੱਚ ਸਮੱਸਿਆਵਾਂ ਵੱਧ ਰਹੀਆਂ ਨੇ। ਹੁਣ ਰਾਜਨੀਤੀ ਛੱਡਣੀ ਪਊ, ਹੁਣ ਦੇਸ਼ ਦੇ ਲੋਕਾਂ ਨੂੰ ਵੰਡਣਾ ਛੱਡਣਾ ਪਊ। ਹੁਣ ਸੱਚੀ ਇਸ ਗੱਲ ਦੇ ਵੱਲ ਧਿਆਨ ਜਿਹੜਾ ਉਹ ਦੇਣਾ ਬਹੁਤ ਜ਼ਰੂਰੀ ਹੈ ਕਿ ਭਾਈ ਇੰਨੇ ਕੁ ਰੁਪਈਏ ਕੋਲ ਨੇ, ਇੰਨੇ ਕੰਮ ਕਰਨ ਵਾਲੇ ਨੇ, ਆਹ ਸਾਡੀ ਤਰਜੀਹੀ ਸੂਚੀ ਆ। ਹਾਂ, ਬਾਕੀ ਸਾਰੀਆਂ ਚੀਜ਼ਾਂ ਬਾਅਦ ਵਿੱਚ ਕਰ ਲਵਾਂਗੇ। ਇਸ ਗੱਲ ਦਾ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਮੇਰੇ ਕਾਰਜਕਾਲ ਦੇ ਵਿੱਚ ਆਹ ਵੀ ਬੋਰਡ ਲੱਗਾ ਹੋਵੇ ਤੇ ਆਹ ਵੀ ਹੋਵੇ। ਲੋਕ ਤੁਹਾਡੇ ਤੰਦਰੁਸਤ ਤੇ ਸੁਨੱਖੇ ਹੋਣੇ ਚਾਹੀਦੇ ਆ। ਜਿੱਦਾਂ ਵਿੱਤੀ ਝੋਲਾ ਖਾਲੀ ਹੋਈ ਜਾਂਦਾ, ਪੈਸਿਆਂ ਵਾਲਾ ਝੋਲਾ ਸੂਬੇ ਦਾ ਵੀ ਤੇ ਕੇਂਦਰ ਦਾ ਵੀ, ਕੰਮ ਔਖਾ ਹੋ ਜਾਊਗਾ। ਥੋੜੀ ਜਿਹੀ ਸਮਝਦਾਰੀ ਤੋਂ ਕੰਮ ਲਈਏ। ਸਤਿ ਸ੍ਰੀ ਅਕਾਲ ਬੋਲ ਸੁਨੱਖਿਆ, ਚਲੀਏ ਫਿਰ। ਚਲੋ, ਬਹੁਤ ਸ਼ੁਕਰੀਆ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਕੋਈ ਗੱਲ ਨਹੀਂ, ਅਸੀਂ $5 ਦੇਣੇ ਨਹੀਂ ਪਾਉ ਦੇ। ਸਤਿ ਸ੍ਰੀ ਅਕਾਲ। ਉਹ ਤਾਂ ਅਸੀਂ ਲੈ ਲੈਣੇ ਆ। ਅੱਛਾ ਚਲੋ, ਗੱਲ ਇਹ ਆ ਜੀ ਕਿ ਵੀ ਪ੍ਰੋਗਰਾਮ ਦਾ ਵੇਲਾ ਗਿਆ ਜੀ ਮੁੱਕ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਵੀ ਜਿਹੜੀਆਂ ਵੀ ਗੱਲਾਂ ਤੁਹਾਡੇ ਲਈ ਜਾਣਨੀਆਂ ਜ਼ਰੂਰੀ ਹੁਣ ਅਸੀਂ ਕਰ ਲਈਏ, ਪਰ ਤੁਹਾਡੀ ਫੀਡਬੈਕ ਬਹੁਤ ਜ਼ਰੂਰੀ ਹੈ। ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਰਿਆਂ ਤੱਕ ਇਹ ਗੱਲਾਂ ਪਹੁੰਚਣ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV। ਹੁਣ ਦਿਓ ਇਜਾਜ਼ਤ ਗੁਰਪ੍ਰੀਤ ਸੰਧਾ ਵਾਲਿਆਂ ਨੂੰ। ਪ੍ਰਾਈਮ ਏਸ਼ੀਆ TV ਤੁਹਾਡਾ ਆਪਣਾ, ਤੁਹਾਡੇ ਲਈ।